ਕੁੰਡਰੀਆ ਛੰਦ ਨਏ ਨਏ ਮਾਰਗ ਚਲੇ ਜਗ ਮੂੰ ਬੜਾ ਅਧਰਮ ਰਾਜਾ ਪ੍ਰਜਾ ਸਭੇ ਲਗੇ ਜੈ ਤੈ ਕਰਨ ਕੁਕਰਮ। ਜੱਗ ਦੇ ਵਿੱਚ ਰਾਜਾ ਔਰ ਪ੍ਰਜਾ ਜਿਹੜੀ ਸੀ ਇਕੱਠੇ ਕੁਕਰਮ ਕਰਮ ਧਰਮ ਤੋਂ ਉਲਟ ਕਰਮ ਕਰਨ ਲੱਗੇ। ਧਰਮ ਦੇ ਨਾਂ ਤੇ ਜਿਹੜਾ ਉਲਟ ਕਰਮ ਹੈ ਕੁਕਰਮ ਹੁੰਦਾ। ਕਹਿਣ ਨੂੰ ਤਾਂ ਧਰਮ ਹੋਵੇ ਪਰ ਧਰਮ ਹੋਵੇ ਨਾ ਉਹ ਕੁਕਰਮ ਹੈ। ਹਟਾਏ ਤੇ ਵੀ ਨਹੀਂ ਜਦ ਹਟਦੇ ਕੁਕਰਮ ਹੁੰਦਾ ਜਾਂ ਸਰਕਾਰ ਹਟਾਉਂਦੀ ਹੈ ਨਾ। ਅਸੀਂ ਕੁਕਰਮ ਸਾਡੀ ਭਾਸ਼ਾ 'ਚ ਹੋਰ ਕੁਛ ਕਹਿੰਦੇ ਹਾਂ। ਜਿਹੜੀ ਧਰਮ ਦੀ ਭਾਸ਼ਾ ਉਹਦੇ ਵਿੱਚ ਧਰਮ ਤੇ ਉਲਟ ਜਿਹੜਾ ਕਰਮ ਹੈ ਨਾ, ਉਲਟ ਸਿੱਖਿਆ, ਉਹ ਕੁਕਰਮ ਹੈ। ਅਸੀਂ ਜਿਹੜੇ ਕਹਿੰਦੇ ਹਾਂ ਉਲਟ ਸਿੱਖਿਆ, ਇੱਥੇ ਸਾਡੀ ਆਪਣਾ ਕਾਨੂੰਨ ਸਿਵਲ ਦਾ ਉਹ ਤੇ ਉਲਟ ਉਹ ਕਾਨੂੰਨ, ਸਾਡਾ ਹੁਕਮ ਤੇ ਉਲਟ ਜਿਹੜੇ ਕੁਕਰਮ ਨੇ ਸਾਰੇ। ਸਰਕਾਰ ਦੇ ਹੁਕਮ ਤੇ ਉਲਟ ਕੁਕਰਮ ਨੇ ਸੰਸਾਰੀ ਨਿਰਾਕਾਰੀ ਦੁਨੀਆ ਦੇ ਵਿੱਚ ਪਰਮੇਸ਼ਰ ਦੇ ਹੁਕਮ ਤੇ ਜਿਹੜੇ ਉਲਟ ਨੇ ਕਰਮ, ਉਹ ਕੁਕਰਮ ਸਾਰੇ। ਫੋਕਟ ਕਰਮ ਜਾਂ ਫੋਕਟ ਧਰਮ ਜਿਹੜੇ ਨੇ ਜਿੱਥੇ ਫਲ ਨਹੀਂ ਲੱਗਦਾ ਉਹ ਕੁਕਰਮ ਨੇ। ਨਏ ਨਏ ਮਾਰਗ ਚਲੇ ਜਗ ਮੂੰ ਬੜਾ ਅਧਰਮ। ਦੇਖੋ ਨਾ, ਨਵੇਂ ਨਵੇਂ ਮਾਰਗ ਚਲਾਏ ਨੇ ਧਰਮ ਦੇ। ਧਰਮ ਦੇ ਮਾਰਗ ਜਿਹੜੇ ਨਵੇਂ ਨਵੇਂ ਨੇ ਉਹ ਕੁਕਰਮ ਨੇ। ਕੁਕਰਮ ਨੇ ਜਦ ਜਿਹੜੇ ਲੋਕ ਫਸ ਜਾਣਗੇ ਮਗਰ ਲੱਗ ਜਾਣਗੇ ਉਹਨਾਂ ਦਾ ਜੀਵਨ ਖਰਾਬ ਹੋ ਜਾਊਗਾ। ਜੇ ਜੀਵਨ ਖਰਾਬ ਕਰਨ ਵਾਲੇ ਜਿਹੜੇ ਲੋਕਾਂ ਦੇ, ਚਾਹੇ ਉਹ ਲੋਕ ਭਲਾਈ ਦੇ ਨਾਂ ਤੇ ਕੰਮ ਕਰਦੇ ਨੇ, ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਕੁਕਰਮ ਹੀ ਨੇ। ਹਾਂਜੀ, ਰਾਜਾ ਪ੍ਰਜਾ ਸਭੇ ਲੱਗੇ ਜੈ ਤੈ ਕਰਨ ਕੁਕਰਮ। ਰਾਜਾ ਔਰ ਪ੍ਰਜਾ ਜਿੱਥੇ ਕਿੱਥੇ ਦੇਖੋ ਕੁਕਰਮ ਕਰਦੇ ਨੇ, ਪੁੱਠੇ ਕੰਮ ਕਰਦੇ ਨੇ, ਧਰਮ ਦੇ ਕੰਮ ਨਹੀਂ ਕਰਦੇ। ਹਾਂਜੀ, ਜੈ ਤੈ ਕਰਨ ਕੁਕਰਮ ਪ੍ਰਜਾ ਰਾਜਾ ਨਰ ਨਾਰੀ। ਪ੍ਰਜਾ ਕੀ, ਨਰ ਕੀ, ਨਾਰੀ ਕੀ, ਸਾਰੇ ਕੁਕਰਮ ਕਰਮ ਕਰਨ ਲੱਗੇ। ਧਰਮ ਤੋਂ ਉਲਟ ਕੰਮ ਕਰਨ ਲੱਗੇ। ਜਿਵੇਂ ਧਰਮ ਦਾ ਕੰਮ ਹੈਗਾ ਆਤਮਾ ਦੀ ਖੋਜ ਕਰਨਾ, ਆਤਮਾ ਦੀ ਖੋਜ ਛੱਡ ਕੇ ਪੱਥਰ ਪੂਜਾ ਜਾਂ ਕਿਸੇ ਗ੍ਰੰਥ ਦੀ ਪੂਜਾ ਕਰਨ ਲੱਗ ਜਾਈਏ। ਇਹ ਮੰਨ ਲਈਏ ਵੀ ਗ੍ਰੰਥ ਵਿੱਚ ਹੀ ਆਤਮਾ ਹੈਗੀ ਹੈ ਜਾਂ ਮੂਰਤੀ ਵਿੱਚ ਆਤਮਾ ਹੈਗੀ ਹੈ, ਇਹਦਾ ਪ੍ਰਚਾਰ ਵੀ ਕਰੀਏ, ਇਹ ਕੁਕਰਮ। ਉਹ ਜਿਹੀ ਸਿੱਖਿਆ ਨਿਆਣੇ ਨੂੰ ਦੇਈ ਜਾਈਏ, ਉਹ ਜਿਹੀ ਸਿੱਖਿਆ ਅਣਜਾਣ ਆਦਮੀ ਨੂੰ ਦੇਈ ਜਾਈਏ, ਉਹ ਦੂਜੇ ਨੂੰ ਸਿੱਖਿਆ ਦੇਣ ਕਰਕੇ ਕੁਕਰਮ ਬਣ ਜਾਂਦਾ ਹੈ। ਪੁੱਠੀ ਸਿੱਖਿਆ ਦੇਣੀ ਕੁਕਰਮ ਹੈ। ਜੋ ਪੁੱਠੀ ਸਿੱਖਿਆ ਦੇਣੀ ਉਹ ਕੁਕਰਮ। ਆਪ ਕਰੀ ਜਾਵੇ ਦੂਜੀ ਗੱਲ ਹੈ। ਜਦ ਤੁਸੀਂ ਉਹ ਇੱਕ ਧਰਮ ਉਹਨੂੰ ਸਥਾਪਿਤ ਕਰਤਾ ਵੀ ਇਹ ਧਰਮ ਹੈ, ਪਰ ਪ੍ਰਚਾਰ ਕਰਦੇ ਹੋ, ਮੰਨਦੇ ਨਹੀਂ, ਕਹੇ ਤੇ ਵੀ ਨਹੀਂ, ਸਮਝ ਕੇ ਵੀ ਨਹੀਂ ਮੰਨਦੇ, ਕੁਕਰਮ ਹੈ। ਹਾਂਜੀ, ਧਰਮ ਪੰਖ ਕਰ ਉਡਾ ਪਾਪ ਕੀ ਕਿਰਿਆ ਬਿਥਾਰੀ। ਅਸਲੀ ਧਰਮ ਜਿਹੜਾ ਸੀਗਾ ਉਹ ਤਾਂ ਐਂ ਸਮਝੋ ਵੀ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ, ਜਾਂ ਹੈ ਹੀ ਨਹੀਂ ਦੁਨੀਆ ਦੇ ਵਿੱਚ, ਧਰਮ ਹੈ ਨਹੀਂ। ਅਸਲੀ ਧਰਮ ਹੋਣਾ ਤਾਂ ਬਹੁਤ, ਅਸਲੀ ਧਰਮ ਜਿਹਦੇ ਕੋਲ ਉਹ ਤਾਂ ਭਗਤ ਬਣ ਜਾਂਦਾ। ਫਿਰ ਧਰਮ ਲੱਭਣਾ ਪੈਂਦਾ ਹੈ, ਧਰਮ ਖੋਜਣ ਦਾ ਵਿਸ਼ਾ ਹੈ। ਅੱਖਾਂ ਮੀਚ ਕੇ ਧਾਰਨ ਕਰਨ ਦਾ ਵਿਸ਼ਾ ਨਹੀਂ ਹੈਗਾ ਧਰਮ। ਪਹਿਲਾਂ ਬਸ ਸਜਾਣ ਕੇ ਤੋ ਕੀਜੇ ਬਾਬਾ। ਜੇ ਆਪਾਂ ਲੈਣ ਜਾਂਦੇ ਬਾਜ਼ਾਰ ਤੋਂ ਚੀਜ਼ ਗਲਤ ਲੈ ਆਈਏ, ਆ ਸਾਨੂੰ ਕੋਈ ਪੈਸੇ ਗਲਤ ਮੋੜ ਦੇਵੇ, ਜਾਲੀ ਪੈਸੇ ਮੋੜ ਦੇਵੇ, ਕੋਈ ਚੀਜ਼ ਅਸੀਂ ਉਹਨੂੰ ਠੀਕ ਵੇਚ ਆਈਏ, ਪੈਸੇ ਜਾਲੀ ਲੈ ਆਈਏ, ਆ ਚੀਜ਼ ਨਕਲੀ ਲੈ ਆਈਏ। ਇਸ ਕਰਕੇ ਨਕਲੀ ਧਰਮ ਹੈ ਬਾਜ਼ਾਰ 'ਚ ਆਮ ਮਿਲਦਾ। ਸੱਚ ਧਰਮ ਬਹੁਤ ਔਖਾ ਹੈ। ਸੱਚ ਧਰਮ ਦਾ ਕਿਤੇ ਬਿਰਲਿਆਂ ਨੂੰ ਪਤਾ ਹੁੰਦਾ। ਕਬੀਰ ਕਹਿੰਦਾ ਫਾਂਸਨ ਕੀ ਵਿਧੀ ਸਭ ਕੋ ਜਾਣੇ। ਜਿੰਨੀਆਂ ਮੱਤਾਂ ਨੇ ਇਹ ਜਿਹੜੇ ਕੁਕਰਮ ਨੇ ਨਾ, ਧਰਮ ਆਪਣੇ ਬਹੁਤੇ ਬਣ ਜਾਂਦੇ ਨੇ। ਇਹ ਫਸਾਉਣ ਵਾਲੀਆਂ ਵਿਧੀਆਂ ਹੀ ਨੇ ਲੋਕਾਂ ਨੂੰ। ਧਰਮ ਦੇ ਨਾਂ ਤੇ ਫਸਾਉਣ ਵਾਲੀ ਵਿਧੀ ਕੁਕਰਮ ਹੀ ਹੈ। ਫਿਰ ਹੋਰ ਕੀ ਹੈ? ਫਾਂਸਨ ਕੀ ਵਿਧੀ ਸਭ ਕੋ ਜਾਣੇ, ਉਹ ਤਾਂ ਸਾਰੇ ਹੀ ਜਾਣਦੇ ਨੇ। ਉਹ ਤਾਂ ਆਪਣੀ ਆਪਣੇ ਆਪਣੇ ਹਿਸਾਬ ਦੇ, ਆਪਣੀ ਆਪਣੀ ਮਰਜ਼ੀ ਦੇ, ਆਪਣੀ ਆਪਣੀ ਮਤ ਅਨੁਸਾਰ ਧਰਮ ਜਿੰਨੇ ਮਰਜ਼ੀ ਬਣਾ ਲਓ। ਛੁੱਟਣ ਕੀ ਇੱਕ, ਛੁੱਟਣ ਦੀ ਵਿਧੀ ਉਹ ਇੱਕ ਹੈ।
ਫਾਂਸਨ ਕੀ ਵਿਧੀ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ। ਕੋਈ ਦਾ ਮਤਲਬ ਕੋਈ ਜਾਣਦਾ ਉਸ ਵਿਧੀ ਨੂੰ, ਛੁੱਟਣ ਦੀ ਵਿਧੀ ਉਹ ਇੱਕ ਹੈ, ਉਹਨੂੰ ਕੋਈ ਬਿਰਲਾ ਜਾਣਦਾ। ਹੁਣ ਇੰਨੀਆਂ ਵਿਧੀਆਂ ਜੋ ਟੋੜ ਲਓ, ਉਹ ਵਿਧੀ ਦੀ ਇੱਕ ਨਿਸ਼ਾਨੀ ਆ, ਉਹ ਸਾਰੀਆਂ ਨੂੰ ਉਹ ਸਾਰੀਆਂ ਦੇ ਵਿੱਚੋਂ ਸਾਬਤ ਕਰ ਦਿੰਦੀ ਹੈ ਵੀ ਸੱਚ ਕੀ ਹੈ, ਝੂਠ ਕੀ ਹੈ। ਜਿਹੜੀ ਉਹ ਛੁੱਟਣ ਦੀ ਵਿਧੀ ਆ, ਉਹਦੇ ਵਿੱਚ ਅੱਜ ਤਾਈਂ ਕਿਸੇ ਨੇ ਨੁਕਸ ਨਹੀਂ ਦੱਸਿਆ। ਫਸਾਉਣ ਵਾਲੀ ਵਿਧੀ ਵਾਲੇ ਚੁੱਪ ਤਾਂ ਕਰ ਜਾਂਦੇ ਨੇ, ਉਹਨੂੰ ਸੁਣ ਕੇ ਨੁਕਸ ਨਹੀਂ ਦੱਸਦੇ ਵੀ ਇਹ 'ਚ ਕੀ ਘਾਟ ਹੈ, ਕਮੀ ਕੀ ਹੈ। ਉਹ ਸਾਰਿਆਂ ਦੀ ਕਮੀ ਦੱਸ ਦਿੰਦਾ। ਛੁੱਟਣ ਦੀ ਵਿਧੀ ਵਾਲਾ ਛੁੱਟਣ ਦੀ ਸਾਰੀ ਵਿਧੀ ਦੱਸਦਾ, ਸਮਝਾਉਂਦਾ। ਇਹ ਸਮਝਾਉਂਦੇ ਕੱਖ ਨਹੀਂ, ਇਹ ਵਰਗ ਲਾਉਂਦੇ ਨੇ, ਸਮਝਾਉਂਦੇ ਨਹੀਂ ਕੁਛ ਵੀ। ਕੁਛ ਦੂਰ ਲੈ ਜਾਂਦੇ ਨੇ ਉੱਚਾ। ਪਹਿਲੀਆਂ ਗੱਲਾਂ ਠੀਕ ਕਹਿੰਦੇ ਨੇ, ਅੱਧ ਸੀ ਕਿ ਰੱਬ ਜੋ ਵੀ ਹੈ, ਖੁਦਾ ਗੋਡ ਜੋ ਵੀ ਨਾਂ ਰੱਖ ਲੈਣ, ਰਾਮ ਰਹੀਮ, ਕਿ ਉਹ ਅੱਖਾਂ ਨੂੰ ਨਹੀਂ ਦੀਂਦਾ, ਜੰਮਦਾ ਨਹੀਂ, ਮਰਦਾ ਨਹੀਂ, ਸਰਬ ਸ਼ਕਤੀਮਾਨ ਹੈ, ਸਰਬ ਵਿਆਪਕ ਹੈ, ਉਹਦੇ ਹੁਕਮ ਨਾਲੇ ਸਭ ਕੁਝ ਹੁੰਦਾ, ਪੱਤਾ ਨਹੀਂ ਝੁੱਲਦਾ। ਪਹਿਲਾਂ ਗੱਲਾਂ ਸਾਰੀਆਂ ਹੀ ਉਹੀ ਕਹਿੰਦੇ ਨੇ, ਗਾਹਾਂ ਜਾ ਕੇ ਰੋੜ ਦਿੰਦੇ ਨੇ, ਅੱਧ ਤੋਂ ਜਾ ਕੇ, ਅੱਧ ਤੋਂ ਪਿੱਛੇ ਲਾ ਲੈਂਦੇ ਨੇ ਕਹਿ ਕੇ ਸਭ ਕੁਛ। ਗਾਹਾਂ ਜਾ ਕੇ ਜਦ ਸਾਬਤ ਕਰਨਾ ਹੁੰਦਾ ਕੌਣ, ਫਿਰ ਆਪਣਾ ਆਪਣਾ ਕੋਈ ਕਿਸੇ ਨੂੰ ਕਹਿ ਦਿੰਦਾ, ਕੋਈ ਕਿਸੇ, ਫਿਰ ਆਦਮੀ ਤੇ ਲਿਆ ਕੇ ਗੱਲ ਮੁਕਾ ਦਿੰਦੇ ਨੇ। ਜਿਹਨੇ ਉਹ ਧਰਮ ਚਲਾਇਆ ਹੁੰਦਾ ਉਹੀ ਹੈ ਸਭ ਕੁਛ। ਬਸ ਜਿਹਨੇ ਉਹ ਮੱਤ ਚਲਾਈ ਹੁੰਦੀ ਹੈ ਉਸ ਨੂੰ ਕਹਿੰਦੇ ਨੇ ਇਹੀ ਹੈ ਸਭ ਕੁਛ। ਧਰਮ ਪੰਕ ਕਰ ਉਡਾ, ਪਾਪ ਕੀ ਕਿਰਿਆ ਬਿਥਾਰੀ। ਧਰਮ ਪੰਕ ਕਰ ਉਡਾ, ਪੰਕ ਧਰ ਉਡਾ, ਪੰਖ ਧਰ ਉਡਾ। ਹਾਂ, ਪੰਕ ਧਾਰਨ ਕਰਕੇ। ਧਰਮ ਜਿਹੜਾ ਹੈਗਾ ਧਰਮ ਤਾਂ ਪੰਖ, ਜਿਵੇਂ ਪੰਖ ਧਾਰਨ ਕਰਕੇ, ਜਿਵੇਂ ਉਹਦੇ ਖੰਭ ਨਿਕਲੇ ਆਏ ਹੁਣ, ਪੰਖ ਧਰ ਉਡਾ। ਪੰਖ ਧਰਮ ਪੰਖ ਧਰ ਉਡਾ, ਪਾਪ ਕੀ ਕਿਰਿਆ ਬਿਥਾਰੀ। ਪਾਪ ਦੀ ਜਿਹੜੀ ਕਿਰਿਆ ਸੀ ਉਹਦਾ ਵਿਸਥਾਰ ਹੋ ਗਿਆ, ਸਾਰੇ ਫੈਲਾਤੀ। ਜਦ ਧਰਮ ਉੱਡ ਗਿਆ ਤੇ ਪਾਪ ਦੀ ਕਿਰਿਆ ਤਾਂ ਫੈਲਣੀ ਹੋ ਸੀ, ਬਿਥਾਰੀ ਦਾ ਵਿਸਥਾਰ ਹੋ ਗਿਆ, ਫੈਲ ਗਈ ਪਾਪ ਦੀ ਕਿਰਿਆ ਸਾਰੇ। ਪਾਪ ਦੀ ਲੋਕ ਜਗਤੇ ਭਏ, ਪਾਪ ਪ੍ਰਗਟ ਬਪ ਕੀਨ। ਧਰਮ ਜਿਹੜਾ ਸੀਗਾ ਲੋਕਾਂ ਦੇ ਵਿੱਚੋਂ ਅਲੋਪ ਹੋ ਗਿਆ। ਅਲੋਪ ਹੋ ਗਿਆ, ਐਨੀ ਖਤਮ ਨਹੀਂ ਹੋਇਆ, ਅਲੋਪ ਹੋ ਗਿਆ। ਅਲੋਪ ਕਹਿੰਦੇ ਨੇ ਛੁਪ ਜਾਵੇ, ਕੋਈ ਪਤਾ ਨਾ ਹੋਵੇ ਕੀ ਹੈ, ਸਾਹਮਣੇ ਨਹੀਂ ਹੈਗਾ ਧਰਮ, ਕਿਸੇ ਨੂੰ ਸਮਝ ਨਹੀਂ ਹੈਗੀ, ਅਲੋਪ ਹੋ ਗਿਆ। ਪਾਪ ਪ੍ਰਗਟ ਬਪ ਕੀਨ। ਪਾਪ ਪ੍ਰਗਟ ਹੈ ਜਗ੍ਹਾ ਜਗ੍ਹਾ, ਪਾਪ ਅਸਲ 'ਚ ਜਿਹੜਾ ਧਰਮ ਹੈ ਹੁਣ ਜਗ੍ਹਾ ਜਗ੍ਹਾ ਧਰਮ ਹੈ, ਪਾਪ ਹੈ, ਧਰਮ ਨਹੀਂ ਹੈਗਾ, ਇਹਨੂੰ ਇਹ ਪਾਪ ਕਿਹਾ। ਇਹਨਾਂ ਲੋਕਾਂ ਦਾ ਜਿਹੜਾ ਜੀਵਨ ਖਰਾਬ ਕਰ ਦੇਣਾ ਪਾਪ ਹੈ। ਝੂਠ ਬੋਲ ਕੇ ਧਰਮ ਦੇ ਨਾਂ ਤੇ ਵੀ ਇਹ ਧਰਮ, ਉਹ ਧਰਮ ਮੰਨ ਕਰੀ ਜਾਂਦੇ ਨੇ। ਗਾਹਾਂ ਦਾ ਰਿਜ਼ਲਟ ਕੁਛ ਨਾ ਨਿਕਲੇ ਤਾਂ ਇੱਕ ਪਾਪ ਨਹੀਂ ਤਾਂ ਹੋਰ ਕੀ ਹੈ। ਇਹ ਪਾਪ ਹੈ, ਧਰਮ ਨਹੀਂ ਹੈਗਾ। ਊਚ ਨੀਚ ਰਾਜਾ ਪ੍ਰਜਾ, ਕਿਰਿਆ ਅਧਰਮ ਕੀ ਗੀਨ। ਕੀ ਊਚ ਕੀ ਨੀਚ, ਕੀ ਰਾਜਾ ਕੀ ਪ੍ਰਜਾ, ਅਧਰਮ ਦੀ ਕਿਰਿਆ ਕਰਦੇ ਨੇ ਸਾਰੇ। ਕਿਰਿਆ ਅਧਰਮ ਕੀ ਲੀਨ। ਜਿਹੜੇ ਊਚ ਸਮਝਦੇ ਨੇ ਆਪਣੇ ਆਪ ਨੂੰ, ਸੰਤ ਸਮਝਦੇ ਨੇ, ਬ੍ਰਾਹਮਣ ਸਮਝਦੇ ਨੇ, ਗੁਰੂ ਸਮਝਦੇ ਨੇ, ਉਹ ਊਚ ਹੋ ਗਏ। ਰਾਜੇ ਸਮਝਦੇ ਨੇ ਅਮੀਰ ਨੇ, ਕੀ ਅਮੀਰ ਕੀ ਗਰੀਬ, ਕੀ ਊਚ ਕੀ ਨੀਚ, ਸਾਰੇ ਉਸ ਅਧਰਮ ਦੀ ਕਿਰਿਆ ਤੇ ਲੱਗੇ ਹੋਏ ਨੇ। ਜਦ ਧਰਮ ਤਾਂ ਹੈ ਹੀ ਨਹੀਂ, ਧਰਮ ਦੀ ਸਮਝੇ ਨਹੀਂ ਕਿਸੇ ਨੂੰ, ਉਹੀ ਕਰਨਾ ਫਿਰ ਸਾਰਿਆਂ ਨੇ। ਧਰਮ ਦੇ ਨਾਂ ਤੇ ਉਹ ਅਧਰਮ ਕਰ ਰਹੇ ਨੇ। ਧਰਮ ਨਹੀਂ ਹੈ ਜੋ ਕਰ ਰਹੇ ਨੇ, ਧਰਮ ਮੰਨ ਕੇ ਕਰ ਰਹੇ ਨੇ। ਕਿਰਿਆ ਪਾਪ ਕੀ ਲੀਨ, ਨਾਰ ਨਰ ਰੰਕ ਅਰ ਰਾਜਾ। ਪਾਪ ਦੀ ਕਿਰਿਆ ਕਰ ਰਹੇ ਨੇ। ਪਾਪ ਦੀ ਕਿਰਿਆ ਨਹੀਂ ਹੈ ਵੀ ਕਿਸੇ ਦਾ ਗਲ ਵੱਢ ਰਹੇ ਨੇ। ਜਿਹੜੀ ਪਾਪ ਦੀ ਕਿਰਿਆ ਹੁੰਦੀ ਹੈ ਹੁਕਮ ਦਾ, ਜਦ ਅਸੀਂ ਕਹਿੰਦੇ ਹਾਂ ਵੀ ਮੇਰੇ ਕੋਲ ਇੰਨਾ ਧਨ ਆ ਜਾਵੇ, ਤੇ ਕਿਸੇ ਦਾ ਧਨ ਤਾਂ ਸਾਰਾ ਸੰਸਾਰ ਚੋਂ ਨਹੀਂ ਹੈ, ਕਿਹਦਾ ਹੱਕ ਮਾਰ ਕੇ ਆ ਜਾਵੇ। ਫਿਰ ਕੋਈ ਲੰਗਰ ਵਰਤ ਰਿਹਾ, ਕੋਈ ਆਦਮੀ ਕਹਿੰਦਾ ਮੈਨੂੰ 2 ਟੋਕਰੇ ਇਕੱਲੇ ਨੂੰ ਮਿਲ ਜਾਣ,
2 ਟੋਕਰੇ ਲੰਘ ਰਹੀ ਹੈ, ਇਹ 4 ਟੋਕਰੇ 10 ਟੋਕਰੇ ਕਹ ਲਓ। ਕਿਉਂ ਵੀ ਤੂੰ 2 ਰੋਟੀਆਂ 2 4 ਹਿੱਸੇ ਵਿੱਚ ਨਹੀਂ ਕਿਉਂ ਨਹੀਂ ਮੰਗਦਾ? ਫालतू ਕਿਉਂ ਮੰਗਦਾ? ਫालतू ਮੰਗਣਾ ਆਪਣੇ ਹਿੱਸੇ ਤੇ ਇਹ ਪਾਪ ਹੈ। ਕਿਸੇ ਦਾ ਹੱਕ ਕੱਟ ਕੇ ਹੀ ਮੰਗਦਾ ਹੋਵੇਗਾ ਫਿਰ ਤੂੰ, ਵੀ ਮੈਨੂੰ ਜ਼ਿਆਦਾ ਮਿਲ ਜਾਵੇ, ਕਿਸੇ ਦਾ ਹੱਕ ਕੱਟਿਆ ਜਾਵੇ ਆ ਨਾ ਕੱਟਿਆ, ਮੈਨੂੰ ਕੋਈ ਮਤਲਬ ਨਹੀਂ। ਜਿਹੜਾ ਦੇ ਰਿਹਾ ਹੈ ਉਹ ਤੇਰਾ ਜਿੰਨਾ ਹਿੱਸਾ ਨਾ ਉਹਨੇ ਕੱਟ ਦੇਣਾ ਨਾ ਵੱਧ ਦੇਣਾ, ਤੇ ਫਿਰ ਤੂੰ ਫालतू ਕਾਹਤੇ ਮੰਗਦਾ? ਹੁਕਮ ਤੋਂ ਅਲੱਗ ਸੋਚਣਾ, ਹੁਕਮ ਤੋਂ ਫालतू ਸੋਚਣਾ ਹੀ ਪਾਪ ਹੈ। ਸੋਚਣਾ ਪਾਪ ਹੈ, ਗਲਤ ਹੈ ਸੋਚਣਾ। ਕਿਰਿਆ ਪਾਪ ਕੀ ਲੀਨ ਨਾ, ਇਹ ਪਾਪ ਦੀ ਕਿਰਿਆ, ਸੋਚਣਾ ਪਾਪ ਦੀ ਕਿਰਿਆ। ਬਸ ਸਮਝਣ ਆਇਆ ਸੀ, ਸੋਚਣ ਨਹੀਂ ਸੀ ਆਇਆ। ਜੇ ਸੋਚੂਗਾ ਪਾਪ ਹੈ। ਪਾਪ ਦੀ ਸਜ਼ਾ ਕੀ ਹੈ? ਜਨਮ ਬਿਰਥਾ ਚਲੇ ਜਾਊਗਾ। ਪਾਪ ਦਾ ਨੁਕਸਾਨ ਵੀ ਹੁੰਦਾ ਨਾ, ਘੱਟੋ ਘੱਟ ਜਨਮ ਤਾਂ ਬਿਰਥਾ ਚਲਿਆ ਗਿਆ ਉਹਦਾ। ਜਨਮ ਬਿਰਥਾ ਉਹ ਪਾਪ ਦੀ ਵਜ੍ਹਾ ਨਾਲ ਜਾਂਦਾ। ਪਾਪ ਹੈ ਜਿਹੜਾ ਇਹਦਾ ਜਨਮ ਬਿਰਥਾ, ਇਹਨੂੰ ਨੁਕਸਾਨ ਹੈ ਪਾਪ ਨਾਲ, ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸਾਡੇ ਇੱਕ ਸਧਾਰਨ ਗੱਲ ਹੈ ਕਿ ਜਿਸ ਕਾ ਪਾਪ ਉਸੀ ਕਾ ਬਾਪ। ਜਿਹਦਾ ਪਾਪ ਹੈ ਉਹਦੇ ਹੀ ਅੱਗੇ ਆਉਂਦਾ, ਦੂਏ ਦਾ ਕੁਝ ਨਹੀਂ ਵਿਗਾੜਦਾ ਪਾਪ। ਇਸ ਕਰਕੇ ਹੀ ਸਿਆਣੇ ਆਦਮੀ ਪਾਪ ਛੱਡਦੇ ਨੇ। ਜਾਂ ਸਾਡਾ ਕਹੇ ਤੇ ਕੁਝ ਵਿਗੜਨਾ ਹੀ ਨਹੀਂ ਕਿਸੇ ਦਾ, ਫਿਰ ਅਸੀਂ ਸੋਚਣਾ ਕਿਉਂ ਹੈ ਕਿਸੇ ਦੇ ਵਿਗਾੜਨ ਵਾਸਤੇ? ਉਹਦਾ ਤਾਂ ਵਿਗੜਨਾ ਹੈ ਨਹੀਂ, ਸਾਡਾ ਇਹ ਸੋਚਣਾ ਵੀ ਉਹਦਾ ਵਿਗੜ ਜਾਵੇ ਪਾਪ ਹੋ ਗਿਆ। ਉਹ ਪਾਪ ਨੇ ਨੁਕਸਾਨ ਸਾਡਾ ਜ਼ਰੂਰ ਹੋ ਜਾਣਾ, ਉਹਦਾ ਕੁਝ ਨਹੀਂ ਵਿਗੜਨਾ। ਸਾਡੇ ਪਾਪ ਨੇ ਨੁਕਸਾਨ ਸਾਡਾ ਕਰਨਾ, ਦੂਏ ਦਾ ਕੁਝ ਨਹੀਂ ਕਰਨਾ। ਐਵੇਂ ਭੁਲੇਖਾ ਹੈ ਦੂਏ ਦਾ ਨੁਕਸਾਨ ਕਰਨ ਦਾ। ਕਿਸੇ ਦਾ ਨਹੀਂ ਕੁਛ ਅਸੀਂ ਕਰ ਸਕਦੇ ਨੁਕਸਾਨ, ਨਾ ਭਲਾ ਕਰ ਸਕਦੇ ਹਾਂ। ਹਾਂ ਸੋਚ ਸਕਦੇ ਹਾਂ ਭਲਾ ਜਾਂ ਬੁਰਾ, ਸੋਚ ਤਾਂ ਸਕਦੇ ਹਾਂ ਅਸੀਂ, ਕਰ ਨਹੀਂ ਕੁਛ ਸਕਦੇ। ਜੇ ਕਰ ਸਕਦੇ ਹੋਈਏ ਫਿਰ ਰੱਬ ਨੂੰ ਤਾਂ ਕੋਈ ਸਿਆਣਾ ਹੀ ਨਾ, ਫਿਰ ਉਹਦੀ ਕੀ ਲੋੜ ਹੈ? ਹਾਂਜੀ। ਪਾਪ ਪਰਚਰ ਬਪ ਕੀਨ, ਪਾਪ ਦਾ ਪ੍ਰਚਾਰ, ਪਾਪ ਦਾ ਪ੍ਰਚਾਰ ਜਿਹੜਾ ਹੈਗਾ ਬਿਲਕੁਲ ਐਨ ਹੋ ਰਿਹਾ ਹੈ, ਲਾਊਡ ਸਪੀਕਰਾਂ ਤੇ ਹੋ ਰਿਹਾ ਹੈ। ਜਿਹੜੀ ਅਰਦਾਸ ਵੀ ਹੋ ਰਹੀ ਹੈ ਇਹ ਪਾਪ ਦੀ ਅਰਦਾਸ ਹੋ ਰਹੀ ਹੈ। ਮਨੋਕਾਮਨਾਵਾਂ ਪੂਰੀਆਂ ਦੀ ਜਿਹੜੀ ਕਹਿੰਦੇ ਨੇ ਵੀ ਇੱਥੇ ਮਨੋਕਾਮਨਾ ਪੂਰੀ ਹੁੰਦੀ, ਉੱਥੇ ਹੁੰਦੀ, ਇਹ ਪਾਪ ਹੈ। ਤੇਰੇ ਮਨ ਦੀ ਕਾਮਨਾ ਪੂਰੀ ਹੋਊਗੀ ਜੇ ਇਦਾਂ ਸੱਚ ਹੋਵੇ ਤਾਂ ਮਨ ਤਾਂ ਇਹ ਕਹਿ ਦੂ ਵੀ ਰੱਬ ਨੂੰ ਵੀ ਤੂੰ ਮੈਨੂੰ ਰੱਬ ਬਣਾ ਦੇ, ਤੂੰ ਆ ਜਾ ਇੱਧਰ। ਇਹ ਵੀ ਤਾਂ ਕਾਮਨਾ ਹੋ ਸਕਦੀ ਹੈ। ਕੋਈ ਰਾਜਾ ਕਹੇ ਵੀ ਜੋ ਮਰਜ਼ੀ ਮੰਗ ਲਓ, ਕਹਿੰਦਾ ਮੈਨੂੰ ਰਾਜਾ ਦੇ ਦੇ, ਫਿਰ ਕੀ ਕਹੂਗਾ? ਮੈਂ ਨਹੀਂ ਦਿੰਦਾ। ਜੇ ਮਨੋਕਾਮਨਾ ਪੂਰੀ ਕਰਦਾ ਫਿਰ ਹਰੇਕ ਮਨੋਕਾਮਨਾ ਪੂਰੀ ਕਰੇ। ਇਹ ਦੱਸੇ ਵੀ ਇੰਨੀ ਕੁ ਮਨੋਕਾਮਨਾ ਪੂਰੀ ਹੁੰਦੀ ਹੈ, ਇਹ ਤੋਂ ਵੱਧ ਹੁੰਦੀ ਨਹੀਂ। ਇਹ ਤਾਂ ਕਹਿੰਦੇ ਨਹੀਂ, ਉਹ ਇਹ ਨਹੀਂ ਕਹਿੰਦੇ। ਉਹ ਕਹਿੰਦੇ ਨੇ ਮਨੋਕਾਮਨਾ ਹਰ ਕਾਮਨਾ ਪੂਰੀ ਹੁੰਦੀ ਹੈ। ਉਹ ਤਾਂ ਫਿਰ ਕਹਿ ਦੂ ਤੂੰ ਮੈਨੂੰ ਰਾਜ ਦੇ, ਤੂੰ ਇੱਧਰ ਆ ਜਾ, ਮੇਰੇ ਵਾਲੇ ਤੋਂ ਤੂੰ ਆ ਜਾ। ਸਭ ਝੂਠ ਹੈ। ਝੂਠ ਬੋਲਣਾ ਹੀ ਪਾਪ ਹੈ, ਝੂਠ ਬੋਲਣਾ ਹੀ ਪਾਪ ਹੈ। ਝੂਠ ਤੋਂ ਜੈ ਝੂਠ ਤਾਂ ਪਾਪ, ਜਿਸੇ ਝੂਠ ਹੈ ਤਾਂ ਪਾਪ ਹੈ। ਝੂਠ ਆਖਰ ਬੋਲਦਾ ਕਿਉਂ ਆਦਮੀ? ਕਿਉਂ ਬੋਲਦਾ? ਝੂਠ ਦੇ ਪਿੱਛੇ ਲੋਭ ਹੁੰਦਾ। ਝੂਠ ਲੋਭ ਦੇ ਬਿਨਾਂ ਝੂਠ ਨਹੀਂ ਬੋਲਦਾ। ਜਿੱਥੇ ਉਹਨੂੰ ਫਾਇਦਾ ਹੈ, ਲੋਭ ਹੈ, ਤਾਂ ਝੂਠ ਬੋਲਦਾ। ਤੇ ਲੋਭ ਵੀ ਇੱਕ ਔਗਣ, ਝੂਠ ਵੀ ਔਗਣ ਹੈ, ਲੋਭ ਵੀ ਔਗਣ ਹੈ। ਇਹ ਔਗਣ ਜਦ ਛੱਡਦਾ ਨਹੀਂ, ਇਹੀ ਪਾਪ ਹੈ। ਜਿਹੜਾ ਔਗਣਾਂ ਨੂੰ ਨਹੀਂ ਪ੍ਰੇਮ ਕਰਦਾ ਹੈ, ਔਗਣਾਂ ਨੂੰ ਨਹੀਂ ਤਿਆਗਦਾ, ਉਹ ਪਾਪੀ ਹੈ ਬੰਦਾ ਅਸਲ 'ਚ। ਉਹਨਾਂ ਔਗਣਾਂ ਦਾ ਨੁਕਸਾਨ ਉਸੇ ਨੂੰ ਹੀ ਹੈ, ਦੂਜੇ ਨੂੰ ਕੋਈ ਨਹੀਂ ਨੁਕਸਾਨ ਹੈਗਾ। ਮੇਰੇ ਝੂਠ ਦਾ ਮੈਨੂੰ ਨੁਕਸਾਨ ਹੈ, ਮੇਰੇ ਲੋਭ ਦਾ ਮੈਨੂੰ ਨੁਕਸਾਨ ਹੈ, ਮੇਰੇ ਮੋਹ ਦਾ ਮੈਨੂੰ ਨੁਕਸਾਨ ਹੈ, ਦੂਏ ਨੂੰ ਕੋਈ ਨਹੀਂ ਨੁਕਸਾਨ ਹੈਗਾ। ਗੁਣਾਂ ਦਾ ਫਾਇਦਾ ਹੈ, ਔਗਣਾਂ ਦਾ ਨੁਕਸਾਨ ਹੈ। ਹੁਣ ਗੁਣ ਧਾਰਨ ਕਰਨੇ ਨੇ, ਔਗਣ ਧਾਰਨ ਕਰਨੇ ਨੇ, ਇਹੀ ਗੁਰਬਾਣੀ ਦੱਸਦੀ ਹੈ। ਇਹ ਮਰਜ਼ੀ ਹੈ, ਦੱਸੇ ਸਕਦੀ ਹੈ ਗੁਰਬਾਣੀ। ਗੁਣਾਂ ਦਾ ਟੀਕਾ ਨਹੀਂ ਲਾ ਸਕਦੀ ਕਿਸੇ ਦੇ, ਨਾ ਔਗਣਾਂ ਦਾ ਕੋਈ ਟੀਕਾ ਲਾ ਸਕਦਾ, ਨਾ ਗੁਣਾਂ ਦਾ ਲਾ ਸਕਦਾ। ਇਹ ਜਿਹੜੀਆਂ ਮੱਤਾਂ ਨੇ ਦੂਜੀਆਂ ਭਾਵ ਵਾਲੀਆਂ, ਇਹ ਵੀ ਅਸੀਂ ਮੰਨ ਲੈਂਦੇ ਹਾਂ ਤਾਂ ਟੀਕਾ ਲੱਗਦਾ, ਜੇ ਨਾ ਮੰਨੀਏ
ਜੇ ਬੁਰੀ ਮਤ ਨੂੰ ਕੋਈ ਨਾ ਮੰਨੇ, ਕੋਈ ਬੁਰੀ ਸਲਾਹ ਦਿੰਦਾ ਵੀ ਆਪਾਂ ਬਈ ਬਲੈਕ ਕਰਨ ਲੱਗ ਜਾਂਦੇ ਆ, ਕੋਈ ਬੁਰਾ ਕੰਮ ਚੋਰੀ ਕਰਨ ਲੱਗ ਜਾਂਦੇ ਆ, ਉਹ ਕਹਿੰਦਾ ਮੈਂ ਤਾਂ ਕਰਨੀ ਨਹੀਂ। ਦੇਖੋ ਨਾ, ਉਹਦੇ ਨਹੀਂ ਰੰਗ ਚੜਿਆ, ਚੜੂ ਤਾਂ ਜੋ ਮੰਨੂਗਾ, ਲਾਲਚ ਕਰੂਗਾ। ਕਸੂਰ ਸਾਡਾ ਹੀ ਹੈ ਅਸਲ ਦੇ ਵਿੱਚ, ਚਾਹੇ ਚੰਗੀ ਮਤ ਹੋਵੇ ਚਾਹੇ ਬੁਰੀ ਹੋਵੇ, ਜਿੰਨਾ ਚਿਰ ਅਸੀਂ ਨਹੀਂ ਮੰਨਦੇ ਕੋਈ ਅਸਰ ਨਹੀਂ ਹੁੰਦਾ। ਗਲਤ ਕਿਹੜਾ ਮੰਨਦੇ ਨੇ, ਬਥੇਰੇ ਆਦਮੀ ਨੇ ਗਲਤ ਕੰਮ ਨਹੀਂ ਮੰਨਦੇ, ਗਲਤ ਵੀ ਨਹੀਂ ਮੰਨਦੇ, ਉਹ ਵੀ ਮੰਨਣ ਤੇ ਹੀ ਅਸਰ ਪੈਂਦਾ ਹੈ। ਸਾਰਿਆਂ ਦੇ ਨਹੀਂ ਅਸਰ ਪੈਂਦਾ, ਸਾਰੀ ਦੁਨੀਆ ਨਹੀਂ ਜਾਂਦੀ ਗੁਰਦੁਆਰੇ, ਸਾਰੀ ਦੁਨੀਆ ਨਹੀਂ ਅਰਦਾਸਾਂ ਕਰਾਉਂਦੀ, ਸਾਰੀ ਦੁਨੀਆ ਨਹੀਂ ਅਖੰਡ ਪਾਠ ਕਰਾਉਂਦੀ, ਸਾਰੀ ਦੁਨੀਆ ਨਹੀਂ ਕੁੰਭ ਦੇ ਮੇਲੇ ਤੇ ਜਾਂਦੀ, ਸਾਰੀ ਦੁਨੀਆ ਹੀ ਨਹੀਂ ਸੁੱਖਾਂ ਸੁਖਦੀ। ਬਥੇਰੇ ਸਿਆਣੇ ਆਦਮੀ ਨੇ ਜਿਹੜੇ ਸਮਝਦੇ ਨੇ ਵੀ ਬਕਵਾਸ ਹੈ ਸਾਰਾ। ਅੱਧ ਤੋਂ ਜ਼ਿਆਦਾ ਆਦਮੀ ਨੇ ਇਹ ਜਿਹੇ ਸਿਆਣੇ। ਹਾਂਜੀ, ਪਾਪ ਪਰਚੁਰ ਬਪ ਕੀਨ, ਪਾਪ ਪ੍ਰਚੁਰ ਬਪ, ਹਾਂ ਪਾਪ ਪ੍ਰਚੁਰ ਬਪ ਕੀਨ। ਬਸ ਸਾਰੇ ਸੰਸਾਰ ਦੇ ਉੱਤੇ ਪਾਪ ਦਾ ਪ੍ਰਚਾਰ ਕਰਤਾ। ਉਹ ਪ੍ਰਚਾਰ ਹੀ ਹੈ ਪਾਪ ਦਾ। ਉਹ ਦੇਖੋ ਟੀਵੀ ਤੇ ਹੁੰਦਾ ਸਾਰਾ, ਬੜਾ ਕੁੰਭ ਦਾ ਇਸ਼ਨਾਨ ਹੈ। ਉਹਦੇ ਜੇ ਤੁਸੀਂ ਪੜ੍ਹੋਗੇ ਕੁੰਭ ਤੇ ਕੀ ਕੀ ਮਿਲਦਾ ਹੈ, ਹੈਰਾਨ ਹੋ ਜਾਓਗੇ। ਕੁਛ ਨਹੀਂ, ਲਿਖਣ ਨੂੰ ਬਹੁਤ ਕੁਛ ਹੈ, ਕਹਿਣ ਨੂੰ ਬਹੁਤ ਕੁਛ ਹੈ। ਕੀ ਹੈ? ਸਭ ਪਾਪ ਦਾ ਪ੍ਰਚਾਰ ਹੈ। ਹਾਂ, ਪ੍ਰਚੁਰ ਬਪ ਕੀਨ। ਧਰਮ ਧਰ ਪੰਕਨ ਭਾਜਾ, ਆ ਧਰਮ ਤਾਂ ਪੰਖ ਧਾਰਨ ਕਰਕੇ ਭੱਜ ਗਿਆ। ਧਰਮ ਤਾਂ ਬਿਲਕੁਲ ਭੱਜੇ ਗਿਆ, ਮੈਦਾਨ ਹੀ ਛੱਡ ਗਿਆ ਧਰਮ। ਉੱਥੇ ਜਾ ਕੇ ਕੋਈ ਨਹੀਂ ਕਹਿੰਦਾ ਵੀ ਇਹ ਗੱਲ ਝੂਠ ਹੈ, ਕਹਿੰਦਾ ਕੋਈ, ਫਿਰ ਆਪੇ ਭੱਜ ਗਿਆ। ਮੈਦਾਨ ਉੱਥੇ ਹੈ ਨਾ, ਉੱਥੇ ਜਾ ਕੇ ਕਹੇ, ਉੱਥੇ ਕੋਈ ਨਹੀਂ ਕਹਿੰਦਾ। ਤਾਂ ਕਹਿੰਦੇ ਨੇ ਲੋਕ ਸੱਚ ਬੋਲਣਾ ਜਿਹੜਾ ਖਤਰਨਾਕ ਹੈ, ਉੱਥੇ ਜਾ ਕੇ ਬੋਲੂਗਾ ਮਾਰ ਦੇਣਗੇ। ਉੱਥੇ ਜਾ ਕੇ ਬੋਲੇ ਸੱਚ, ਜਿੱਥੇ ਝੂਠ ਹੈ। ਇਸ ਕਰਕੇ ਕਹਿੰਦੇ ਵੀ ਜਿਹੜਾ ਸੱਚ ਬੋਲਣਾ ਨਾ ਉਹ ਬਹੁਤ ਔਖਾ ਹੈ। ਸੱਚ ਔਖਾ ਬੋਲਣਾ, ਝੂਠ ਦਾ ਕੀ ਹੈ, ਜਿੰਨਾ ਮਰਜ਼ੀ ਬੋਲੀ ਜਾਓ। ਲੋਕ ਮੂੰਹ ਤੇ ਤਾਂ ਕਈ ਵਾਰ ਝੂਠਾ ਵੀ ਨਹੀਂ ਕਹਿੰਦੇ, ਝੂਠੇ ਨੂੰ ਅਗਲਾ ਕਹਿੰਦਾ, ਪਿੱਛੋਂ ਪੈ ਜਾਂਦੇ ਨੇ ਜਾ ਕੇ। ਪਾਪਾ ਕ੍ਰਾਂਤ ਧਰਾ ਭਈ, ਪਾਲਣਾ ਸਖਤ ਠਹਿਰਾਏ। ਪਾਪਾ ਕ੍ਰਾਂਤ ਧਰਾ ਭਈ, ਸਾਰੀ ਧਰਤੀ ਦੇ ਉੱਤੇ ਹੀ ਸਾਰੇ ਲੋਕ ਪਾਪ ਲਈ ਫਿਰਦੇ ਨੇ, ਹਿਰਦਿਆਂ 'ਚ ਆਪਣੇ ਪਾਪ ਦੀ ਉਹ ਕਮਾਈ ਕਰਤ ਕਰਦੇ ਨੇ। ਸੋਚਣ 'ਚ ਲੱਗੇ ਨੇ, ਸਮਝਣ 'ਚ ਕੋਈ ਨਹੀਂ ਲੱਗਿਆ। ਆਤਮ ਚਿੰਤਨ ਤੇ ਕੋਈ ਵੀ ਨਹੀਂ ਲੱਗਿਆ। ਆਪਣੀ ਆਪਣੀ ਮਤ ਮਗਰ, ਆਪਣੀ ਆਪਣੀ ਸੋਚ ਮਗਰ ਸਾਰੇ ਲੱਗੇ ਹੋਏ। ਪਾਪਾ ਕ੍ਰਾਂਤ ਧਰਾ ਭਈ, ਪਾਲਣਾ ਸਖਤ ਪਾਲਣਾ ਸਖਤ। ਇੱਕ ਪਲ ਵਾਸਤੇ ਵੀ ਕਿਸੇ ਦਾ ਮਨ ਨਹੀਂ ਖੜਦਾ। ਮਨ ਖੜਨਾ, ਮਨ ਦਾ ਰੁਕਣਾ ਧਰਮ ਹੈ। ਮਨ ਨੂੰ ਰੋਕਣਾ ਧਰਮ ਹੈ। ਮਨ ਨੂੰ ਖੁੱਲ੍ਹਾ ਛੱਡਣਾ ਪਾਪ ਹੈ। ਪਸ਼ੂ ਰੱਖਦੇ ਆ, ਬੰਨ੍ਹ ਕੇ ਰੱਖਦੇ ਆ, ਜੇ ਖੁੱਲ੍ਹਾ ਛੱਡ ਦਈਏ ਤਾਂ ਲੋਕਾਂ ਦਾ ਨੁਕਸਾਨ ਨਹੀਂ ਕਰਨਗੇ। ਮਨ ਤੁਹਾਡਾ ਬੰਨ੍ਹ ਕੇ ਰੱਖੋ ਇਹਨੂੰ, ਜਾਂ ਨਹੀਂ ਬੰਨ੍ਹਦੇ ਤਾਂ ਲੋਕਾਂ ਦਾ ਨੁਕਸਾਨ। ਜੇ ਕਰਦਾ ਨਹੀਂ ਤਾਂ ਸੋਚਦਾ ਤਾਂ ਹੈ, ਉਹ ਸੋਚਣਾ ਹੀ ਕਰਨਾ ਇਹਦਾ। ਬੰਨਿਆ ਹੋਇਆ ਨਹੀਂ ਇਹ ਸੋਚਦਾ ਹੈਗਾ, ਖੁੱਲ੍ਹਾ ਸੋਚਦਾ। ਕਾਲ ਪੁਰਖ ਕੋ ਧਿਆਨ ਧਰ, ਰੋਵਤ ਭਈ ਬਣਾਏ। ਫਿਰ ਸਾਰੀ ਇਹ ਧਰਤੀ ਕੌਣ ਹੈ ਅਸਲ ਦੇ ਵਿੱਚ? ਧਰਾ, ਜ਼ਮੀਨ ਥੋੜ੍ਹੀ ਰੋਂਦੀ ਹੁੰਦੀ ਹੈ। ਉਹ ਜਿਹੜੇ ਅਜੋ ਜਿਨ੍ਹਾਂ ਨੇ ਅਜੋ ਜਨਮ ਨਹੀਂ ਲਿਆ ਨਾ, ਜਨਮ ਲੈਣਾ ਹੁੰਦਾ, ਉਹ ਧਰਾ ਹੀ ਹੁੰਦੀ ਹੈ ਸਿਰਫ। ਉੱਥੇ ਉਹਨਾਂ ਕੋਲ ਸਰੀਰ ਨਹੀਂ ਹੁੰਦਾ। ਨਿਰਾਕਾਰੀ ਸਰੀਰ ਨੂੰ ਧਰਾ ਕਹਿੰਦੇ ਨੇ, ਧਰਤੀ। ਉਹਦੇ 'ਚ ਨਾਮ ਬੀਜਣਾ ਹੁੰਦਾ। ਜਿੱਥੇ ਨਾਮ ਬੀਜਣਾ ਉਹ ਧਰਾ ਦੀ ਗੱਲ। ਉਹ ਨਾਮ ਦਾ ਬੀਜਣ ਕਿਵੇਂ? ਇੱਥੇ ਮਾਹੌਲ ਹੈ ਨਹੀਂ, ਮੌਸਮ ਹੈ ਨਹੀਂ, ਬਾਰਿਸ਼ ਹੈ ਨਹੀਂ, ਕੋਈ ਬੀਜਣ ਵਾਲਾ ਦੱਸਣ ਵਾਲਾ ਹੈ ਨਹੀਂ। ਬੀਜ ਕਿਤੋਂ ਨਹੀਂ ਮਿਲਣਾ ਨਾਮ ਦਾ। ਉਹ ਨੰਬਰ ਲਾਈਨ 'ਚ ਲੱਗੇ ਹੋਏ ਨੇ ਜਿਹੜੇ, ਉਹ ਰੋਂਦੇ ਨੇ ਵੀ ਹੁਣ ਅਸੀਂ ਕੀ ਕਰੀਏ, ਸਾਡਾ ਨੰਬਰ ਕਦ ਆਊ, ਇੱਥੇ ਤਾਂ ਹੋਰੇ ਕੁਝ ਹੋ ਗਿਆ। ਅਸੀਂ ਚਾਹੁੰਦੇ ਸੀ ਜਨਮ ਲਈਏ, ਇੱਥੇ ਜਨਮ ਕੀ ਲਈਏ ਕਹਾਂ ਜਾ ਕੇ? ਉੱਥੇ ਤਾਂ ਆਦਮੀ ਨੇ ਤਾਂ ਟ੍ਰੇਨ ਜਾਣਾ ਸੀ, ਪਲੇਟਫਾਰਮ ਤੇ ਚਲੇਗਾ, ਕਹਾਂ ਲੱਗਾ ਵੀ ਜਾਮ ਲੱਗਿਆ ਹੋਇਆ ਕਹਾਂ ਦਾ। ਜਿਹੜੀ ਪਹਿਲੀਆਂ ਗੱਡੀਆਂ ਗਈਆਂ ਨੇ ਉਹੀ ਖੜੀਆਂ ਨੇ, ਕਹਾਂ ਦਾ ਲਾਈਨ ਤੋੜਤੀ ਅਗਲਿਆਂ ਨੇ, ਲਾਈਨਾਂ ਹੀ ਚੱਕਤੀਆਂ, ਜਾਣ ਨਹੀਂ ਦਿੰਦੇ।
ਹੁਣ ਉਹ ਤਾਂ ਪਲੇਟਫਾਰਮ ਤੇ ਖੜੇ ਨੇ, ਉਹ ਕੀ ਕਰਨ ਵਿਚਾਰੇ? ਨਾ ਉਧਰ ਜੋਗੇ ਰਹੇ ਨਾ ਉਧਰ ਜੋਗੇ ਰਹੇ, ਉਹ ਤਾਂ ਪਲੇਟਫਾਰਮ ਤੇ ਬੈਠੇ ਨੇ। ਟ੍ਰੇਨ ਜਾ ਨਹੀਂ ਰਹੀ ਗਾਂ ਲਾਈਨ, ਜੇ ਚਲੇ ਵੀ ਗਏ ਉੱਥੇ ਗਾਂ ਨਹੀਂ ਜਾ ਸਕਦੇ। ਉਹਦੇ ਨਾਲ ਤਾਂ ਉੱਥੇ ਉਹ ਚਿੰਤਾ ਹੋ ਗਈ ਉਹਨਾਂ ਨੂੰ, ਜਿਨ੍ਹਾਂ ਨੂੰ ਇਹ ਸੀ ਵੀ ਚਲੋ ਹੁਣ ਸਾਡੀ ਨੰਬਰ ਆਇਆ ਅਸੀਂ ਆਪਣਾ ਜਾ ਕੇ, ਉਹ ਆਦਮੀ ਉਹਨਾਂ ਦੀ ਉਹੀ ਪਰੇਸ਼ਾਨ ਨੇ ਜ਼ਿਆਦਾ। ਅਸਲ ਦੇ ਵਿੱਚ ਜਨਮ ਤੋਂ ਤਾਂ ਪਹਿਲਾਂ ਸਾਰੇ ਇਹੀ ਕਹਿੰਦੇ ਹੁੰਦੇ ਨੇ ਵੀ ਐਤਕੀ ਤਾਂ ਅਸੀਂ ਕੰਮ ਜਿੱਤ ਕੇ ਹੀ ਆਉਣੀ ਆ ਬਾਜੀ। ਜਦ ਨੰਬਰ ਆਉਂਦਾ ਨਾ ਉਹ ਤਾਂ ਕਹਿੰਦਾ ਸੈਂਕੜਾ ਮਾਰ ਕੇ ਆਊਂਗਾ ਬੱਲੇ ਤੇ, ਐਤਕੀ ਚਾਹੇ ਪਹਿਲੀ ਗੇਂਦ ਤੇ ਆਊਟ ਹੋ ਜਾਵੇ। ਪਹਿਲੀ ਗੇਂਦ ਤੇ ਆਊਟ ਹੋਣ ਥੋੜ੍ਹੀ ਆਉਂਦਾ ਕੋਈ। ਉਹ ਤਾਂ ਕਹਿੰਦਾ ਵੀ ਹੁਣ ਮੈਂ ਜਾਂ ਚਲਿਆ ਜਾਣਾ, ਮੈਂ ਤਾਂ ਆਊਟ ਹੋਣਾ ਹੀ ਨਹੀਂ, ਮੈਂ ਤਾਂ ਜਿੱਤ ਕੇ ਆਊਂਗਾ। ਹੁਣ ਬਾਅਦ ਦੇ ਵਿੱਚ ਇੱਥੇ ਆ ਕੇ ਜੋ ਹੁੰਦਾ ਉੱਥੋਂ ਥੋੜ੍ਹੀ ਕੋਈ ਮੰਨ ਕੇ ਆਉਂਦਾ ਵੀ ਮੈਂ ਹਾਰ ਕੇ ਆਊਂਗਾ। ਸਾਰੇ ਜਿੱਤਣ ਵਾਲੇ ਹੀ ਆਉਂਦੇ ਹੁੰਦੇ ਨੇ। ਕੋਈ ਗਾਹਾਂ ਜਿਨ੍ਹਾਂ ਨੇ ਜਨਮ ਲੈਣਾ ਨਾ, ਉਹ ਉਹਨਾਂ ਨੂੰ ਸਮਝਿਆ ਵੀ ਇੱਥੇ ਕੀ ਹੋ ਰਿਹਾ ਹੈ, ਇਹ ਗਲਤ ਹੋ ਰਿਹਾ ਹੈ। ਇਹਨਾਂ ਨੂੰ ਨਹੀਂ ਪਤਾ ਗਲਤ ਹੋ ਰਿਹਾ ਹੈ। ਸੁਪਨੇ ਵਾਲੇ ਨੂੰ ਨਹੀਂ ਪਤਾ ਹੁੰਦਾ ਮੈਂ ਕੀ ਦੇਖਦਾ, ਦੁਨੀਆ ਅਸਲੀ ਕੀ ਹੈ। ਜਿਹੜਾ ਸੁਪਨਾ ਨਹੀਂ ਦੇਖਦਾ ਉਹਨੂੰ ਅਸਲੀ ਦੁਨੀਆ, ਜਾਗਦੇ ਨੂੰ ਪਤਾ ਹੁੰਦਾ ਅਸਲੀ ਦੁਨੀਆ ਕੀ ਹੈ। ਸੁਪਨੇ ਵਾਲੇ ਨੂੰ ਕੀ, ਸੁਪਨੇ ਵਾਲੇ ਦੀ ਆਪਣੀ ਦੁਨੀਆ ਹੋਰ ਹੁੰਦੀ ਹੈ। ਸੁਪਨੇ ਵਾਲੀ ਤਾਂ ਆਪਣੀ ਦੁਨੀਆ ਹੁੰਦੀ ਹੈ, ਅਲੱਗ ਕਿਸਮ ਦੀ ਦੁਨੀਆ ਹੁੰਦੀ ਉਹਦੀ। ਸਾਡੀ ਅਲੱਗ ਕਿਸਮ ਦੀ ਦੁਨੀਆ ਸੁਪਨੇ ਵਾਲਿਆਂ ਦੀ। ਸਾਨੂੰ ਨਹੀਂ ਪਤਾ ਕੋਈ ਸੱਚ ਕੀ ਹੈ। ਸੱਚ ਤਾਂ ਕਿਸੇ ਬਿਰਲੇ ਨੂੰ ਪਤਾ ਲੱਗਦਾ ਕੀ ਹੈ, ਬਸ ਉਹ ਇਕੱਲਾ ਹੀ ਰਹਿ ਜਾਂਦਾ। ਫਿਰ ਇਹ 2 4 10 ਜਿਹੇ ਵੀ ਉਹੋ ਜਿਹੇ ਮਿਲਦੇ ਨੇ ਉਹਨੂੰ ਕਿਤੇ ਟਾਮੇ, ਬਾਕੀ ਇਕੱਲਾ ਹੀ ਹੁੰਦਾ। ਨਹੀਂ, ਉਹ ਕੱਟੇ ਬੰਦੇ ਹੁੰਦੇ ਨੇ ਉਹਦੀ ਗੱਲ ਸੁਣਨ ਵਾਲੇ ਵੀ, ਬਹੁਤੇ ਨਹੀਂ ਹੁੰਦੇ। ਜੇ ਉਹ ਬਹੁਤੇ ਜਿਹੜਾ ਧਰਮ ਜਿਹੜਾ ਫਿਰਦਾ ਨਾ ਵੀ ਸਾਰਿਆਂ ਨੂੰ ਅਸੀਂ ਧਰਮ ਮੈਂ ਬਣਾ ਦੂੰ, ਅਸਲ 'ਚ ਉਹਦੇ ਕੋਲ ਖੋਟਾ ਧਰਮ ਹੈ, ਤਾਂ ਬਣਾ ਦੂੰ ਸਾਰਿਆਂ ਨੂੰ। ਖੋਟੇ ਦਾ ਸਾਰੇ ਨਾ, ਖੋਟਾ ਦਾ ਉਪਦੇਸ਼ ਜੋ ਉਹ ਜ਼ਿਆਦਾ ਲੱਗ ਜਾਂਦੇ ਨੇ ਉੱਧਰ, ਉਹਦੇ ਨਾਲ ਜ਼ਿਆਦਾ ਲੱਗ ਜਾਂਦੇ ਨੇ। ਕਾਲ ਪੁਰਖ ਕੋ ਧਿਆਨ ਧਰ ਰੋਬਤ ਭਈ ਬਣਾਏ। ਹੁਣ ਸਾਰੇ ਕਾਲ ਪੁਰਖ ਦਾ ਧਿਆਨ ਕਰਦੇ ਨੇ ਵੀ ਅਸੀਂ ਤਾਂ ਸਟੇਸ਼ਨ ਤੇ ਖੜੇ ਹਾਂ। ਹੁਣ ਉਹਨਾਂ ਦਾ ਮਹਿਕਮੇ ਵਾਲਿਆਂ ਨੂੰ ਕਹਿਣਾ ਵੀ ਟ੍ਰੇਨਾਂ ਨਹੀਂ ਜਾਂਦੀਆਂ, ਰਾਹ ਖੋਲੋ। ਜਾਮ ਲੱਗ ਗਿਆ, ਅੱਗੇ ਤਾਂ ਜਾਮ ਲੱਗਿਆ ਪਿਆ, ਰਾਹ ਬੰਦ ਕਰਤਾ ਉਹਨਾਂ ਨੇ। ਧਰਮ ਦਾ ਰਾਹ ਬੰਦ ਕਰਤਾ, ਅੱਗੇ ਜਾ ਹੀ ਨਹੀਂ ਰਿਹਾ ਕੋਈ। ਰਾਹ ਬੰਦ ਹੈ, ਇੱਥੇ ਤਾਂ ਰਸਤਾ ਬੰਦ ਹੈ, ਕੋਈ ਉਪਦੇਸ਼ ਕਰਨ ਵਾਲਾ ਹੀ ਨਹੀਂ। ਜਿਨ੍ਹਾਂ ਨੇ ਜਨਮ ਲੈਣਾ ਉਹ ਰੋਂਦੇ ਨੇ ਵੀ ਰਾਹ ਖੋਲੋ ਇਹਨੂੰ, ਕੋਈ ਤਾਂ ਜਾਵੇ। ਇਹ ਤਾਂ ਸਾਰੇ ਹੀ ਇਹਨਾਂ ਦਾ ਰਾਹ ਬੰਦ ਕਰਤਾ। ਰੋਬਤ ਭਈ ਬਣਾਏ, ਹਾਂ, ਬਣਾ ਕੇ ਉਹ ਆਪਣੇ ਤਰ੍ਹਾਂ ਆਪਣਾ ਦੁੱਖ ਦੱਸਿਆ ਵੀ ਇਹ ਕੀ ਹੋਇਆ। ਪਰਮੇਸ਼ਰ ਨੂੰ ਕਿਹਾ ਵੀ ਤੁਸੀਂ ਕੋਈ ਇੰਤਜ਼ਾਮ ਕਰੋ ਇਹਦਾ, ਵੀ ਮਹਿਕਮੇ ਨੂੰ ਕਹਿਣਾ ਇੰਤਜ਼ਾਮ ਕਰੋ, ਸਰਕਾਰ ਨੂੰ ਕਹਿਣਾ ਇੰਤਜ਼ਾਮ ਕਰੋ, ਰਾਹ ਖੋਲੋ, ਜਾਮ ਲੱਗਿਆ ਹੋਇਆ। ਪਾਪ ਭਾਰਨ ਭਰ ਧਰਨੀ। ਹਾਂ, ਧਰਨੀ ਤੇ ਪਾਪ ਵਧਿਆ ਹੈ। ਮਹਾਪੁਰਖ ਕੇ ਤੀਰ ਬਹੁ ਵਿਧੀ ਜਾਤ ਨ ਵਰਨੀ। ਪਾਪ ਵਧਿਆ ਹੋਇਆ ਦੁਨੀਆ ਦੇ ਉੱਤੇ। ਉਹਨੇ ਜਾ ਕੇ ਰੋਏ ਵੀ ਇੱਥੇ ਤਾਂ ਪਾਪ, ਇੱਥੋਂ ਤਾਂ ਅਸੀਂ ਇੱਥੇ ਹੀ ਚੰਗੇ ਹਾਂ, ਫਿਰ ਘਰੇ ਚੰਗੇ ਹਾਂ। ਟਿਕਟਾਂ ਬੁੱਕ ਕਰਾਈਆਂ ਹੋਈਆਂ ਨੇ ਸਾਡੀਆਂ, ਗੱਡੀਆਂ ਬੰਦ ਨੇ, ਰਾਹ ਦੇ ਵਿੱਚ ਖੱਜਲ ਹੋਣ ਵਾਲੀ ਗੱਲ ਹੈ। ਸਾਡਾ ਪੁਰਖ ਕੇ ਤੀਰ, ਮਾਂ ਉੱਥੇ ਪਰਮੇਸ਼ਰ ਦੇ ਕੋਲ ਜਾ ਕੇ ਉਹਨਾਂ ਨੇ ਫਰਿਆਦ ਕੀਤੀ ਵੀ ਬਹੁਤ ਜਾਤ ਨਾ ਵਰਨੀ। ਬਹੁਤ ਵਿਧ ਤਰੀਕੇ ਨਾਲ ਆਪਣਾ ਰੋਣਾ ਰੋਇਆ ਵੀ ਇੰਨਾ ਚਿਰ ਹੋ ਗਿਆ ਸਾਨੂੰ ਤਾਂ ਵੇਟਿੰਗ ਲਿਸਟ ਵਿੱਚ। ਪਹਿਲਾਂ ਤਾਂ ਸਾਨੂੰ ਟਿਕਟਾਂ ਹੀ ਬਹੁਤ ਲੇਟ ਮਿਲੀਆਂ, ਕਹਿੰਦੇ ਸੀਟਾਂ ਹੀ ਨਹੀਂ ਹੈ, ਪਹਿਲਾਂ ਬੁਕਿੰਗ ਹੈ। ਜਦ ਸਾਡਾ ਨੰਬਰ ਆਇਆ ਗਾਹਾਂ ਜਾਮ ਲੱਗਿਆ ਪਿਆ, ਜਦ ਨੰਬਰ ਆਇਆ ਗਾਹਾਂ ਗੱਡੀਆਂ ਨਹੀਂ ਜਾਂਦੀਆਂ ਤੁਸੀਂ ਕਹਿੰਦੇ ਹੋ। ਤੇ ਸਾਡਾ ਕੁਝ ਹੀਲਾ ਕਰੋ, ਸਾਡਾ ਕੀ ਬਣੂ। ਸੂਰਠਾ ਛੰਦ ਕਰਕੇ ਪ੍ਰਥਮ ਸਮੋਦ ਬਹੁਰ ਵਿਦਾ ਪ੍ਰਿਥਵੀ ਕਰੀ। ਉਹਨਾਂ ਨੂੰ ਸਮਝੂ ਕੇ ਨਾ ਸਾਰਿਆਂ ਨੂੰ ਤਸੱਲੀ ਦਿੱਤੀ ਪਰਮੇਸ਼ਰ ਨੇ ਬਿਠਾ ਕੇ, ਕੋਈ ਨਹੀਂ ਤੁਸੀਂ ਲੈ ਲਓ ਜਨਮ ਜਾ ਕੇ, ਅਸੀਂ ਕਰਾਂਗੇ ਇੰਤਜ਼ਾਮ। ਬਹੁਰ ਵਿਦਾ ਪ੍ਰਿਥਵੀ ਕਰੀ। ਹਾਂ, ਤੁਸੀਂ ਬਹਿ ਜਾਓ ਸੀਟਾਂ ਤੇ ਆਪਣੀਆਂ ਤੇ,
ਗੱਡੀ ਚੱਲੂਗੀ ਰਾਈਟ ਟਾਈਮ ਤੇ ਹੀ, ਕੋਈ ਨਹੀਂ, ਕਰ ਲਾਂਗੇ ਇੰਤਜ਼ਾਮ, ਚਲੋ ਤੁਸੀਂ, ਅਸੀਂ ਆਉਂਦੇ ਹਾਂ, ਪਿੱਛੇ ਪੁਲਿਸ ਭੇਜ ਦਿੰਦੇ ਹਾਂ, ਡਾਂਗ ਵਾਲੇ ਭੇਜ ਦਿੰਦੇ ਹਾਂ, ਫਿਰ ਰਾਹ ਖੋਲ ਦੇਣਗੇ ਆਪੇ। ਮੂਹਰੇ ਤਾਂ ਫਿਰ ਡਾਂਗ ਵਾਲੇ ਹੀ ਭੇਜਦੀ ਹੈ, ਫਿਰ ਸਰਕਾਰ ਹੋਰ ਕੌਣ ਭੇਜਦੀ ਹੈ। ਫਿਰ ਕਬੀਰ ਆ ਜਾਂਦਾ ਨਾ, ਕਹਿੰਦਾ ਸੰਤਾਂ ਮਾਨੂੰ ਦੂਤਾਂ ਡਾਨੂੰ ਇਹ ਕੁਟਵਾਰੀ ਮੇਰੀ, ਫਿਰ ਡਾਂਗ ਵਾਲੇ ਆ ਜਾਂਦੇ ਨੇ, ਉੱਥੋਂ ਹਥਿਆਰਬੰਦ ਭੇਜ ਦਿੰਦੇ ਨੇ। ਉਹ ਜਿਹੜੇ ਤ੍ਰਿਸ਼ਨਾ ਦੇ ਤੀਰ ਵਾਲੇ ਨੇ ਨਾ, ਕਬੁੱਧ ਦੀ ਕਮਾਨ, ਉਹਨਾਂ ਨੇ ਕਬੁੱਧ ਦੀ ਕਮਾਨ ਚੜਾਈ ਹੋਈ ਹੈ, ਤ੍ਰਿਸ਼ਨਾ ਦੇ ਤੀਰ ਨੇ, ਉਹ ਚਲਾਉਂਦੇ ਨੇ। ਉਧਰ ਉਹਨਾਂ ਦੇ ਆਪਣੇ ਕਲਕਾਤੀ ਰਾਜੇ ਕਸਾਈ, ਜਿਹੜੇ ਸਾਰੇ ਕਸਾਈ ਹੋਏ ਨੇ, ਜਿਹੜੇ ਆਗੂ ਨੇ, ਆਗੂ ਰਾਜਾ ਆਗੂ ਹੁੰਦਾ, ਚਾਹੇ ਧਾਰਮਿਕ ਹੋਵੇ ਚਾਹੇ ਦੂਆ ਹੋਵੇ। ਕਲਪਨਾ ਦੀ ਤਲਵਾਰ ਹੈ, ਰਾਜੇ ਕਸਾਈ ਬਣੇ ਹੋਏ ਨੇ, ਆਪਣੀ ਮਰਜ਼ੀ ਕਰਦੇ ਨੇ, ਲੋਕਾਂ ਨੂੰ ਕਹਿੰਦੇ ਨੇ ਆਪਣੀ ਮਰਜ਼ੀ ਕਰੋ। ਇੱਧਰੋਂ ਫਿਰ ਧਨਕ ਚੜਾਇਆ ਸੱਤ ਕਾ ਜਸੰਦਾ, ਉਹ ਭੇਜ ਦਿੰਦਾ, ਉਹ ਦੂਈ ਫੌਜ ਭੇਜਦਾ। ਉਹ ਕਹਿੰਦਾ ਮੈਂ ਭੇਜ ਦਿੰਦਾ, ਦੋ ਚਾਰੇ ਬਹੁਤ ਨੇ ਇਹਨਾਂ ਵਾਸਤੇ, ਬਹੁਤਿਆਂ ਦੀ ਲੋੜ ਨਹੀਂ। ਪੁਲਿਸ ਨਹੀਂ ਓਨੀ ਹੁੰਦੀ ਜਿੰਨੀ ਭੀੜ ਹੁੰਦੀ ਹੈ, ਪੁਲਿਸ ਥੋੜ੍ਹੀ ਉਹ ਭੇਜਦਾ ਹੁੰਦਾ ਸਰਕਾਰ। ਪੁਲਿਸ ਨੂੰ ਹਥਿਆਰ ਹੈ, ਪੁਲਿਸ ਗੋਲੀ ਵਿੱਚ, ਉਹਨਾਂ ਪੁਲਿਸ ਵਾਲੇ ਹਥਿਆਰ ਉਹਨਾਂ ਕੋਲ ਤਾਂ ਹੁੰਦੇ ਹੀ ਨਹੀਂ। ਪੁਲਿਸ ਵਾਲੇ ਹਥਿਆਰ, ਸਰਕਾਰ ਵਾਲੇ ਹਥਿਆਰ ਇਹਨਾਂ ਕੋਲ ਥੋੜ੍ਹੀ ਹੁੰਦੇ ਨੇ, ਇਹਦਾ ਇੱਟਾਂ ਵੱਟੇ ਹੀ ਹੁੰਦੇ ਨੇ, ਇਹਨਾਂ ਕੋਲ ਹੋਰ ਕੁਛ ਨਹੀਂ ਹੁੰਦਾ। ਹਾਂਜੀ, ਮਹਾਂਪੁਰਖ ਬਿਨ ਰੋਗ ਭਾਰ ਹਰਨ ਬਸਦਾ ਨਿਮਿਤ। ਹਾਂ ਮਹਾਂਪੁਰਖ ਨੇ ਬਿਨ ਰੋਗ, ਹਾਂ ਬਿਨ ਰੋਗ ਭਾਰ ਹਰਨ ਹਰਨ ਬਸਦਾ ਨਿਮਿਤ, ਬਸਦਾ ਦੇ ਉੱਤੋਂ ਰੋਗ ਨੂੰ ਖਤਮ ਕਰਨ ਵਾਸਤੇ, ਨਿਰੋਗ ਕਰਨ ਵਾਸਤੇ ਸਾਰੀ ਸੰਸਾਰ ਨੂੰ, ਉਹਨਾਂ ਨੂੰ ਤਸੱਲੀ ਦੇ ਕੇ ਤੋਰਿਆ ਵੀ ਅਸੀਂ ਸਾਰੇ ਡਾਕਟਰ ਭੇਜ ਦਿੰਦੇ ਹਾਂ। ਹੁਣ ਮੇਰਾ ਵੈਦ ਗੁਰੂ ਗੋਬਿੰਦਾ, ਇਹ ਸਾਰੇ ਭੇਜ ਦਿੰਦੇ ਹਾਂ, ਕਰਦੇ ਹਾਂ ਇੰਤਜ਼ਾਮ, ਤੁਸੀਂ ਬੈਠੋ, ਕੋਈ ਨਹੀਂ, ਚਲੋ ਤੁਸੀਂ। ਕੁੰਡਰੀਆ ਛੰਦ ਦੀਨਨ ਕੀ ਰੱਛਾ ਨਿਮਿਤ ਕਰ ਹੈ ਆਪ ਉਪਾਏ। ਉਹ ਜਿਹੜੇ ਦੀਨ ਸੀ, ਜਿਨ੍ਹਾਂ ਨੇ ਜਾ ਕੇ ਆਪਣਾ ਰੋਣਾ ਰੋਇਆ ਵੀ ਅਸੀਂ ਜਨਮ ਲੈਣਾ ਸੀ, ਸਾਡਾ ਨੰਬਰ ਹੈ, ਉਹਨਾਂ ਦੀ ਰੱਛਾ ਨਿਮਿਤ ਕਰ ਹੈ ਆਪ ਉਪਾਏ। ਪਰਮੇਸ਼ਰ ਫਿਰ ਆਪ ਉਪਾਏ ਕਰਦਾ, ਜਿਹਨਾਂ ਨੂੰ ਲੋੜ ਹੁੰਦੀ ਹੈ ਸੱਚ ਦੀ। ਜਿਹੜੇ ਟੋੜਦੇ ਨੇ ਇੱਥੇ ਵੀ ਹੁੰਦੇ ਨੇ ਵੀ ਕੀ ਕਰਿਆ ਜਾਵੇ, ਕਿੱਥੋਂ ਮਿਲੇ ਸੱਚ, ਇਹ ਕੀ ਹੋ ਰਿਹਾ, ਪੱਧਰ ਹੋ ਰਹੇ ਨੇ, ਕੀ ਬਣੂਗਾ ਦੁਨੀਆ ਦਾ, ਕੀ ਬਣੂਗਾ, ਕਿੱਧਰ ਨੂੰ ਜਾ ਰਹੀ ਹੈ ਦੁਨੀਆ। ਧਾਰਮਿਕ ਆਦਮੀ ਉਰੇ ਵੀ ਹੁੰਦੇ ਨੇ, ਉਹ ਵੀ ਇਹੀ ਕਰਦੇ ਨੇ, ਆਪਣੀ ਅਰਦਾਸ ਕਰਦੇ ਰਹਿੰਦੇ ਨੇ, ਪਰਮੇਸ਼ਰ ਅੱਗੇ ਹੀ ਆ ਵੀ ਹੁਣ ਤੋਂ ਹੀ ਕਰੂਗਾ। ਹੁਣ ਪਤਾ ਹੁੰਦਾ ਵੀ ਕੋਈ ਨਾ ਕੋਈ ਕਰੂਗਾ ਜ਼ਰੂਰ, ਅੱਗੇ ਹੁੰਦੇ ਹੀ ਆਏ ਨੇ, ਕਹਿੰਦੇ ਵੀ ਰਹਿੰਦੇ ਨੇ ਵੀ ਹੁਣ ਕੁਛ ਜਿਹੜਾ ਵੱਧ ਹੀ ਜਾਂਦਾ ਪਾਪ, ਇਹਦਾ ਹੁਣ ਅੰਤ ਹੋਣੇ ਵਾਲਾ, ਪਾਪ ਦਾ ਘੜਾ ਭਰ ਗਿਆ, ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ। ਫਿਰ ਪਰਮ ਪੁਰਖ ਪਾਵਨ ਸਦਾ, ਜਿਹੜਾ ਸਦਾ ਪਾਵਨ ਰਹਿਣ ਵਾਲਾ ਪਰਮ ਪੁਰਖ ਹੈ, ਆਪ ਹੁੰਦਾ ਫਿਰ ਪ੍ਰਗਟ ਆ ਕੇ, ਫਿਰ ਉਹ ਸਪੈਸ਼ਲ ਕੁਛ ਇੰਤਜ਼ਾਮ ਕਰਦਾ, ਆਪ ਪ੍ਰਗਟ ਹੈ ਆਏ। ਉਹ ਫਿਰ ਸਪੈਸ਼ਲ ਆਦਮੀਆਂ ਦੀ ਡਿਊਟੀ ਲਾਉਂਦਾ ਵੀ ਤੁਸੀਂ ਚੱਲੋ ਬਈ ਹੁਣ। ਆਪ ਪ੍ਰਗਟ ਹੈ ਆਏ ਦੀਨ ਰੱਛਾ ਕੇ ਕਾਰਨ। ਦੀਨਾਂ ਦੀ ਰੱਖਿਆ ਕਰਨ ਆਪ ਪ੍ਰਗਟ ਹੁੰਦਾ। ਲੋਕਾਂ ਦਾ ਜਿਹੜਾ ਫਿਊਚਰ, ਲੋਕਾਂ ਦਾ ਜੀਵਨ ਜਿਹੜੇ ਖਰਾਬ ਹੋ ਰਹੇ ਨੇ, ਇਹ ਕਰ ਰਹੇ ਨੇ ਪੇਸ਼ਾਵਰ ਆਦਮੀ, ਉਹਨਾਂ ਤੋਂ ਲੋਕਾਂ ਨੂੰ ਛਡਾਉਣ ਵਾਸਤੇ ਉਹਨਾਂ ਦੇ ਜਿਹੜੇ ਨੇ ਨਾ, ਉਹ ਫਿਰ ਸਖਤ ਵੀ ਕਰਦੇ ਨੇ। ਜੇ ਕੋਈ ਉਹਨਾਂ ਦੇ ਖਿਲਾਫ ਬੋਲਦਾ ਹੈ, ਸਖਤੀ ਵੀ ਕਰਦੇ ਨੇ, ਉਹਦੇ ਨਾਲ ਮਾਰਦੇ ਵੀ ਰਹੇ ਨੇ। ਧਰਮ ਦੇ ਨਾਂ ਤੇ ਬੜੇ ਬੜੇ ਪੱਧਰ ਕਤਲ ਹੁੰਦੇ ਰਹੇ ਨੇ, ਕਿੰਨੇ ਬੰਦੇ ਕਤਲ ਹੋਏ ਹੋਏ ਨੇ ਧਰਮ ਦੇ ਨਾਂ ਤੇ। ਈਸਾ ਨੂੰ ਨਹੀਂ ਸੂਲੀ ਤੇ ਚੜਾਇਆ, ਇਹ ਏਦਾਂ ਹੀ ਹੁੰਦਾ ਰਹਿੰਦਾ। ਉਹ ਨਹੀਂ ਚਾਹੁੰਦੇ ਵੀ ਇਹ ਸਾਡਾ ਜਿਹੜਾ ਹੈ ਹੁਣ ਰਾਜ ਜੋ ਸਾਡਾ ਚੱਲਦਾ ਸਿਸਟਮ, ਇਹ 'ਚ ਕੋਈ ਆ ਕੇ ਵਿਘਨ ਪਾਵੇ ਤੇ ਖਿਲਾਫ ਬੋਲੇ। ਉਹ ਤਾਂ ਅਕਾਲ ਤਖਤ ਤੇ ਸੱਦ ਲੈਂਦੇ ਸੀ, ਉਹ ਤਾਂ ਹੁਣ ਉਹਨਾਂ ਨੂੰ ਲੋਕ ਬਾਗੀ ਹੋ ਗਏ ਨਾ, ਤੇ ਇਹਨਾਂ ਨੇ ਚੰਗਾ ਮਜ਼ਾਕ ਬਣਾਇਆ। ਇਹ ਹੁੰਦੇ ਕੌਣ ਨੇ? ਸਾਰੀ ਗੁਰਬਾਣੀ ਕੀ ਕਹਿੰਦੇ, ਤੁਸੀਂ ਕੀ ਕਰਦੇ ਹੋ? ਮਲੰਗ ਇਕੱਠੇ ਹੋ ਗਏ ਉੱਥੇ, ਤੁਸੀਂ ਬੰਦੇ ਹੀ ਹੋ।
ਆਖਰ ਗੁਰਬਾਣੀ ਦੇ ਤਹਿਤ ਫੈਸਲਾ ਕੌਣ ਹੁੰਦਾ ਜੱਜ ਜਿਹੜਾ ਸੰਵਿਧਾਨ ਤੇ ਕਾਨੂੰਨ ਦੇ ਖਿਲਾਫ ਜਾ ਕੇ ਫੈਸਲਾ ਕਰੇ? ਜੱਜ ਕਾਹਦਾ ਰਹਿ ਗਿਆ? ਜਿਹੜਾ ਖੁਦੇ ਕਾਨੂੰਨ ਨਹੀਂ ਮੰਨਦਾ ਜੱਜ ਕਾਹਦਾ? ਉਹਨੂੰ ਅਦਾਲਤ ਨੂੰ ਮੰਨੂ ਕੌਣ? ਜਿਹੜਾ ਖੁਦ ਕਾਨੂੰਨ ਦੇ ਖਿਲਾਫ ਜਾਂਦਾ ਉਹ ਜੱਜ ਨੂੰ ਅਦਾਲਤ ਨੂੰ ਮੰਨੂ ਕੌਣ? ਨਹੀਂ ਮੰਨਦਾ ਕੋਈ ਆਦਮੀ। ਉਹਨੂੰ ਗ੍ਰਿਫਤਾਰ ਕਰ ਲੈਣਗੇ ਜਾ ਕੇ ਪਬਲਿਕ ਵਿਗੜ ਕੇ। ਜੱਜ ਕੋ ਕਿਤੇ ਜ਼ਿਆਦਾ ਇਕੱਲਾ ਹੀ ਹੁੰਦਾ ਉਹ। ਪੁਲਿਸ ਹੈ, ਪੁਲਿਸ ਨਹੀਂ ਕਾਨੂੰਨ ਮੰਨਦੀ, ਦੂਏ ਕਾਹਦੇ ਮੰਨਣ? ਉਹ ਸਾਰੇ ਜੱਜ ਹਟਾਤੇ ਤੇ ਪਾਕਿਸਤਾਨ ਦੇ ਵਿੱਚ ਕਿੰਨੇ ਹਟਾਤੇ ਸੀ? ਖੈਰ ਉਹਨੇ ਤਾਂ ਗਲਤ ਹਟਾਏ ਸੀ, ਪਰ ਹਟਾਏ ਨਹੀਂ ਜਾ ਸਕਦੇ। ਕੀ ਨਹੀਂ ਕੀਤਾ ਜਾ ਸਕਦਾ ਜੇ ਕੋਈ ਗਲਤ ਚੱਲੇ? ਪਰ ਜੇ ਠੀਕ ਚੱਲੇ ਉਹ ਤਾਂ ਇੰਨਾ ਹਟਾਇਆ ਜਾ ਸਕਦਾ। ਆਖਰ ਜੇ ਜੱਜ ਕੋ ਪਾਵਰ ਹੈ ਉਹਦੀ ਡਿਊਟੀ ਵੀ ਹੈ ਕਾਨੂੰਨ 'ਚ ਚੱਲਣਾ। ਕਹਿਣ ਦਾ ਮਤਲਬ ਇਹ ਹੈ ਜੋ ਖੁਦੇ ਨਹੀਂ ਕਾਨੂੰਨ ਦੇ ਵਿੱਚ ਚੱਲਦਾ, ਖੁਦੇ ਧਰਮ ਦੇ ਕੰਮ ਤੇ ਨਹੀਂ ਚੱਲਦਾ, ਤੇ ਉਹ ਧਰਮ ਰਹਿ ਕਿੱਥੇ ਗਿਆ? ਉਹ ਤਾਂ ਅਪਰਾਧੀ ਹੋ ਗਿਆ। ਫਿਰ ਅਪਰਾਧੀ ਦਾ ਤਾਂ ਅਪਰਾਧੀ ਦਾ ਤਾਂ ਹਾਲ ਅਪਰਾਧੀਆਂ ਵਾਲਾ ਹੀ ਹੁੰਦਾ ਹੈ। ਅਪਰਾਧੀ ਨਾਲ ਵਰਤਾਓ ਵੀ ਅਪਰਾਧੀਆਂ ਵਾਲਾ ਹੀ ਹੁੰਦਾ ਹੈ। ਉਹ ਕਰਨਾ ਵੀ ਚਾਹੀਦਾ, ਇੱਥੇ ਵੀ ਉੱਥੇ ਵੀ। ਗਾਹਾਂ ਤਾਂ ਹੋਣਾ ਹੀ ਹੋਣਾ, ਇੱਥੇ ਵੀ ਹੋ ਜਾਂਦਾ ਹੈ ਵਰਤਾਓ। ਅਵਤਾਰ ਈਸ਼ ਅਵਤਾਰ ਧਰਾ ਕੇ ਭਾਰ ਉਚਾਰਨ। ਤਰਾ ਈਸ਼ ਅਵਤਾਰ ਤਰਾ ਕੇ ਭਾਰ ਉਤਾਰਨ। ਈਸ਼ ਨੇ ਫਿਰ ਆਪ ਅਵਤਾਰ ਧਾਰਿਆ, ਆਪ ਜਨਮ ਲਿਆ ਧਰਤੀ ਦਾ ਭਾਰ ਉਤਾਰਨ ਵਾਸਤੇ। ਭਾਰ ਕਾਹਦਾ ਹੁੰਦਾ? ਭਾਰ ਝੂਠ ਦਾ, ਪਾਪ ਦਾ, ਹੋਰ ਕਾਹਦਾ ਹੁੰਦਾ? ਝੂਠ ਔਰ ਪਾਪ ਦੇ ਖਿਲਾਫ ਪ੍ਰਚਾਰ ਕਰਨ ਨੂੰ। ਇਹ ਧਰਮ ਨੂੰ ਮੰਨਣ ਦੀ ਲੋੜ ਨਹੀਂ, ਸਭ ਝੂਠ ਹੈ। ਦਾਨ ਕੀ ਹੁੰਦਾ? ਦਾਨ ਪੈਸਿਆਂ ਦਾ ਨਹੀਂ ਹੁੰਦਾ, ਮਾਇਆ ਦਾ ਨਹੀਂ ਹੁੰਦਾ, ਨਾਮ ਦਾ ਹੁੰਦਾ। ਜਦੋਂ ਕਹੇਗਾ ਦੋ, ਹੀ ਨਹੀਂ ਕਿਸੇ ਕੋ ਨਾਮ ਦਵੇ ਕਿੱਥੋਂ ਦਾਨ? ਜੇ ਚਾਹੀਦਾ ਦਾਨ ਮੰਦਰਾਂ 'ਚ ਤਾਂ ਨਾਮ ਦਾ ਦਾਨ ਲਿਆ ਕਰੋ ਮੰਦਰਾਂ 'ਚ, ਨਾਮ ਦਾ ਹੀ ਦਾਨ ਵੰਡਿਆ ਕਰੋ ਮੰਦਰਾਂ 'ਚ। ਇੱਕ ਪੈਸਾ ਨਹੀਂ ਚੜਾ ਸਕਦਾ, ਚੜ੍ਹਨਾ ਸਭ ਬੰਦ ਹੋ ਜੂ। ਜੇ ਨਾਮਦਾਨ ਦਾ ਪ੍ਰਚਾਰ ਹੋ ਜਾਏ, ਚੜਾਵਾ ਇੱਕ ਪੈਸਾ ਨਹੀਂ, ਸਭ ਬੰਦ। ਜੇ ਦਾਨ ਹੈ ਨਾਮ ਦਾ ਹੋਣਾ ਤਾਂ ਪੈਸੇ ਦਾ ਦਾਨ ਹੋਣਾ ਨਹੀਂ। ਪੈਸੇ ਦੇ ਦਾਨ ਨੂੰ ਨਹੀਂ ਮੰਨਦੀ ਹੈ ਗੁਰਬਾਣੀ, ਨਾਮਦਾਨ ਮੰਨਦੀ ਹੈ। ਜੇ ਨਾਮਦਾਨ ਹੈ ਉੱਥੇ ਪੈਸੇ ਕਿਉਂ ਦਿੰਦੇ ਨੇ ਜਾ ਕੇ ਗੁਰਦੁਆਰੇ? ਉਹ ਮਾਇਆ ਦਾਨ ਹੈ। ਮਾਇਆ ਝੂਠ ਦਾ ਦਾਨ ਨਹੀਂ ਹੁੰਦਾ, ਦਾਨ ਸੱਚ ਦਾ ਦੇਈਦਾ। ਮਾਇਆ ਤਾਂ ਝੂਠੀ ਹੈ। ਮਾਇਆ ਤਾਂ ਨਾਗਣੀਆਂ, ਨਾਗਣੀ ਗਾਹ ਦਾਨ ਦੇਈਦੀ ਹੈ। ਗੁਰੂ ਮੂਹਰੇ ਨਾਗਣੀ ਛੱਡੀ ਦੀ ਹੈ, ਜਾ ਕੇ ਵੀ ਗੁਰੂ ਨੂੰ ਡੰਗ ਲਵੇ ਜਾਂ ਗੁਰੂ ਦੇ ਸਿੱਖਾਂ ਦੇ ਡੰਗ ਮਾਰੇ। ਸਿੱਖ ਤਾਂ ਸਾਰੇ ਡੰਗ ਤੇ ਤਾਂ ਹੀ ਜਿੰਨੇ ਗੁਰਦੁਆਰੇ ਜਾਂਦੇ ਨੇ ਇੱਕ ਨਹੀਂ ਬਚਿਆ ਹੋਇਆ, ਸਭ ਡੰਗੇ ਹੋਏ ਨੇ। ਉਹ ਦੱਸੇ ਕੋਈ ਜਿਹੜਾ ਡੰਗਿਆ ਨਹੀਂ ਹੋਇਆ ਉਹ ਜਾਂਦਾ ਹੀ ਨਹੀਂ, ਉਹ ਨਹੀਂ ਜਾਂਦਾ। ਉਹਨੂੰ ਪਤਾ ਉੱਥੇ ਡੰਗ ਵੱਜਦਾ, ਉਹ ਗੱਲ ਨੂੰ ਜਾਊਗਾ। ਹਾਂਜੀ। ਕਲਯੁਗ ਕੇ ਅੰਤੇ ਸਮੇਂ ਸਤਜੁਗ ਲਾਗਤ ਆਦ। ਜਦ ਕਲਯੁਗ ਦਾ ਸਮਾਂ ਆ ਜਾਂਦਾ ਨਾ, ਅੰਤ ਸਮਾਂ ਨਹੀਂ ਹੁੰਦਾ। ਹਾੜੀ ਪੱਕ ਜਾਂਦੀ ਹੈ, ਜਦ ਦੂਈ ਹਾੜੀ ਫੇਰ ਆ ਜਾਂਦੀ ਹੈ ਅਗਲੇ ਸਾਲ, ਉਹਦਾ ਤਾਂ ਅੰਤ ਹੁੰਦਾ ਹੀ ਹੈ। ਭਈ ਐਤਕੀ ਦੀ ਫਸਲ ਪੱਕ ਗਈ ਤੇ ਉਹਦਾ ਤਾਂ ਅੰਤ ਸਮਾਂ ਹੀ ਆ, ਉਹ ਥੋੜੀ ਖੜੀ ਰੱਖਣੀ ਹੈ। ਅੱਗੇ ਜਾ ਬੀਜਾਂਗੇ ਫੇਰ ਆ ਜੂਗੀ। ਆ ਜਿਹੜੀ ਫਸਲ ਹੈ ਇਹਦਾ ਅੰਤ ਸਮਾਂ ਆ ਗਿਆ, ਜੋ ਪਾਪ ਵਧਿਆ ਹੋਇਆ ਸੀ। ਹਮੇਸ਼ਾ ਵਾਸਤੇ ਨਹੀਂ ਅੰਤ ਹੁੰਦਾ ਕਿਸੇ ਚੀਜ਼ ਦਾ। ਕਲਯੁਗ ਦਾ ਜਦ ਅੰਤ ਆ ਗਿਆ, ਯਾਨੀ ਕਲਯੁਗ ਪੂਰੇ ਆਪਾਂ ਕਹਿੰਦੇ ਚੀਜ਼ ਦਾ ਅੰਤ ਆ ਗਿਆ। ਉਹਨੇ ਅੱਤ ਚੱਕ ਲਈ, ਅੱਤ ਚੱਕ ਲਈ ਨਾ ਰਾਜੇ ਨੇ, ਪ੍ਰਜਾ ਨੇ। ਕੱਲ ਆਇਆ ਸੀ ਅੱਤ ਚੱਕੀ ਹੋਈ ਹੈ, ਸੰਤਾਂ ਨੇ ਰਾਜੇ ਨੇ ਮਿਲ ਕੇ ਅੱਤ ਚੱਕੀ ਹੋਈ ਹੈ। ਰਾਜੇ ਵੀ ਕਰੋੜਾਂ ਅਰਬਾਂ ਖਰਬਾਂ ਦੇ ਘਪਲੇ ਕਰਦੇ ਨੇ ਜਨਤਾ ਦੇ ਪੈਸੇ ਦੇ, ਫਿਰ ਗਾਹਾਂ ਤੇ ਛੁੱਟ ਜਾਂਦੇ ਨੇ। ਉਹਨਾਂ ਦੇ ਬੜੇ ਬੜੇ ਅਫਸਰ ਨੇ, ਉਹਨਾਂ ਦੇ ਜੱਜ ਨੇ, ਜਿਹੜੇ ਜੱਜ ਉਹਨਾਂ ਦਾ ਨਹੀਂ ਪੈਸੇ ਦੇ ਦਿੰਦੇ ਨੇ। ਉਹਨਾਂ ਦੀਆਂ ਸਿਫਾਰਿਸ਼ਾਂ ਨੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਵੱਡੇ ਆਦਮੀਆਂ ਨਾਲ ਨੇ। ਪਬਲਿਕ ਕੀ ਕਰੇ? ਇਹ ਵੀ ਜਿਹੜੇ ਸੰਤ ਨੇ ਉਹਨਾਂ ਕੋਲ ਬਥੇਰੇ ਚੜਾਵੇ ਨੇ, ਉਹਨਾਂ ਨੂੰ ਕੌਣ ਪੁੱਛੇ? ਉਹ ਆਪਣਾ ਦੋਏ ਮਿਲੇ ਹੋਏ ਨੇ ਆਪਸ ਵਿੱਚ ਹੀ। ਧਾਰਮਿਕ ਚੋਰਾਂ ਤੋਂ ਸਰਕਾਰ ਛਡਾਵੇ, ਹੋਰ ਕੌਣ ਛਡਾਵੇ? ਚੋਰਾਂ ਤੋਂ, ਡਾਕੂਆਂ ਤੋਂ ਕੌਣ ਛਡਾਉਂਦੀ ਹੈ? ਸਰਕਾਰ।
ਸਰਕਾਰ ਨਾਲ ਤਾਂ ਰਲੇ ਹੋਏ ਨੇ, ਉਹ ਛਡਾਵੇ ਕੌਣ? ਸਰਕਾਰ ਨਹੀਂ ਕਾਨੂੰਨ ਬਣਾਉਂਦੀ। ਧਾਰਮਿਕ ਕਰਪਸ਼ਨ ਦਾ ਵਾਸਤੇ ਰੋਕਣ ਵਾਸਤੇ, ਜਾਂ ਧਾਰਮਿਕ ਫਰਾਡ ਰੋਕਣ ਵਾਸਤੇ, ਧਾਰਮਿਕ ਬਲੈਕਮੇਲਿੰਗ ਰੋਕਣ ਵਾਸਤੇ ਸਾਡੇ ਕੋਲ ਕੋਈ ਲਾ ਨਹੀਂ ਹੈ। ਇਸ ਕਰਕੇ ਵਧਿਆ ਹੋਇਆ ਧਰਮ ਦੇ ਨੂੰ। ਤੇ ਜੇ ਧਾਰਮਿਕ ਬਲੈਕਮੇਲਿੰਗ ਨੂੰ ਰੋਕਣ ਵਾਸਤੇ ਕੋਈ ਲਾ ਬਣਾ ਦੇਣ, ਆਪੇ ਠੀਕ ਹੋ ਜਾਏ ਸਭ ਕੁਛ। ਨਹੀਂ ਬਣਾ ਸਕਦੇ, ਕੌਣ ਬਣਾਊਗਾ? ਨਹੀਂ ਬਣਾਉਂਦਾ ਕੋਈ। ਸਾਰੇ ਧਾਰਮਿਕ ਕਰਪਟ ਨੇ, ਆਗੂ ਨੇ ਜਿਹੜੇ ਸਾਰੇ ਇਕੱਠੇ ਗਾਹ ਮਿਲੇ ਹੋਏ ਨੇ। ਇਹ ਨਹੀਂ ਬਣਾਉਂਦੇ ਕਦੇ ਵੀ। ਕਮਿਊਨਿਸਟ ਬਣਾ ਸਕਦੇ ਸੀ, ਉੱਥੇ ਉਹਨਾਂ ਨੇ ਬੈਨ ਲਾਏ ਹੋਏ ਨੇ। ਉਹ ਤਰੱਕੀ ਵੀ ਤਾਂ ਹੀ ਕਰ ਗਏ। ਕਰਪਸ਼ਨ ਫਿਰ ਵੀ ਆਦਮੀ ਕਮਜ਼ੋਰ ਹੈ, ਆਦਮੀ ਦੀ ਕਮਜ਼ੋਰੀ ਹੁੰਦੀ ਹੈ। ਕਰਪਸ਼ਨ ਜ਼ਰੂਰ ਆ ਜਾਂਦੀ ਹੈ, ਉੱਥੇ ਵੀ ਆ ਗਈ, ਆਉਂਦੀ ਹੋ ਰਹਿੰਦੀ ਹੈ। ਸਾਰਿਆਂ ਨੂੰ ਤੁਸੀਂ ਧਾਰਮਿਕ ਨਹੀਂ ਬਣਾ ਸਕਦੇ। ਇੱਕ ਦੋ ਆਦਮੀ ਆਪਣੀ ਜ਼ਿੰਮੇਵਾਰੀ ਲਾ ਸਕਦਾ, ਦੂਏ ਦੀ ਜ਼ਿੰਮੇਵਾਰੀ ਕਿਵੇਂ ਲੈ ਲੂਗਾ? ਹਾਂਜੀ। ਕਲਯੁਗ ਕੇ ਅੰਤੇ ਸਮੇਂ ਸਤਜੁਗ ਲਾਗਤ ਆਦ। ਕਹਿੰਦੇ ਕਲਯੁਗ ਦਾ ਜਾਂ ਅੰਤ ਹੁੰਦਾ ਹੈ, ਫਿਰ ਸਤਜੁਗ ਲੱਗਦਾ ਹੁੰਦਾ। ਇੱਥੇ ਤ੍ਰੇਤਾ ਨਹੀਂ ਲੱਗਦਾ ਹੁੰਦਾ। ਕਲਯੁਗ ਦੇ ਬਾਅਦ ਜੇ ਇੱਥੇ ਲਾਗੂ ਹੋਊ ਤਾਂ ਸਤਜੁਗ ਹੀ ਹੋਊਗਾ ਲਾਗੂ। ਨਾ ਇੱਥੇ ਦੁਆਪਰ ਲਾਗੂ ਹੋਵੇ, ਨਾ ਤ੍ਰੇਤਾ ਲਾਗੂ ਹੋਵੇ। ਦੋ ਯੁੱਗ ਨਹੀਂ ਲੱਗਦੇ ਹੁੰਦੇ ਇੱਥੇ। ਉਹ ਗਲਤ ਗੱਲ ਹੈ ਜਿਹੜੇ ਉਹ ਕਹਿੰਦੇ ਨੇ ਦੁਆਪਰ ਯੁੱਗ ਬਾਹਰ ਸੀਗਾ ਜਾਂ ਤ੍ਰੇਤਾ ਬਾਹਰ ਸੀ, ਰਾਮਚੰਦਰ ਹੋਇਆ, ਉਹ ਗੱਲ ਗਲਤ ਹੈ। ਰਾਮਚੰਦਰ ਹੁਣ ਵੀ ਹੈ, ਸਭੇ ਘੱਟ ਰਾਮ ਬੋਲੇ। ਅੰਦਰ ਰਾਮ ਹੈ, ਉੱਥੇ ਤ੍ਰੇਤਾ ਹੀ ਹੈ। ਜਿੱਥੇ ਰਾਮ ਰਾਜ ਹੈ ਨਾ, ਜਿੱਥੇ ਰਾਮ ਰਾਜ ਹੈ ਉੱਥੇ ਹੁਣ ਵੀ ਤ੍ਰੇਤਾ ਹੀ ਹੈ। ਉਹ ਸਾਡੇ ਅੰਦਰ, ਬਾਹਰ ਨਹੀਂ ਹੈ। ਉਹ ਬਾਹਰ ਕਲਯੁਗ ਹੈ, ਅੰਦਰ ਤ੍ਰੇਤਾ ਹੈ। ਸਤਜੁਗ ਲੱਗੂਗਾ, ਸਤਜੁਗ ਹੁਣ ਲੱਗੂਗਾ। ਅੰਦਰ ਸਾਡੇ ਤ੍ਰੇਤਾ ਹੈ, ਬਾਹਰ ਕਲਯੁਗ ਹੈ। ਦੁਆਪਰ ਮਾਂ ਦੇ ਗਰਭ ਵਿੱਚ ਸੀ ਬਸ। ਗਰਭ ਤੋਂ ਬਾਹਰ ਹੈ। ਜੇ ਗਰਭ 'ਚ ਬੱਚਾ ਮਰ ਜਾਵੇ ਤਾਂ ਤ੍ਰੇਤੇ ਜਾਊਗਾ, ਕਲਯੁਗ ਨਹੀਂ ਜਾਂਦਾ। ਫਿਰ ਜੇ ਗਰਭ 'ਚ ਮਰਦਾ ਤਾਂ ਤ੍ਰੇਤੇ ਚਲੇ ਜਾਂਦਾ। ਤ੍ਰੇਤੇ ਤੋਂ ਫਿਰ ਦੁਆਪਰ 'ਚ ਆਉਂਦਾ। ਦੁਆਪਰ ਜੋ ਕਲਯੁਗ 'ਚ ਆਉਂਦਾ। ਕਲਯੁਗ 'ਚ ਹੋਇਆ ਸਤਜੁਗ ਚਲਿਆ ਜਾਵੇ, ਨਹੀਂ ਫਿਰ ਤ੍ਰੇਤੇ ਚਲਿਆ ਜਾਵੇ। ਤ੍ਰੇਤੇ ਵਿੱਚ ਕੱਲੀ ਜੋਤ ਹੁੰਦੀ ਹੈ ਆਦਮੀ ਕੋਲ, ਕੱਲੀ ਜੋਤ ਬਸ। ਉਹ ਜਿਹੜੇ ਕਰਦੇ ਸੀ ਨਾ ਅਰਦਾਸ, ਅਸੀਂ ਜਨਮ ਲੈਣਾ ਪਰਮੇਸ਼ਰ ਦੇ ਅੱਗੇ, ਉਹ ਤ੍ਰੇਤੇ ਵਾਲੇ ਸੀ। ਉਹ ਸਾਰੇ ਤ੍ਰੇਤੇ ਵਾਲੇ ਸੀ ਜਿਨ੍ਹਾਂ ਨੇ ਜਨਮ ਜੋ ਲੈਣਾ ਸੀ। ਹਾਂ, ਦੇਵ ਨੇ, ਦੇਵ ਲੋਕ ਹੈ। ਦੇਵ ਚ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਉਹ ਜਿਹੜਾ ਦੁਆਪਰ ਜਾ ਕੇ ਦੇਹੀ ਲੈ ਰਹੇ ਹੁੰਦੇ ਨੇ, ਧਾਰਨ ਕਰ ਰਹੇ ਹੁੰਦੇ ਨੇ। ਦੁਆਪਰ ਤਾਂ ਇੱਕ ਬਾਥਰੂਮ ਹੈ ਜਿੱਥੇ ਕੱਪੜੇ ਬਦਲੇ ਜਾਂਦੇ ਨੇ, ਪਹਿਨੇ ਜਾਂਦੇ ਨੇ, ਸਮਝ ਲਓ। ਨੰਗੇ ਆਉਂਦੇ ਨੇ, ਕੱਪੜੇ ਪਾਉਂਦੇ ਨੇ ਉੱਥੇ। ਉਹ ਦੁਆਪਰ। ਦੂਆਪੁਰ ਨੋ ਉਹਦਾ ਦੁਆਪਰ ਨਹੀਂ ਲਫ਼ਜ਼ ਹੈ, ਇੱਕ ਪੁਰ ਹੈ, ਅਲੱਗ ਪੁਰੀ ਹੈ। ਉੱਥੇ ਕੱਪੜੇ ਪਾ ਕੇ ਆਉਂਦਾ ਬਸ, ਹੋਰ ਕੁਛ ਨਹੀਂ। ਉਹ ਇੱਥੇ ਯਾਰ ਉਹ ਦੇਵ ਲੋਕ ਦੇ ਰਹੇ ਤੇ ਵਿਚਾਲੇ ਇੱਕ ਪੁਰੀ ਹੈ, ਉੱਥੇ ਨੰਗਾ ਆਉਂਦਾ, ਇੱਥੇ ਕੱਪੜੇ ਪਾ ਕੇ ਆਉਂਦਾ। ਉੱਥੇ ਬਸ ਉਹ ਕੱਪੜੇ ਪਾਉਣ ਵਾਲਾ ਜਿਹੜਾ ਕੱਪੜਾ, ਸਰੀਰ ਧਾਰਨ ਕਰਨ ਵਾਲਾ ਕੱਪੜਾ ਹੀ ਲੈ ਕੇ ਆਉਂਦਾ ਉੱਥੇ, ਹੋਰ ਕੁਛ ਨਹੀਂ। ਕਰਮੀ ਆਵੇ ਕੱਪੜਾ, ਸਰੀਰ ਧਾਰਨ ਕਰਦਾ ਉੱਥੇ। ਇਹੀ ਕੱਪੜਾ ਹੈ ਸਾਡਾ ਸਰੀਰ ਦਾ। ਆਤਮਾ ਕੱਲੀ ਆਉਂਦੀ ਹੈ, ਕੱਪੜਾ ਉੱਥੇ ਇਹਨੂੰ ਮਿਲਦਾ, ਸਰੀਰ ਮਿਲਦਾ ਉੱਥੇ। ਸਰੀਰ ਦੇ ਬਿਨਾਂ ਡਿਵੈਲਪਮੈਂਟ ਹੈ ਨਹੀਂ ਬੁੱਧੀ ਦੀ। ਤੇ ਹੁਣ ਕਲਯੁਗ ਹੈ। ਕਲਯੁਗ ਨੂੰ ਸਤਜੁਗ 'ਚ ਬਦਲਣਾ ਸੀ, ਤਾਂ ਹੀ ਕਲਯੁਗ ਕੇ ਅੰਤ ਹੈ। ਜਾਂ ਕਲਯੁਗ ਦਾ ਸਾਡੇ ਅੰਦਰ ਅੰਤ ਹੋਣਾ, ਸਤਜੁਗ ਲੱਗ ਜਾਣਾ ਚਾਹੀਦਾ। ਸਤਜੁਗ ਲਾਗਤ ਆਦ। ਸਤਜੁਗ ਲਾਗਤ ਆਦ। ਆਦ ਲਫ਼ਜ਼ ਹੈ, ਆਦਿ ਯੁੱਗ ਹੈ ਨਾ। ਸਤਜੁਗ ਆਦੇ ਹੈ, ਸਤਜੁਗ ਤੋਂ ਸ਼ੁਰੂ ਹੁੰਦੀ ਹੈ ਗੱਲ ਸਾਰੀ। ਸਤਜੁਗ ਆਦ ਹੈ। ਆਦ ਵਾਲਾ ਯੁੱਗ ਲੱਗ ਜਾਂਦਾ। ਹੁਣ ਜੇ ਘਰ ਜਾਣਾ ਵਾਪਸ, ਕਦੇ ਜਨਮ ਨਹੀਂ ਹੋਣਾ, ਤਾਂ ਸਤਜੁਗ ਚਲੇ ਜਾਓ, ਫੇਰ ਨਹੀਂ ਜਨਮ ਹੁੰਦਾ। ਆਦ ਕੀ ਹੈ? ਆਦ ਸੱਚ, ਸੱਚ ਹੋ ਗਿਆ। ਆਦ ਦੇ ਵਿੱਚ ਜਿਹੜਾ ਆਦ ਯੁੱਗ ਹੈ, ਆਦ ਯੁੱਗ ਨਹੀਂ ਕਿਹਾ, ਆਦ ਇਹ ਕਿਹਾ ਗੱਲਾਂ। ਆਦ ਨਾਲ ਯੁੱਗ ਨਹੀਂ ਲੱਗਦਾ ਹੁੰਦਾ। ਵੈਸੇ ਅਸੀਂ ਲਾ ਦਿੰਦੇ ਯੁੱਗ, ਯੁੱਗ ਨਹੀਂ ਹੈ। ਆਦ ਸੱਚ ਲਿਖਿਆ ਹੈ।
ਸੱਚ ਜੋ ਲੱਗਾ ਆਦ ਆਦ, ਉੱਥੇ ਵੀ ਆਦ ਸੱਚ ਹੀ ਹੈ। ਫਿਰ ਕੀ ਹੈ? ਯੁੱਗ ਆਦ ਸੱਚ, ਫਿਰ ਯੁੱਗ ਲੱਗਿਆ। ਆਦ ਨਾਲ ਯੁੱਗ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਆਦ ਜਦ ਹੁੰਦਾ ਉਦੋਂ ਸਮਾਂ ਹੁੰਦਾ ਹੀ ਨਹੀਂ। ਸਮਾਂ ਸ਼ੁਰੂ ਕਦ ਹੁੰਦਾ? ਜਾਂ ਮਾਇਆ ਹੁੰਦੀ ਹੈ। ਜਾਂ ਚੰਦ ਸੂਰਜ ਨਹੀਂ, ਸਮਾਂ ਕਾਹਦੇ ਨਾਲ ਹੋਣਾ? ਚੰਦ ਸੂਰਜ ਨਹੀਂ, ਹਵਾ ਨਹੀਂ, ਪਾਣੀ ਨਹੀਂ, ਕੁਛ ਮਾਇਆ ਹੀ ਨਹੀਂ ਹੈ। ਸਮੇਂ ਨੂੰ ਨਾਪ ਕਾਹਦੇ ਨਾਲ ਸਕਦੇ ਹਾਂ ਅਸੀਂ? ਸਮੇਂ ਨੂੰ ਨਾਪ ਸਕਦੇ ਹਾਂ ਮਾਇਆ ਨਾਲ। ਮਾਇਆ ਕਿੰਨੀ ਪੁਰਾਣੀ ਹੋ ਗਈ। ਸਮਾਂ ਹੁੰਦਾ ਮਾਇਆ ਕਦ ਪੈਦਾ ਹੋਈ ਹੈ, ਕਿੰਨਾ ਚਿਰ ਹੋ ਗਿਆ ਪੈਦਾ ਹੋਈ ਨੂੰ, ਬਸ ਇਹ ਸਮਾਂ ਹੁੰਦਾ। ਮਾਇਆ ਤੇ ਸਮੇਂ ਦਾ ਪ੍ਰਭਾਵ ਹੈ। ਜੋਤ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਜੋ ਸਮੇਂ ਦਾ ਪ੍ਰਭਾਵ ਹੀ ਨਹੀਂ, ਸਮਾਂ ਹੁੰਦਾ ਹੀ ਨਹੀਂ। ਜੋਤ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਚਾਹੇ ਜੋਤ ਅਪੂਰਨ ਹੈ ਚਾਹੇ ਪੂਰਨ, ਕਹੇ ਜੀ ਵੀ ਹੈ ਜੋਤ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਜੂਨਾਂ ਜਿੰਨੀਆਂ ਮਰਜ਼ੀ ਅਸੀਂ ਭੁਗਤ ਲੀਆਂ, ਜਿੰਨੀਆਂ ਮਰਜ਼ੀ ਹੋਰ ਭੁਗਤ ਲਈਏ, ਜੋਤ ਦੇ ਉੱਤੋਂ ਨਹੀਂ ਪਤਾ ਲੱਗ ਸਕਦਾ ਕਿੰਨੇ ਯੁੱਗ ਇਹਨੇ ਭੁਗਤੇ, ਕਿੰਨੇ ਜਨਮ ਭੁਗਤੇ ਨੇ। ਕੋਈ ਇਹ ਤੇ ਨਿਸ਼ਾਨ ਨਹੀਂ, ਇਹਦਾ ਕੋਈ ਪ੍ਰਭਾਵ ਨਹੀਂ। ਨਾ ਭਰਮ ਪੁਰਾਣਾ ਹੁੰਦਾ ਨਾ ਸੱਚ ਪੁਰਾਣਾ ਹੁੰਦਾ। ਪੁਰਾਣੇ ਦੋਏ ਨਹੀਂ ਹੁੰਦੇ। ਨਹੀਂ ਤਾਂ ਪੁਰਾਣਾ ਹੋ ਗਿਆ, ਭਰਮ ਆਪੀ ਦੂਰ ਹੋ ਜੇ। ਇਹ ਦੋਏ ਅਖਰ ਨੇ। ਭਰਮ ਵੀ ਅਖਰ ਹੈ, ਜੋਤ ਵੀ ਅਖਰ ਹੈ। ਕਹੀ ਕਬੀਰ ਅਖਰ ਦੋ ਭਾਖ, ਹੋਏਗਾ ਖਸਮ ਲਏਗਾ ਰਾਖ। ਉਹੀ ਖਸਮ ਪ੍ਰਗਟ ਹੋਇਆ ਹੁਣ ਭਰਮ ਦੇ ਆਂਡੇ ਚੋਂ ਬਾਹਰ ਕੱਢਣ ਵਾਸਤੇ। ਜੇ ਭਰਮ ਹੈ ਤਾਂ ਭਰਮ ਦਾ ਤਿੰਨਾਂ ਯੁੱਗਾਂ 'ਚ ਤ੍ਰੇਤਾ ਦੁਆਪਰ, ਤ੍ਰੇਤੇ ਦੇ ਵਿੱਚ ਕਿਉਂ ਰੋਂਦਾ? ਭਰਮ ਦਾ ਗਰਸਿਆ ਹੋਇਆ ਉੱਥੇ, ਭਰਮ ਦਾ ਕਾਬੂ ਕੀਤਾ ਹੋਇਆ। ਭਰਮ ਨੇ ਗੱਠ ਬੰਨੀ ਹੋਈ ਹੈ, ਜਿਵੇਂ ਆਂਡੇ 'ਚ ਬੱਚਾ ਹੁੰਦਾ। ਉਹ ਕਹਿੰਦਾ ਵੀ ਇੱਥੋਂ ਮੈਨੂੰ ਖੋਲ ਦੇ, ਭਰਮ ਚੋਂ ਬਾਹਰ ਕੱਢ ਦੇ। ਭਰਮ ਦੇ ਦਾਇਰੇ 'ਚ ਬੰਦ, ਦਾਇਰੇ ਦੇ ਜੋ ਭਰਮ ਵਾਲੀ ਕਾਲ ਕੋਠੜੀ ਉਹ ਭਰਮ ਦਾ ਆਂਡਾ ਹੀ ਕਾਲ ਕੋਠੜੀ। ਜਿਵੇਂ ਕੋਈ ਕੋਠੀ ਲੱਗਿਆ ਹੁੰਦਾ ਗੁਲਦਨ, ਕੋਠੜੀ ਚੋਂ ਬਾਹਰ ਨਿਕਲਣਾ ਚਾਹੀਦਾ। ਕੋਠੜੀ ਦੇ ਅੰਦਰ ਹੀ ਰਹਿੰਦਾ। ਬੇਗੁਪੁਰਾ ਸ਼ਹਿਰ ਕੋਲ ਜਿਉਂ ਤਿਉਂ ਸੈਰ ਕਰਾ, ਜੋ ਚਾਹੁੰਦਾ ਇੱਛਾ ਉੱਥੇ ਸੈਰ ਕਰਦਾ। ਉੱਥੇ ਨਹੀਂ ਕਰ ਸਕਦਾ ਤ੍ਰੇਤੇ 'ਚ। ਬਸ ਉੱਥੇ ਤਾਂ ਹੀ ਦੁਖੀ ਹੈ। ਕੋਠੀ 'ਚ ਦੁਖੀ ਹੈ, ਲਿਮਟਿਡ ਏਰੀਆ 'ਚ ਰਹਿੰਦਾ, ਕੋਈ ਬਾਹਰ ਕਿਸੇ ਨਾਲ ਕੋਈ ਸੰਪਰਕ ਨਹੀਂ। ਇਹ ਦੁੱਖ ਹੈ। ਹਾਂਜੀ। ਦੀਨਨ ਕੀ ਰੱਛਾ ਲਿਏ ਧਰ ਹੈ ਰੂਪ ਅਨਾਦ। ਦੀਨਨ ਕੀ ਰੱਛਾ ਲਿਏ, ਜਿਹੜੇ ਗਰੀਬ ਨੇ ਨਾ ਫਸੇ ਨੇ ਕੋਠੜੀ 'ਚ, ਕਾਲ ਕੋਠੜੀ 'ਚ, ਉਹਨਾਂ ਦੀ ਰੱਛਾ ਲੈ। ਧਰ ਹੈ ਰੂਪ ਅਨਾਦ, ਅਨਾਦ ਰੂਪ, ਆਦ ਰਹਿਤ ਰੂਪ। ਜਿਹਦਾ ਆਦ ਕੋਈ ਨਹੀਂ ਉਹ ਅਨਾਦ ਹੁੰਦਾ। ਅਨਾਦੀ ਰੂਪ ਧਾਰਨ ਕਰਦਾ। ਇਹ ਆਦੀ ਰੂਪ ਨਹੀਂ ਹੈ, ਅਨਾਦੀ ਰੂਪ ਹੈ। ਆਪ ਅਨਾਦ ਹੈ, ਰੂਪ ਧਾਰਨ ਕਰਦਾ। ਧਰ ਹੈ ਰੂਪ ਅਨਾਦ ਕਲ ਹੈ ਕਬ ਤਕ ਕਹਿ ਭਾਰੀ। ਧਰ ਹੈ ਰੂਪ ਅਨਾਦ ਕਲ ਹੈ ਕਬ ਤਕ ਕਹਿ ਭਾਰੀ। ਕਲ ਹੈ ਕਬ ਤੱਕ ਕਹਿ ਭਾਰੀ। ਆ ਜਿਹੜੀ ਕਲਾ ਜਿਹੜੀ ਹੈ ਨਾ ਅੰਦਰ, ਕਲਾ ਸਾਡੇ ਅੰਦਰ ਕਲਾ ਹੀ ਹੈ। ਕਲ ਕਲੇਸ਼ ਕਹਿੰਦੇ ਨੇ ਇਹਨੂੰ, ਚਿੱਤਰ ਮਨ ਦੇ ਵਿੱਚ। ਕਬ ਤੱਕ ਹੈ ਭਾਰੀ। ਇਹ ਕਲਾ ਜਿਹੜੀ ਹੈ ਬਹੁਤ ਪੁਰਾਣੀ, ਇਹਨੂੰ ਦੂਰ ਕਰਨ ਵਾਸਤੇ, ਦੁਚਿੱਤੀ ਦੂਰ ਕਰਨ ਵਾਸਤੇ। ਸ਼ਤਰਨ ਕੇ ਨਾਸ ਅਰਥ ਨਿਮਿਤ ਅਵਤਾਰ ਅਵਤਾਰੀ। ਜਿਹੜੀ ਕਲਾ ਹੈ ਨਾ, ਸੰਸਾਰ 'ਚ ਵੀ ਕਲਾ ਹੀ ਹੈ, ਹੋਰ ਕੀ। ਸੰਸਾਰ ਦੀ ਕਲਾ ਨੂੰ ਦੂਰ ਕਰਨ ਵਾਸਤੇ ਹੀ ਅਵਤਾਰ ਧਾਰੇ। ਜੇ ਇੱਕ ਪਿਤਾ ਇੱਕ ਸਿਖਮ ਬਾਰਕ ਹੋਵੇ, ਜੇ ਸਭ ਕੋ ਮੀਤ ਹਮ ਆਪਨ ਕਿੰਨਾ, ਸਾਰੇ ਕਹਿ ਦੇਣ ਆਪੇ ਕਲਾ ਦੂਰ ਹੋਊਗੀ। ਕਲਾ ਹੀ ਦੂਰ ਕਰਨੀ ਹੈ। ਕਲਪਨਾ ਹੀ ਕਲਾ ਹੈ, ਹੋਰ ਕੀ ਹੈ। ਕਲਪਨਾ ਕਲਾ ਹੀ ਹੈ। ਜੇ ਮੈਂ ਫਾਲਤੂ ਚਾਹੁੰਦਾ ਤਾਂ ਕਲਾ ਹੀ ਹੈ, ਦੂਜਿਆਂ ਦਾ ਹਿੱਸਾ ਚਾਹੁੰਦਾ। ਜੇ ਮੈਂ ਕਹਾਂ ਬਈ ਬਿਨ ਮੰਗੇ ਬਿਨਾਂ ਮੰਗੇ ਸਭ ਕੁਝ ਮਿਲਦਾ ਹੈ, ਸਾਰੇ ਹੀ ਮੰਨ ਲੈਣ, ਕਲਾ ਆਪੇ ਦੂਰ ਹੋਗੀ। ਜੇ ਕੋਈ ਕੁਝ ਮੰਗੇ ਹੀ ਨਾ, ਵੀ ਜੋ ਜਿਹਦਾ ਹਿੱਸਾ ਜਿਹਨੂੰ ਆਪੇ ਦੇ ਦੂਗਾ, ਕਲਾ ਕਾਹਦੀ ਰਹੇਗੀ। ਦੇਖੋ ਨਾ, ਇੱਕ ਪਿੰਡ ਚੱਕਬੰਦੀ ਵਾਲਿਆਂ ਨੂੰ ਦੇ ਦਿੱਤਾ। ਚੱਕਬੰਦੀ ਵਾਲੇ ਉਹਦਾ ਸਾਰਿਆਂ ਨੂੰ ਲਿਖਾ ਲੈਂਦੇ ਨੇ,
ਜਿਹਦਾ ਜਿੰਨਾ ਜਿੰਨਾ ਹੁੰਦਾ ਦੇਈ ਜਾਂਦੇ ਨੇ। ਉੱਥੇ ਕਲਾ ਹੁੰਦੀ ਹੈ ਕੋਈ, ਉਹ ਗੱਲ ਅਲੱਗ ਹੈ। ਮੈਨੂੰ ਇੱਥੇ ਨਹੀਂ, ਇੱਥੇ ਦੇ ਦਿਓ, ਫਾਲਤੂ ਤਾਂ ਕੋਈ ਨਹੀਂ ਮੰਗਦਾ। ਜਿੰਨਾ ਜਿਹਦਾ ਹਿੱਸਾ ਹੁੰਦਾ ਉਹਨੂੰ ਮਿਲ ਜਾਂਦਾ। ਉਹ ਭਈ ਆਪੇ ਦੇ ਦੂ, ਉਹ ਜੱਕਬੰਦੀਆਂ ਦੇ ਭਰੋਸਾ ਕਰਦੇ। ਇੱਥੇ ਕਿਉਂ ਨਹੀਂ ਕਰਦੇ? ਜਿੰਨੀ ਜਿਹਦਾ ਹਿੱਸਾ ਬਣਦਾ ਉਹਨੂੰ ਆਪੇ ਮਿਲ ਜਾਂਦੀ ਹੈ। ਵੱਧ ਕਿਵੇਂ ਮੰਗੂ ਕੋਈ? ਜੇ ਵੱਧ ਮੰਗੂ ਕਿਹਦਾ ਹਿੱਸਾ ਕੱਟ ਕੇ ਦੇਵੇ ਵਿਚਾਰੇ? ਉਹ ਕੋਲੋਂ ਜ਼ਮੀਨ ਤਾਂ ਨਹੀਂ ਹੋਈਆਂ ਨਾ, ਕਿੱਥੋਂ ਦੇਣ ਵਿਚਾਰੇ ਕਰਕੇ। ਹਾਂਜੀ। ਸਤਰਨ ਕੇ ਨਾਸ ਅਰਥ ਨਿਮਿਤ ਅਵਤਾਰ ਅਵਤਾਰੀ। ਸਤਰਨ ਕੇ ਨਾਸ, ਸਤਰ ਕੌਣ ਨੇ? ਜਿਹੜੇ ਰਾਹ ਰੋਕਦੇ ਨੇ, ਜਿਹੜੇ ਕਹਿੰਦੇ ਨੇ ਅਸੀਂ ਵੱਧ ਕੇ ਕੱਟ ਕੇ ਦੇ ਦਿੰਦੇ ਹੁੰਦੇ ਆ। ਦੂਏ ਦਾ ਹਿੱਸਾ ਵੀ ਦੇ, ਤੈਨੂੰ ਫਾਲਤੂ ਮਿਲ ਜੂਗਾ, ਤੂੰ ਬਹਿ ਜਾ। ਉਹ ਨੇ ਜਿਹੜੇ ਕਾਮਨਾਵਾਂ ਪੂਰੀਆਂ ਕਰਦੇ ਨੇ, ਵੀ ਤੈਨੂੰ ਪਿੰਡੇ ਪੂਰਾ ਹੀ ਦੇ ਦਾਂਗੇ। ਕਿਹਦਾ ਕੱਟ ਕੇ ਦੇ ਦੋਗੇ? ਕਿਵੇਂ ਦੇ ਦੋਗੇ? ਜਿਹਦੇ ਅੱਗੇ ਅਰਦਾਸ ਕਰਦੇ ਉਹ ਤਾਂ ਦਿੰਦਾ ਨਹੀਂ। ਤੁਸੀਂ ਦੇ ਨਹੀਂ ਸਕਦੇ, ਅਸੀਂ ਦੇ ਨਹੀਂ ਸਕਦੇ। ਜਿਹਦੇ ਦੋ ਸਿਫਾਰਿਸ਼ ਕਰਨੀ, ਉਹ ਸਿਫਾਰਿਸ਼ ਮੰਨਦਾ ਹੀ ਨਹੀਂ। ਉਹ ਤਾਂ ਕਹਿੰਦਾ ਨਹੀਂ ਵੀ ਮੈਂ ਜਿਹਦੇ ਪੂਰੇ ਅਰਦਾਸ ਕਰਦੇ ਉਹਨੇ ਕੀ ਲਿਖਿਆ ਸੰਵਿਧਾਨ ਦੇ ਵਿੱਚ? ਜਿਹਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਦੇ ਉਹ ਕੀ ਕਹਿੰਦਾ? ਉਹਨੂੰ ਤਾਂ ਪੜ੍ਹ ਲਓ। ਉਹ ਤਾਂ ਕਹਿੰਦਾ ਬਿਨ ਬੋਲੇ ਸਭ ਕੁਝ ਜਾਣਦਾ, ਕਿਸ ਅੱਗੇ ਕੀਜੈ ਅਰਦਾਸ। ਉਹ ਤਾਂ ਇਹ ਕਹਿੰਦਾ। ਤੁਸੀਂ ਬੇਸ਼ਰਮ ਹੋ ਕੇ ਫੇਰ ਅਰਦਾਸਾਂ ਕਰੀ ਜਾਂਦੇ ਹੋ। ਤੇ ਬਲੈਕਮੇਲ ਨਹੀਂ ਕਰਦੇ? ਕੀ ਕਰਦੇ ਹੋ ਦੁਨੀਆ ਨੂੰ? ਬਲੈਕਮੇਲ ਕਰਦੇ ਹੋ ਦੁਨੀਆ ਨੂੰ। ਇਹ ਪਾਪ ਹੈ, ਬਹੁਤ ਬੜਾ ਫਰਾਡ ਹੈ ਦੁਨੀਆ ਨਾਲ। ਤੁਹਾਡੇ ਖਾਤਰੇ ਭੇਜਦਾ ਹੁੰਦਾ, ਫਿਰ ਇਹਨਾਂ ਦੇ ਫੇਰੋ ਡਾਂਗ ਸਾਰਿਆਂ ਤੇ। ਸਤਰਨ ਕੇ ਨਾਸ ਅਰਥ, ਇਹਨਾਂ ਦਾ ਕਰੋ ਨਾਸ, ਇਹਨਾਂ ਦੇ ਡਾਂਗ ਫੇਰੋ। ਇਹਨਾਂ ਦੇ ਡਾਂਗ ਫਿਰਦੀ ਆ ਹੁਣ। ਤਾਂ ਹੀ ਕਿਆ ਦੇਣ ਜਵਾਬ? ਪੁੱਛੂਗੀ ਕਿਉਂ ਨਹੀਂ ਪ੍ਰਚਾਰ ਕਰਦੇ ਸੀ? ਐਸਾ ਸਹੀ ਖਰਾ ਤੇ ਇਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰਦਾ ਹੈ। ਸਾਰੇ ਕੰਮ ਕਾਨੂੰਨ ਤੋਂ ਬਾਹਰ ਕੀਤੇ। ਜੋ ਕਹਿ ਕੇ ਗੁਰਦੁਆਰੇ ਲਾਏ ਨਾ, ਕੰਮ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਕਿਉਂ ਨਹੀਂ ਕੀਤੇ? ਜਵਾਬ ਕੌਣ ਦਊਗਾ? ਆਪਣੇ ਆਪ ਨਹੀਂ ਗੁਰਦੁਆਰੇ ਦਿੱਤੇ ਇਹਨਾਂ ਨੂੰ ਕਿਸੇ ਨੇ। ਕੋਰਟ ਨੇ ਦਵਾਏ ਹੋਏ ਨੇ ਗੁਰਦੁਆਰੇ। ਲਾਏ ਕੋਰਟ ਨੂੰ ਜਵਾਬ, ਇਹ ਜਵਾਬ ਦੇ ਨੇ ਕੋਰਟ ਨੂੰ। ਇਹਨਾਂ ਦੇ ਪਿਓ ਦਾ ਰਾਜ ਹੈ। ਰਾਜ ਸਰਕਾਰ ਦਾ ਹੀ ਹੈ, ਸਰਕਾਰ ਦੇ ਤਹਿਤ ਤੇ ਚੱਲੂਗਾ। ਸਤਰਨ ਕੇ ਨਾਸ ਅਰਥ, ਇਹਨਾਂ ਦੇ ਨਾਸ ਕਰਨ ਵਾਸਤੇ। ਹਾਂ, ਨਿਮਿਤ ਅਵਤਾਰ ਅਵਤਾਰੀ। ਉਹ ਆਪ ਅਵਤਾਰ ਨਹੀਂ ਆ, ਉਹ ਤਾਂ ਨਿਮਿਤ ਅਵਤਾਰ, ਪਰਮੇਸ਼ਰ ਦੇ ਨਿਮਿਤ ਆਇਆ। ਜਿਵੇਂ ਕੋਈ ਭੇਜ ਦਿੰਦਾ, ਸਰਕਾਰ ਹੈ ਉਹ ਭੇਜਦੀ ਹੁੰਦੀ ਹੈ ਫੌਜਦਾਰ ਕੋਈ। ਜਾਮ ਖੋਲਣ ਸਰਕਾਰ ਨੇ ਪੁਲਿਸ ਭੇਜੀ ਹੈ, ਨਿਮਿਤ ਭੇਜੀ ਹੈ ਤਾਂ ਸਰਕਾਰ ਆਈ ਹੈ। ਪੁਲਿਸ ਜਿਹੜੀ ਭੇਜੀ ਹੈ ਸਰਕਾਰ ਨੇ ਭੇਜੀ ਹੈ, ਉਹ ਨਿਮਿਤ ਭੇਜੀ ਹੁੰਦੀ ਹੈ ਸਰਕਾਰ ਨੇ। ਆਪਣੇ ਜਗ੍ਹਾ ਨਿਮਿਤ ਕਹਿੰਦੇ ਨੇ, ਆਪਣੇ ਥਾਂ ਭੇਜੀ ਹੈ। ਉਹ ਸਰਕਾਰ ਆਉਂਦੀ ਹੁੰਦੀ ਹੈ, ਜਿਹੜੀ ਪੁਲਿਸ ਆਉਂਦੀ ਹੁੰਦੀ ਹੈ ਉਹ ਨਿਮਿਤੇ ਆਉਂਦੀ ਹੁੰਦੀ ਹੈ ਪੁਲਿਸ। ਉਤੋਂ ਆਰਡਰ ਹੁੰਦਾ ਤਾਂ ਆਉਂਦੀ ਹੈ, ਐਵੇਂ ਥੋੜੀ ਆਜੂ। ਆਪਣੇ ਆਪ ਕਿਵੇਂ ਆਜੂ? ਉਹ ਨਾ ਆਪਣੇ ਆਪ ਆ ਸਕਦੇ ਨੇ, ਨਾ ਉੱਤੋਂ ਹੁਕਮ ਦੇ ਬਿਨਾਂ ਗੋਲੀ ਵੀ ਨਹੀਂ ਚਲਾ ਸਕਦੇ, ਉੱਤੋਂ ਹੁਕਮ ਦੇ ਬਿਨਾਂ ਲਾਠੀ ਚਾਰਜ ਵੀ ਨਹੀਂ ਕਰ ਸਕਦੇ, ਉੱਤੋਂ ਹੁਕਮ ਬਿਨਾਂ ਕੋਈ ਵਾਅਦਾ ਵੀ ਨਹੀਂ ਕਰ ਸਕਦੇ, ਉੱਤੋਂ ਹੁਕਮ ਬਿਨਾਂ ਕੁਝ ਬੋਲਦੇ ਵੀ ਨਹੀਂ। ਜਿਹੋ ਜਿਹਾ ਉਹਨਾਂ ਨੂੰ ਹੁੰਦਾ ਉਹੋ ਜਿਹਾ ਹੀ ਬੋਲਦੇ ਨੇ। ਜੋ ਫਰਮਾਨ ਹੁੰਦਾ ਉਹੀ ਕਰਦੇ ਨੇ।
ਡਾਂਗ ਫੇਰ ਨਹੀਂ ਪਿਆ ਜਾ, ਉਹ ਵੀ ਫੇਰਦੇ ਨੇ। ਤੇ ਲੋੜ ਪੈਣ ਤੇ ਆ ਨਾ ਬਈ, ਲੋੜ ਪੈਣ ਤੇ ਗੋਲੀ ਵੀ ਚਲਾਉਂਦੇ ਨੇ, ਲੋੜ ਪੈਣ ਤੇ ਆ ਨਾ, ਜਾਈ ਜੀ ਲੋੜ ਪਊ ਉਹ ਜਿਹਾ ਕੰਮ ਕਰਨਗੇ। ਉਹ ਤਾਂ ਕਰਦੀ ਹੋਈ ਹੈ ਪੁਲਿਸ, ਕਰਨਾ ਪੈਂਦਾ ਹੀ ਹੈ। ਹਾਂ ਉਹ ਜਾਮ ਜ਼ਰੂਰ ਤੋੜਨਾ ਉਹਨਾਂ ਨੇ, ਉਹ ਤੋੜਨਾ। ਸਵਈਆ ਛੰਦ ਜੇ ਬਿਨਾਂ ਹੀ ਉਹਦੇ ਜਾਮ ਟੁੱਟ ਜਾਏ ਫਿਰ ਗੱਲੇ ਖਤਮ ਹੈ। ਉਹਨਾਂ ਨੂੰ ਕੋਈ ਜ਼ਰੂਰੀ ਹੈ ਜੇ ਪਬਲਿਕ, ਜੇ ਮੰਨ ਜਾਣ ਜਾਮ ਵਾਲੇ ਵੀ ਅਸੀਂ ਤਾਂ ਚੱਲੇ ਘਰ ਨੂੰ, ਪੁਲਿਸ ਨੂੰ ਦੇਖ ਕੇ ਭੱਜ ਭੁੱਜ ਜਾਣ, ਫਿਰ ਉਹਨਾਂ ਨੂੰ ਜ਼ਰੂਰੀ ਹੈ। ਉਹਨਾਂ ਨੂੰ ਕਿ ਉਹਦਾ, ਉਹਨਾਂ ਨੇ ਜਾਮ ਖੋਲਣਾ, ਜੇ ਖੁੱਲ ਗਿਆ ਠੀਕ ਹੈ। ਸਵਈਆ ਛੰਦ ਪਾਪ ਸੰਭੂ ਵਿਨਾਸ਼ਨ ਕੋ ਕਲ ਕੀ ਅਵਤਾਰ ਕਹਾਵਾਂਗੇ। ਚੱਲ ਪਿਆ ਹੁਣ ਕਲ ਕੀ ਕੱਲ ਕੀ ਅਵਤਾਰ ਚੱਲ ਪਿਆ ਹੁਣ। ਪਾਪ ਸਮੂਹ ਵਿਨਾਸ਼ਨ ਕੋ, ਪਾਪਾਂ ਦੇ ਸਮੂਹਾਂ ਦਾ ਨਾਸ਼ ਕਰਨ ਵਾਸਤੇ। ਕਲ ਕੀ ਅਵਤਾਰ ਕਹਾਵਾਂਗੇ, ਕਲ ਕੀ ਅਵਤਾਰ ਕਹਾਵਾਂਗੇ। ਕਲ ਫਿਰ ਉਹ ਅਵਤਾਰ ਕਹਿੰਦੇ ਵੀ ਅਵਤਾਰ ਐਲਾਨ ਕਰ ਦੂ ਵੀ ਮੈਂ ਅਵਤਾਰ ਹਾਂ। ਕਲ ਕੀ ਜਦ ਆਊਗਾ ਉਹ ਕਹੂਗਾ ਮੈਂ ਅਵਤਾਰ ਹਾਂ। ਜੇ ਨਾ ਮੰਨੇ ਛੋਟਿਆਂ ਤੇ ਫਿਰ ਬੜੀ ਫੌਜ ਆ ਜਾਂਦੀ ਹੈ ਨਾ। ਉਹ ਜਦ ਫੌਜ ਆਉਂਦੀ ਹੈ ਫਿਰ CNC ਆਪ ਆ ਜਾਂਦਾ। ਫਿਰ ਪਹਿਲਾਂ ਛੋਟੇ ਭੇਜਦਾ, ਜੇ ਨਾ ਮੰਨਣ ਉਹਨਾਂ ਦੇ ਫਿਰ ਬੜਾ ਆ ਜਾਂਦਾ, ਫਿਰ ਬੜਾ ਆ ਜਾਂਦਾ। ਉਹ ਕਲਕੀ ਅਵਤਾਰ ਤਾਂ ਫਿਰ ਬਾਅਦ ਚ ਆਉਂਦਾ ਨਾ, ਰਾਜਾ ਆਪੇ ਆਉਂਦਾ। ਪਾਪ ਸਮੂਹ ਵਿਨਾਸ਼ਨ ਕੋ, ਫਿਰ ਉਹ ਤਾਂ ਨਾਸ ਹੀ ਕਰੂਗਾ ਆ ਕੇ ਸਾਰਿਆਂ ਦਾ। ਉਹਨੇ ਗੱਲ ਨਹੀਂ ਕਰਨੀ ਹੈ। ਉਹ ਜਾਂ ਨਾ ਮੰਨਣ ਫਿਰ ਫੌਜ ਤਾਂ ਆਉਂਦੀ, ਗੋਲੀਆਂ ਚਲਾਉਂਦੀ ਹੈ, ਮਾਰਸ਼ਲ ਲਾ ਲਾਉਂਦੀ ਹੈ। ਉਹ ਨਹੀਂ ਗੱਲਾਂ ਕਰਦੀ ਹੁੰਦੀ, ਸਮਝਾਉਂਦੀ ਨਹੀਂ ਕੁਛ ਵੀ ਹੁੰਦੀ। ਸਮਝਾਉਣ ਵਾਲੇ ਪਹਿਲਾਂ ਆ ਜਾਂਦੇ ਨੇ, ਬੋਲਣ ਵਾਲੇ ਪਹਿਲਾਂ ਭੇਜ ਦਿੰਦੇ ਨੇ। ਗੱਲਬਾਤ ਜਾਂ ਟੁੱਟ ਜਵੇ ਨਾ, ਕੋਈ ਗੱਲਬਾਤ ਜਾਂ ਨਾ ਮੰਨੇ, ਫਿਰ ਫੌਜ ਤਾਂ ਆ ਕੇ ਗੱਲਬਾਤ ਨਹੀਂ ਕਰਦੀ ਹੁੰਦੀ ਕਦੇ। ਔਰ ਤਾਂ ਮਾਰਸ਼ਲ ਲਾ ਡਿਕਲੇਅਰ ਕਰ ਦਿੰਦੀ, ਮਾਰਸ਼ਲ ਲਾ ਲੱਗੇ ਬਸ। ਜੋ ਕਹਿਣਾ ਸੀ ਤੁਹਾਨੂੰ ਕਹਿਤਾ। ਜਿਹੜਾ ਜਾਂਦਾ ਜਾਓ, ਘਰਾਂ 'ਚ ਵੜ ਜਾਓ ਚੁੱਪ ਕਰਕੇ, ਜਿਹੜਾ ਬਾਹਰ ਨਿਕਲੇ ਗੋਲੀ ਮਾਰੋ ਬਸ। ਉਹ ਇਹੋ ਜਿਹਾ ਮਾਰਸ਼ਲ ਲਾ ਲਾਊ ਫਿਰ ਆ ਕੇ। ਕਲ ਕੀ ਅਵਤਾਰ ਕਹਾਵਾਂਗੇ, ਕਲ ਕੀ ਅਵਤਾਰ ਕਹਾਵਾਂਗੇ। ਪਾਪ ਸਮੂਹ ਵਿਨਾਸ਼ਨ ਕੋ, ਜਿਹੜੇ ਸੜਕ ਤੇ ਖੜੇ ਰਹਿਣ ਉਹਨੂੰ ਗੋਲੀਆਂ ਮਾਰ ਕੇ ਟਰੱਕਾਂ 'ਚ ਲੱਦ ਕੇ ਲੈ ਜਾਂਦੇ ਨੇ। ਜਿਹੜੇ ਨਾ ਮੰਨਣ ਉਹਨਾਂ ਦੀ ਸ਼ੂਟ ਕਰ ਦਿੰਦੇ ਨੇ। ਜਦ ਉਹ ਸ਼ੂਟ ਕਰਕੇ ਮਾਰ ਦਿੰਦੇ ਨੇ ਉਹਨਾਂ ਨੂੰ। ਉਹਨਾਂ ਦਾ ਕਿਹੜਾ ਕੋਈ ਕੇਸ ਬਣਨਾ, ਉਹਨਾਂ ਨੂੰ ਕਿਹੜਾ ਪਰਵਾਹ ਹੈ ਕਿਸੇ ਦੀ। ਉਹ ਤਾਂ ਫੌਜੀ ਰਾਜ ਹੈ, ਖਾਲਸਾ ਕਾਲਪੁਰ ਕੀ ਫੌਜ ਹੈ, ਇਸੇ ਕਰਕੇ ਫੌਜ ਹੈ। ਦਸਮ ਪਾਤਸ਼ਾਹ ਨੇ ਮਸੰਦ ਤੇਲ ਪਾ ਕੇ ਫੂਕਤੇ ਤੇ ਸਾਰੇ, 3 ਖੂਹ ਭਰਤੇ ਸੀ। ਇਹੋ ਜਿਹਾ ਵੀ ਕੁਛ ਕਰ ਦਿੰਦੇ ਹੁੰਦੇ ਨੇ ਬਹੁਤ। ਇਹ ਫਿਰ ਦੇਖਦੇ ਨਹੀਂ ਐ ਵੀ ਪਾਪ ਹੁੰਦਾ ਕੀ ਹੁੰਦਾ। ਪਾਪ ਪੂਪ ਸਾਡੀ ਨਿਗਾਹ 'ਚ ਕੁਛ ਨਹੀਂ ਹੁੰਦਾ। ਫਿਰ ਇਹ ਤਾਂ ਦਸਮ ਪਾਤਸ਼ਾਹ ਨੂੰ ਵੀ ਕਹਿੰਦੇ, ਜਿਉਂਦੇ ਆਦਮੀ ਦਾ ਤੇਲ ਪਾ ਕੇ ਫੂਕ ਦੇਣਾ ਕੋਈ ਥੋੜੀ ਜਿਹੀ ਗੱਲ ਹੈ। ਖੂਹ ਸੁੱਟ ਦੇਣਾ ਉੱਤੇ, ਕੜਾਹੇ ਤੇਲ ਦੇ ਉਬਾਲ ਕੇ ਸੁੱਟ ਦੇਣੇ ਜਿਉਂਦਿਆਂ ਦੇ ਉੱਤੇ ਹੀ। ਇਹੋ ਜਿਹਾ ਵੀ ਕੁਛ ਕਰ ਦਿੰਦੇ ਨੇ। ਇਹ ਮਸੰਦਾ ਨਾ ਹੋਏ ਨੇ ਅੱਗੇ। ਹਾਂਜੀ। ਤੁਰਕਾਚ ਤੁਰੰਗ ਸਪੱਛ ਬਡੋ ਕਰ ਕਾੜ ਕਿਰਪਾਨ ਕੰਪਾਵਹਿੰਗੇ। ਤੁਰਕਛ ਤੁਰੰਗ, ਪਹਿਲਾਂ ਤਾਂ ਆਪਣਾ ਜਿਹੜਾ ਘੋੜਾ ਨਾ ਤੁਰੰਗ, ਉਹ ਕੱਛਿਆ ਉਹਨੇ ਦੱਸਿਆ ਵੀ ਤੁਰਨਾ ਕਿਵੇਂ ਆ, ਕਿੱਧਰ ਨੂੰ ਤੁਰਨਾ ਹੈ। ਮੂੰਹ ਜ਼ੋਰ ਘੋੜਾ ਨਹੀਂ ਹੈ। ਕਲਕੀ ਅਵਤਾਰ ਦਾ ਤੁਰਕਛ, ਕੱਛਿਆ ਹੋਇਆ। ਤੁਰੰਗ ਸਪੱਛ ਬਡੋ, ਤੁਰੰਗ ਸਪੱਛ ਬੜੋ। ਸਪੱਛ ਬੜੋ ਵੱਡੇ ਨਾਲ ਸਪਰਸ਼ ਹੈ, ਚਿੱਤ ਨਾਲ ਸਪਰਸ਼ ਹੈ ਮਨ ਦਾ। ਇੱਕ ਮਨ ਇੱਕ ਚਿੱਤ ਹੋਇਆ ਹੈ, ਮਨ ਘੜਿਆ ਹੋਇਆ। ਐਵੇਂ ਨਹੀਂ ਬੋਲਦਾ ਹੈ ਊਟ ਪਟਾਂਗ, ਕੁਛ ਵੀ ਬੋਲ ਦੇਵੇ। ਬੁਲਾਇਆ ਹੀ ਬੋਲਦਾ ਉਹ ਤਾਂ ਬੋਲਦਾ ਹੀ ਨਹੀਂ। ਘੋੜਾ ਤਾਂ ਮਨ ਤਾਂ ਬੋਲਦਾ ਹੀ ਨਹੀਂ। ਸਪਰਸ਼ ਵੱਡੋ, ਵੱਡੇ ਨਾਲ ਸਪਰਸ਼ ਹੈ। ਛੋਟੇ ਦਾ ਮਨ ਛੋਟਾ, ਵੱਡਾ, ਦੋਏ ਇਕੱਠੇ ਨੇ। ਵੱਡੇ ਕੀਆਂ ਵਡਿਆਈਆਂ ਨੇ, ਵੱਡਾ ਹੀ ਬੋਲਦਾ। ਉਹੀ ਅਵਤਾਰ ਹੈ, ਆਪ ਨਹੀਂ ਅਵਤਾਰ ਹੈ। ਮਨ ਮੁੱਖਾਂ ਨਾਲ ਗੁਰਮੁਖ ਲੜਦਾ, ਜਦ ਗੁਰੂ ਲੜਦਾ ਫਿਰ ਉਹ ਜਿਹੜਾ ਸਤਿਗੁਰ ਹੈ ਉਹ ਪਰ ਗੁਰੂ ਦੇ ਪਰਛਾਏ ਹੈ। ਜਿਹੜਾ ਹੈ ਨਾ ਨਿਮਿੱਤ, ਸਤਿਗੁਰ ਗੁਰੂ ਦੇ ਪਰਛਾਏ ਹੁੰਦਾ ਹੈ। ਸਤਿਗੁਰ ਜਦ ਬੋਲਦਾ ਉਹ ਗੁਰੂ ਦੇ ਪਰਛਾਏ ਬੋਲਦਾ, ਮਨ ਨਹੀਂ ਬੋਲ ਸਕਦਾ ਉੱਥੇ।
ਕਰ ਕਾੜ ਕਿਰਪਾਨ ਕੰਪਾਵਹਿੰਗੇ। ਕਰ ਕਾੜ ਕਿਰਪਾਨ, ਗਿਆਨ ਖੜਗ ਬਾਹਰ ਕੱਢ ਲੈਂਦਾ, ਗਿਆਨ ਖੜਗ ਪ੍ਰਗਟ ਕਰ ਲੈਂਦਾ। ਕਾੜ ਕਿਰਪਾਨ ਕੰਪਾਵਾਂਗੇ, ਕੰਬ ਜਾਣਗੇ ਸਾਰੇ ਸੁਣ ਕੇ। ਕਮਾਉਣਾ ਹੀ ਨੇ, ਮਾਰ ਨਹੀਂ ਕਿਸੇ ਦੇ ਨਹੀਂ ਹੈ। ਖਪਾਵੇਂਗੇ ਹੈ ਕੰਪਾਵੇਂਗੇ। ਆਹੋ, ਸਾਰਿਆਂ ਨੂੰ ਕਾਂਬਾ ਛੱਡ ਦੂ। ਕੋ ਪਬਲਿਕ ਨੇ ਜੋ ਵਿਗੜ ਜਾਣਾ, ਜਿਹੜਾ ਪਬਲਿਕ ਜਿੰਨੀ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਹੈ, ਪਬਲਿਕ ਨੇ ਵਿਗੜ ਜਾਣਾ। ਕੰਬਣਗੇ ਤਾਂ ਪਬਲਿਕ ਤੋਂ ਡਰਦੇ, ਪਬਲਿਕ ਨੇ ਵਿਗੜ ਜਾਣਾ ਨਾ। ਪਬਲਿਕ ਨੂੰ ਜਵਾਬ ਦੇਣਾ ਵੀ ਦੱਸੋ ਬਈ, ਧਰਮ ਤੁਸੀਂ ਤਾਂ ਕਹਿੰਦੇ ਅਸਲੀ ਹੈ, ਸਾਬਤ ਕਰੋ ਅਸਲੀ ਹੈ। ਤੁਸੀਂ ਕੰਪਾਵਾਂਗੇ ਦਾ ਮਤਲਬ ਕਾਂਬਾ ਛਾੜ ਦੂ ਸਾਰਿਆਂ ਨੂੰ ਗੱਲ ਕਰਕੇ। ਕੰਬਣਗੇ, ਕਾਂਬਾ ਤਾਂ ਲੱਗਿਆ ਹੀ ਹੋਇਆ। ਐਸਾ ਗਿਆਨ ਆ ਸੱਚ ਕਾਂਬਾ ਛਾੜ ਦਿੰਦਾ ਜਾਂ ਪ੍ਰਗਟ ਹੁੰਦਾ ਝੂਠ ਨੂੰ। ਝੂਠ ਕੰਬਣ ਲੱਗ ਜਾਂਦਾ, ਗੱਲ ਆਈ ਹੈ, ਹੋਰ ਕੁਝ ਨਹੀਂ ਹੈ। ਜਾਂ ਸੱਚ ਕੀ ਕਾਤੀ ਬਾਹਰ ਆਊਗੀ, ਉਹ ਜਿਹੜੀ ਇਹਨਾਂ ਦੀ ਮਰਜ਼ੀ ਹੈ ਆਪਣੀ ਕਲਕਾਤੀ, ਉਹ ਕੰਬੂਗੀ। ਹੱਥ ਕੰਬਣਗੇ ਇਹਨਾਂ ਦੇ ਵੀ ਕੀ ਹੋ ਗਿਆ ਇਹ। ਉਹ ਗੁਰੂ ਗ੍ਰੰਥ ਦਾ ਤੁਹਾਡੇ ਕੋਲ ਵੀ ਆ, ਉੱਥੇ ਹੀ ਲੈ ਲਓ ਮੁੱਖ ਬਾਕ, ਉੱਥੇ ਹੀ ਫੈਸਲਾ ਕਰ ਲਓ ਕੀ ਲਿਖਿਆ। ਲਿਖਿਆ ਕੁਛ ਹੈ, ਕਰਦੇ ਤੁਸੀਂ ਕੁਛ ਹੋ। ਹਾਂਜੀ, ਨਿਕਸੇ ਜਿਮ ਕੇਹਰ ਪਰਬਤ ਤੇ ਤਦ ਸੋਭ ਦਿਵਾਲੇ ਪਾਵਹਿੰਗੇ। ਜਿਵੇਂ ਕੋਈ ਪਹਾੜਾਂ 'ਚ ਕਹਿੰਦੇ ਨੇ ਸ਼ੇਰ ਹੁੰਦੇ ਨੇ, ਸ਼ੇਰ ਹੁੰਦੇ ਨੇ। ਬਹੁਤ ਘੱਟ ਲੋਕ ਦੇਖਦੇ ਨੇ ਸ਼ੇਰ, ਕਿਹੜਾ ਦੇਖੇ ਨੇ ਆਪਾਂ ਨੇ, ਲੁਕੇ ਲਗੇ ਹੁੰਦੇ ਨੇ। ਜਿਵੇਂ ਸ਼ੇਰ ਕਿਤੇ ਬਾਹਰ ਆ ਜਾਏ ਨਾ ਪਰਬਤ ਤੋਂ ਲੁਕਿਆ ਹੋਇਆ, ਐ ਹੋਵੇ ਕਿੱਥੋਂ ਨਿਕਲਿਆ, ਕਿਹੜੀ ਖੜ ਚੋਂ ਨਿਕਲਿਆ ਬੰਦਾ, ਕਿੱਥੇ ਸੀ ਲੁਕਿਆ ਹੋਇਆ। ਨਿਕਸੇ ਜਿਮ ਕੇਹਰ ਪਰਬਤ ਤੇ, ਜਿਵੇਂ ਪਹਾੜਾਂ 'ਚੋਂ ਸ਼ੇਰ ਨਿਕਲਿਆ ਹੋਵੇ ਨਾ ਬਾਹਰ, ਐ ਨਿਕਲਿਆ ਹੁੰਦਾ ਉਹ। ਤਦ ਸੋਭ ਦਿਵਾਲੇ ਪਾਵਹਿੰਗੇ। ਇਸ ਤਰੀਕੇ ਨਾਲ ਉਹ ਦਿਵਾਲੇ ਦੇ ਵਿੱਚ ਜਿਹੜਾ ਹਿਰਦਾ ਹੈ, ਦੇਵ ਹੈ ਨਾ ਜਿੱਥੇ, ਉਹ ਸੋਭਦਾ, ਆਪਣੇ ਅੰਦਰ ਹੀ ਸੋਭਦਾ, ਬਾਹਰ ਨਹੀਂ ਹੁੰਦਾ। ਐ ਪ੍ਰਗਟ ਹੋ ਕੇ ਆਪਣੇ ਅੰਦਰ ਹੀ ਰਹਿੰਦਾ, ਉਹ ਰਹਿੰਦਾ ਅੰਦਰ ਹੀ ਹੈ। ਸੋਭ ਦਿਵਾਲੇ ਪਾਵਾਂਗੇ, ਜਿਵੇਂ ਸ਼ੇਰ ਬਾਹਰ ਫਿਰਦਾ ਸੋਹਣਾ ਲੱਗਦਾ ਹੈ, ਸੋਭਦਾ ਹੈ, ਸਾਰੇ ਉਹਦੇ ਡਰਦੇ ਨੇ। ਕਹਿੰਦੇ ਨੇ ਭਾਈ ਬਾਹਰ ਸ਼ੇਰ ਹੈ, ਆਪਣੇ ਡੰਗਰ ਪਿੱਛਾ ਸਾਂਭ ਲਓ, ਨਿਆਣੇ ਸਾਂਭ ਲਓ। ਐਂ ਫਿਰ ਸਮਾਨ ਜਿਹਾ ਸਾਂਭ ਕੇ ਰੱਖਦੇ ਨੇ, ਫਿਰ ਸੰਭਲ ਜਾਂਦੇ ਨੇ। ਐ ਨਹੀਂ ਹੈਗਾ ਵੀ ਫਿਰ ਆਜ਼ਾਦ ਫਿਰਨ, ਫਿਰ ਆਜ਼ਾਦ ਨਹੀਂ ਘੁੰਮਦੇ। ਹਾਂ, ਫਿਰ ਆਕੀ ਨਹੀਂ ਹੋ ਕੇ ਘੁੰਮਦੇ। ਫਿਰ ਸਟੇਜਾਂ ਤੋਂ ਵੀ ਖਿੱਚਣ ਲੱਗ ਜਾਂਦੇ ਨੇ ਲੋਕ ਵੀ ਕੀ ਕਹਿੰਦੇ ਤੇ ਤੁਸੀਂ। ਹਾਂ, ਪਲ ਭਾਗ ਭਇਆ ਇਹ ਸੰਭਲ ਕੇ ਹਰਜੂ ਹਰੀ ਮੰਦਰ ਆਵਹਿੰਗੇ। ਪਲ ਭਾਗ ਪਿਆ ਇਹ ਸੰਭਲ ਕੇ। ਅਸੰਭਲ ਜਿਹੜਾ ਲਫ਼ਜ਼ ਹੈ ਨਾ, ਇਹਦਾ ਇੱਕ ਸ਼ਹਿਰ ਹੈ, ਸੰਭਲ ਉਹ ਬਣਾਇਆ ਹੋਇਆ, ਕਿਸੇ ਨੇ ਕੁਛ ਬਣਾਇਆ ਹੈ। ਸੰਭਲਣਾ ਹੁੰਦਾ ਜਦੋਂ ਆਦਮੀ, ਆਪਾਂ ਕਹਿੰਦੇ ਆ ਸੋਝੀ ਸੰਭਾਲ ਆਈ ਹੈ ਬੱਚੇ ਨੂੰ। ਬੱਚਾ ਹੁੰਦਾ ਨਾ ਪਹਿਲਾਂ, ਜਦ ਤੇ ਸਾਨੂੰ ਸੰਭਾਲ ਆਉਂਦੀ ਹੈ ਨਾ, ਪਹਿਲਾਂ 2-2.5 ਸਾਲ ਦੇ ਬੱਚੇ ਨੂੰ ਕੁਝ ਵੀ ਯਾਦ ਨਹੀਂ ਹੁੰਦਾ। ਜਦ ਤੇ ਸਾਨੂੰ ਯਾਦ ਹੈ ਸਭ ਕੁਛ ਇਹ ਜਨਮ ਦਾ, ਉਦੋਂ ਤੋਂ ਸੁਰਤ ਸੰਭੜੀ ਹੈ ਸਾਡੀ। ਜਦੋਂ ਸੁਪਨਾ ਦੇਖਦਾ ਸੁਰਤ ਸੰਭੜੀ ਨਹੀਂ ਹੁੰਦੀ, ਜਾਂ ਜਾਗਦਾ ਜਾਂ ਸੰਭਲਦਾ। ਜੇ ਬੱਸ 'ਚ ਬੈਠੇ ਨੂੰ, ਗੱਡੀ 'ਚ ਬੈਠੇ ਨੂੰ ਉਂਘ ਆ ਜਾਵੇ ਤਾਂ ਝਟਕਾ ਵੱਜਦਾ ਨਾ, ਸੰਭਲਿਆ ਨਹੀਂ ਹੁੰਦਾ। ਉਹ ਕਹਿੰਦਾ ਸੰਭਲ ਬਈ, ਆਪਾਂ ਕਹਿੰਦੇ ਨੇ ਸੰਭਲ ਕੇ, ਉਹ ਸੰਭਲ ਹੈ। ਜਦ ਇਹ ਜਾਗਦਾ, ਜਾਗ ਕੇ ਸੰਭਲਦਾ ਨਾ, ਜਦ ਭਾਗ ਭਲੇ। ਜਿੰਨਾ ਚਿਰ ਸੁੱਤਾ ਪਿਆ ਉਂਘਦਾ, ਉਂਘ ਤੋਂ ਬਾਹਰ ਆ ਗਿਆ, ਉਂਘ ਔਰ ਭੁੱਖ ਤੋਂ ਬਾਹਰ ਆ ਗਿਆ। ਹਰਜੂ ਹਰੀ ਮੰਦਰ ਆਵਹਿੰਗੇ। ਇਹੀ ਭਾਗ ਭਰਿਆ ਹੈ। ਇਹ ਇਹ ਸੰਭਲ ਕੇ ਜਦ ਇਹ ਸੰਭਲਦਾ ਹੈ, ਸਮਝੋ ਬੜਾ ਭਾਗ ਹੈ। ਜਿਹੜਾ ਵੀ ਸੰਭਲ ਜੂ ਉਹਦਾ ਬੜਾ ਭਾਗ ਹੈ। ਤੇ ਉਂਘੂ ਦਾ ਐਕਸੀਡੈਂਟ ਹੋ ਜੂਗਾ। ਕਿੰਨਾ ਚਿਰ ਬਚੂਗਾ ਉਹ। ਕਰਦਾ ਡਰਾਈਵਿੰਗ ਹੈ, ਲੱਗ ਜਵੇ ਉਂਘਣ, ਉਂਘ ਆ ਜਵੇ ਉਹਨੂੰ, ਸੰਭਲ ਗਿਆ, ਬਚ ਗਿਆ, ਉਂਘਦਾ ਗਿਆ। ਚੰਗਾ ਕਹਿੰਦਾ ਸੰਭਲ ਗਿਆ।
ਭਲ ਭਾਗ ਪਿਆ ਇਹ ਸੰਭਲ ਗਿਆ। ਹਰ ਜੂ ਹਰੀ ਮੰਦਰ ਇਹ ਭਾਗ ਸਾਰਿਆਂ ਦੇ, ਧਰਤੀ ਦਾ ਵੀ ਚੰਗਾ ਭਾਗ ਹੋਇਆ, ਜਿਹੜੇ ਡੀਕਦੇ ਉਹਨਾਂ ਦਾ ਵੀ ਚੰਗਾ ਭਾਗ ਹੋਇਆ, ਜਿਹੜਾ ਸੰਭਲਿਆ ਉਹਦਾ ਵੀ ਚੰਗਾ ਭਾਗ ਹੋਇਆ। ਸਭ ਦਾ ਹੀ ਚੰਗਾ ਹੀ ਭਾਗ ਹੈ ਇਹ। ਹਰ ਜੂ ਹਰ ਮੰਦਰ ਆ ਮਹਿੰਗੇ, ਇਹ ਹੀ ਚੰਗਾ ਭਾਗ ਹੈ ਸੰਸਾਰ ਵਾਸਤੇ ਕਿ ਸੰਭਲ ਗਏ ਅਸੀਂ ਜਾਂਦੇ ਜਾਂਦੇ ਗਲਤ ਪਾਸੇ ਜਾਂਦੇ ਜਾਂਦੇ ਅਸੀਂ ਸੰਭਲ ਗਏ ਵੀ ਅਸੀਂ ਤਾਂ ਗਲਤ ਪਾਸੇ ਜਾ ਰਹੇ ਸੀ। ਜਿੱਥੇ ਵੀ ਸਾਨੂੰ ਕਿਸੇ ਨੇ ਦੱਸਦਾ ਵੀ ਭਾਈ ਰਾਹ ਇਹ ਗਾਹਾਂ ਬੰਦ ਹੈ, ਅੱਗੇ ਨਾ ਜਾਇਓ, ਸੰਭਲ ਗਏ, ਵਾਪਸ ਆ ਗਏ, ਸੰਭਲ ਗਏ, ਰਾਹ ਠੀਕ ਬਦਲ ਲਿਆ। ਚੰਗੇ ਵਕਤ ਸੀ, ਉਹ ਚੰਗਾ ਵਕਤ ਸੀ ਜਦੋਂ ਸਾਨੂੰ ਇਹ ਸੰਭਾਲ ਆ ਗਈ, ਸਮਝ ਆ ਗਈ, ਸੋਝੀ ਆ ਗਈ ਕਿ ਇਹ ਤਾਂ ਗਲਤ ਪਾਸੇ ਜਾ ਰਹੇ ਨੇ ਅਸੀਂ। ਪਲ ਭਾਗ ਪਿਆ ਇਹ ਸੰਭਲ ਕੇ, ਹਰ ਜੂ ਹਰ ਮੰਦਰ ਆਵੇ, ਹਰ ਜੂ ਹਰ ਮੰਦਰ ਆਵਾਂਗੇ। ਹਰ ਜੂ ਤਾਂ ਹੈ ਹੀ ਹਰ ਮੰਦਰ ਦੇ ਵਿੱਚ। ਇਹ ਆਪ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਆਪ ਹਰ ਦਾ ਰੂਪ ਹੀ ਹੋ ਕੇ ਮੰਦਰ ਚ ਆ ਗਿਆ, ਹਰ ਮੰਦਰ ਚ ਆ ਗਿਆ। ਹੁਣ ਹਰ ਮੰਦਰ ਦੇ ਵਿੱਚ ਹਰ ਜੂ ਆਵਾਂ, ਹਰ ਮੰਦਰ ਆਵਾਂਗੇ। ਉਹਨਾਂ ਨੇ ਵੀ ਹਰ ਮੰਦਰ ਨਾਂ ਰੱਖਿਆ, ਸੰਭਲ ਵਾਲਿਆਂ ਨੇ, ਇਹਨਾਂ ਨੇ ਵੀ ਹਰ ਮੰਦਰ ਰੱਖ ਲਿਆ। ਜਗ੍ਹਾ ਜਗ੍ਹਾ ਹਰ ਮੰਦਰ ਨਾਂ ਰੱਖੀ ਜਾਂਦੇ ਨੇ, ਆਹ ਢੀਕਦੇ ਨੇ ਵੀ ਇਹ ਆਊਗਾ ਤੁਹਾਡੇ। ਉਹ ਬਾਹਰ ਨਹੀਂ ਹੁੰਦਾ ਹਰ ਮੰਦਰ, ਉਹ ਤਾਂ ਆਇਆ ਬੈਠਾ ਕਈ ਜਗ੍ਹਾ, ਉਹ ਹਰ ਮੰਦਰ ਚ ਆਊਗਾ। ਹਰ ਮੰਦਰ ਕਿਹਨੂੰ ਕਹਿੰਦੇ? ਜਿੱਥੇ ਹਰ ਵਸਦਾ ਹੋਵੇ ਉਹ ਹਰ ਮੰਦਰ। ਹਰ ਮੰਦਰ ਇਹੋ ਸਰੀਰ ਹੈ, ਹਰ ਮੰਦਰ ਇਹੋ ਸਰੀਰ ਹੈ। ਆਦਮੀ ਦਾ ਮਨੁੱਖਾ ਸਰੀਰ ਹੈ, ਹਰ ਮੰਦਰ ਹੈ। ਇਹਦੇ ਵਿੱਚ ਹਰ ਹੈ ਬੈਠਾ। ਹਿਰਦਾ ਹਰ ਮੰਦਰ ਹੈ, ਸਾਡਾ ਹਿਰਦਾ ਹੀ ਹਰ ਮੰਦਰ। ਹਰ ਹਿਰਦੇ ਵਿੱਚ ਹੈ, ਹਰ ਹਿਰਦੇ ਮਾਹੇ ਜਪ, ਹਰ ਹਿਰਦੇ ਮਾਹੇ। ਉਹ ਸਾਨੂੰ ਜਪ ਜਿਹੜਾ ਤੇਰੇ ਹਿਰਦੇ 'ਚ ਹੈ, ਉਹ ਸਾਨੂੰ ਨਾ ਜਪ ਜਿਹੜਾ ਮੰਦਰ 'ਚ ਬੈਠਾ ਮੂਰਤੀ ਕੋਲ, ਉਹ ਨਹੀਂ ਹਰ ਜਪ ਹਰ ਹਿਰਦੇ ਮਾਹੇ। ਜਿਹੜਾ ਉਹ ਹਿਰਦੇ 'ਚ ਹਰ ਹੈ ਉਹਨੂੰ ਜਾਣ। ਉਹ ਕੌਣ ਹੈ? ਬਾਹਰਲਾ ਕਾਲਪਨਿਕ ਮੱਤਾਂ ਦਾ ਬਣਾਇਆ ਹੋਇਆ ਹੈ, ਆਪਣਾ ਮੂਲ ਇਹ ਹਰ। ਇਹ ਹਰਜੂ ਜਦ ਬਣਿਆ ਨਾ, ਇਹ ਹਰ ਆਪ ਹਰਜੂ ਬਣਿਆ। ਫਿਰ ਇਹ ਹਰ ਬੰਦਾ ਨਹੀਂ ਨਾ ਪ੍ਰਦੇਸ਼ ਗਿਆ ਹੋਇਆ, ਨਾ ਸਾਰਾ ਪ੍ਰਦੇਸ਼ 'ਚ ਰਹਿੰਦਾ ਹੈ, ਤਿਰਕੁੜੀ 'ਚ ਰਹਿੰਦਾ, ਪ੍ਰਦੇਸ਼ 'ਚ ਰਹਿੰਦਾ। ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ। ਘਰ ਛੱਡ ਕੇ ਪ੍ਰਦੇਸ਼ ਗਿਆ ਹੋਇਆ ਇਹ। ਜਦ ਪ੍ਰਦੇਸ਼ ਤੋਂ ਹਰਮੰਦਰ ਆਪਣੇ ਘਰ ਨਿੱਜ ਘਰ ਆ ਕੇ ਬਹਿ ਗਿਆ, ਫਿਰ ਹਰਜੂ। ਇਹ ਹਰਜੂ ਇਹੀ ਹੈ, ਹਰਜੂ ਇਹ ਮਨੇ ਹੈ। ਇਹ ਆਪਣੇ ਘਰ ਚ ਆ ਕੇ ਟਿਕ ਕੇ ਬਹਿ ਜੂਗਾ। ਜਦ ਇੱਕ ਹੋ ਜਾਣਗੇ ਦੋਏ, ਜਦ ਇੱਕ ਹੋ ਜੂ ਨਾ, ਇੱਕ ਹੋਏ ਤੇ ਉਗਵੇ। ਜਿਹੜਾ ਉਗਵੇ ਹੈ ਉਹ ਅਵਤਾਰ ਹੈ। ਉਗਵੇ ਨੂੰ ਅਵਤਾਰ ਕਹਿੰਦੇ ਨੇ, ਇੱਕ ਹੋਣ ਨੂੰ ਅਵਤਾਰ ਨਹੀਂ ਕਹਿੰਦੇ। ਇਹ ਕੌਣ ਕਿੱਥੇ ਅਵਤਾਰ ਹੈ? ਉਗਣ ਨੂੰ ਅਵਤਾਰ ਕਹਿੰਦੇ ਨੇ। ਅਵਤਾਰ ਦਾ ਤਾਂ ਰੂਪ ਹੈ। ਜਿਹੜਾ ਦਾਣਾ ਹੈ, ਦਾਲ ਹੈ, ਇੱਕ ਹੋ ਗਿਆ। ਇੱਕ ਰੂਪ ਨਹੀਂ ਹੈ, ਇੱਕ ਤਾਂ ਮੂਲ ਹੈ। ਰੂਪ ਉਹਦਾ ਬਿਰਛ ਹੈ, ਰੂਪ ਤਾਂ ਬਿਰਛ ਹੈ ਉਹਦਾ। ਰੂਪ ਬਿਰਛ ਹੈ, ਦਾਲ ਦਾ ਰੂਪ ਨਹੀਂ ਹੈ। ਇੱਕ ਸਾਬਤ ਦਾਣਾ ਵੀ, ਹਾਂ ਸਾਬਤ ਦਾਣਾ ਮੂਲ ਹੈ। ਉਹ ਜੋ ਦੋ ਬਣੇ ਨੇ, ਦੋ ਤੋਂ ਇੱਕ ਬਣਿਆ, ਉਹ ਦੋ ਬਣ ਗਏ ਆ, ਦੋ ਤੋਂ ਇੱਕ ਬਣ ਗਿਆ, ਉਹ ਤਾਂ ਉਹੀ ਚੀਜ਼ ਹੈ, ਫਿਰ ਸੇਮ ਹੈ। ਰੂਪ ਕੀ ਹੈ ਉਹਦਾ? ਰੂਪ ਉਹਦਾ ਬਿਰਛ ਹੈ, ਔਰ ਰੂਪ ਬਿਨਸਣ ਵਾਲੀ ਚੀਜ਼ ਹੈ। ਦਾਣਾ ਤੁਸੀਂ 2 ਸਾਲ ਨਾ ਬੀਜੋ, ਪਿਆ ਸੰਭਾਲ ਕੇ ਰੱਖ ਲਓ। ਬਿਰਛ ਨੂੰ ਨਹੀਂ ਖੜਾ 2 ਸਾਲ ਰੱਖ ਸਕਦੇ ਤੁਸੀਂ। ਬਿਰਛ ਨਹੀਂ 2 ਸਾਲ ਰਹਿ ਸਕਦਾ ਖੜਾ। ਬਿਰਛ ਤਾਂ ਉਦੋਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਉਹਨੂੰ ਸੁੱਕ ਜਾਣਾ ਮੌਸਮ 'ਚ ਆ ਕੇ ਆਪਣੇ 'ਚ। ਉਹਦੀ 6 ਮਹੀਨੇ ਜ਼ਿੰਦਗੀ ਹੈ ਬਿਰਛ ਦੀ। ਹਾਂ ਉਹਨੂੰ ਦਾਣੇ ਹੋਰ ਲੱਗੇ ਹੋਣਗੇ, ਦਾਣੇ ਨੂੰ ਦਾਣਾ ਨਹੀਂ ਲੱਗਦਾ, ਵੱਧਦਾ ਨਹੀਂ, ਉਹੋ ਜਿਹਾ ਹੀ ਰਹੂਗਾ। 2 ਸਾਲ ਰੱਖ ਲੈ, 4 ਸਾਲ ਰੱਖ ਲੈ ਜਾਏ, ਉਹ ਹੋਰ ਚੀਜ਼ ਹੈ। ਕੋਈ ਰੂਪ ਬਿਨਸਣ ਵਾਲੀ ਚੀਜ਼ ਹੈ। ਰੂਪ ਰੋਜ਼ ਵੱਧਦਾ, ਵੱਧਦਾ ਨਹੀਂ, ਦਾਣਾ ਤਾਂ ਉਹੋ ਜਿਹਾ ਹੀ ਰਹਿੰਦਾ।
ਬਿਨਸੇ ਕੋ ਰੂਪ ਦੇਖੇ ਇਹ ਦੁਨੀਆ, ਇਹ ਤਾਂ ਬਿਨਸਣ ਵਾਲੀ ਚੀਜ਼ ਹੈ ਰੂਪ ਤਾਂ। ਰੂਪ ਦਾਲ ਨਹੀਂ ਹੈ ਨਾ ਦਾਣਾ, ਪੂਰਾ ਰੂਪ ਬਿਰਛ ਨੂੰ ਰੂਪ ਹੈ, ਬਿਰਛ ਰੂਪ ਹੈ ਉਹਦਾ। ਰੂਪ ਅਨੂਪ, ਕਿਉਂਕਿ ਬਿਰਛ ਉਹ ਬਿਰਛ ਜਾਂਦਾ, ਦਾਣਾ ਫੇਰ ਵੱਜ ਜਾਂਦਾ ਸਾਡੇ ਕੋਲ। ਕਣਕ ਹੁਣ ਜੰਮੀ ਹੋਈ ਹੈ, ਜੋ ਬੀਜੀ ਹੈ ਉਹ ਦਾਣੇ ਨਿਕਲੇ ਆਉਣਗੇ, ਨਾਲ ਜ਼ਿਆਦਾ ਰੂਪ ਨਹੀਂ ਰਹਿਣਾ, ਬੱਲਾਂ ਨਹੀਂ ਰਹਿਣੀਆਂ, ਤੂੜੀ ਰਹਿ ਜਾਣੀ ਹੈ ਵਿੱਚੋਂ। ਰੂਪ ਦੀ ਤਾਂ ਤੂੜੀ ਉਹ ਬਣਨੀ ਹੈ, ਮੂੜ ਵਿੱਚੋਂ ਦਾਣੇ ਨਿਕਲੇ ਆਉਣੇ ਨੇ। ਬਾਕੀ ਕੀ ਹੈ, ਰੂਪ ਤਾਂ ਤੂੜੀ ਹੈ। ਫਿਰ ਇਹ ਡੱਕੇ ਨੇ ਨਾ ਗਾਈਏ, ਰੂਪ ਤਾਂ ਫਿਰ ਡੱਕੇ ਹੀ ਨੇ ਨਾ। ਡੱਕਿਆਂ ਨੂੰ ਬੀਜੀਏ ਨਹੀਂ ਕਣਕ ਫਿਰ ਉਗਦੀ, ਦਾਣਾ ਬੀਜੀਏ ਕਣਕ ਉਗੂ। ਅਸਲ ਤੱਤ ਕੀ ਹੈ? ਤੱਤ ਦਾਣੇ ਹੀ ਨੇ। ਉਹ ਤੱਤੇ ਬੀਜਿਆ ਜਾਂਦਾ, ਤੱਤੇ ਉਗਦਾ ਹੁੰਦਾ। ਰੂਪ ਜਿਹੜਾ ਹੈਗਾ ਉਹ ਤੱਤ ਨਹੀਂ ਹੁੰਦਾ, ਰੂਪ ਹੋਰ ਚੀਜ਼ ਹੁੰਦੀ ਹੈ। ਸਰੀਰ ਸਾਡਾ ਰੂਪ ਹੈ, ਕੱਪੜ ਰੂਪ ਕਹਿੰਦੇ ਨੇ ਇਹਨੂੰ। ਕੱਪੜ ਰੂਪ ਸੁਹਾਵਣਾ, ਜਿੰਨਾ ਮਰਜੀ ਸੋਹਣਾ ਹੋਵੇ, ਛੱਡ ਦੁਨੀਆ ਅੰਦਰ ਜਾਵਣਾ। ਤਾਂ ਇੱਥੇ ਹੀ ਲਿਆ ਸੀ ਇਹ ਰੂਪ, ਇੱਥੇ ਹੀ ਕੱਪੜਾ ਪਹਿਨਿਆ ਸੀ, ਇੱਥੇ ਹੀ ਛੱਡ ਜਾਣਾ, ਦੁਨੀਆ ਦੇ ਅੰਦਰ ਹੀ ਛੱਡ ਕੇ ਜਾਣਾ ਪੈਂਦਾ। ਹਾਂਜੀ। ਰੂਪ ਅਨੂਪ ਸਰੂਪ ਮਹਾਲਖ, ਦੇਵ ਅਦੇਵ ਲਜਾਵਹਿੰਗੇ। ਰੂਪ ਅਨੂਪ, ਰੂਪ ਸਰੂਪ ਅਨੂਪ ਮਹਾਲਖ। ਰੂਪ ਅਨੂਪ ਸਰੂਪ ਮਹਾਲਖ, ਹਾਂ, ਰੂਪ ਅਨੂਪ ਸਰੂਪ ਮਹਾਲਖ। ਦੇਵ ਅਦੇਵ ਲਜਾਵਹਿੰਗੇ। ਰੂਪ ਜਿਹੜਾ ਹੈ ਅਨੂਪ ਰੂਪ ਹੈ। ਅਨੂਪ ਰੂਪ ਉਹ ਹੁੰਦਾ ਹੈ ਆਤਮਾ ਦਾ ਰੂਪ ਹੈ ਨਾ, ਸ਼ਬਦ ਰੂਪ ਹੈ ਜਿਹੜਾ, ਉਹ ਅਨੂਪ ਹੈ। ਉਹਦੀ ਉਪਮਾ ਬਾਹਰ ਨਹੀਂ ਦੇ ਸਕਦੇ ਆਪਾਂ। ਬਾਹਰ ਹੋ ਜਾ ਸ਼ਬਦ ਹੈ ਹੀ ਨਹੀਂ, ਉਹ ਫੁਰਨ ਹੈ ਇੱਕ ਕਿਸਮ ਦਾ। ਫੁਰਨ ਨੂੰ ਸ਼ਬਦ ਕਹਿੰਦੇ ਹਾਂ ਅਸੀਂ। ਰੂਪ ਉਹਦਾ ਕੀ ਹੈ? ਰੂਪ ਅੰਦਰੋਂ ਕੋਈ ਦੇਖ ਸਕਦਾ, ਆਪਣੇ ਅੰਦਰ, ਬਾਹਰ ਨਹੀਂ ਦੱਸਿਆ ਜਾ ਸਕਦਾ। ਜਿਵੇਂ ਸਾਨੂੰ ਅਚਾਨਕ ਕੋਈ ਗੱਲ ਚੇਤਾ ਆਉਂਦੀ ਹੈ, ਉਹੀ ਰੂਪ ਹੈ ਉਹਦਾ। ਚੇਤਾ ਆਉਂਦਾ ਆਪੇ ਹੀ ਕਿਸੇ ਗੱਲ ਦਾ, ਉਹ ਰੂਪ ਸੀ ਉਹਦਾ। ਬਸ ਉਹ ਅੰਦਰੋਂ ਮਹਿਸੂਸ ਕੀਤਾ ਜਾ ਸਕਦਾ, ਪਤਾ ਸਭ ਨੂੰ ਹੈ। ਉਹਦੇ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਾ ਸਕਦਾ। ਅੰਦਰਲੀ ਚੀਜ਼ ਹੈ, ਸਭ ਦੇ ਅੰਦਰ ਹੈਗੀ ਹੈ। ਲਖ ਦੇਵ ਅਦੇਵ ਲਜਾਵਹਿੰਗੇ। ਲੱਖ ਦੇਵ ਅਦੇਵ ਲਜਾਵਾਂਗੇ। ਜਿਹਨੇ ਦੇਵਤੇ ਹੋਣ ਚਾਹੇ ਨਾ ਦੇਵਤੇ ਹੋਣ, ਜਿਨ੍ਹਾਂ ਨੇ ਉਹ ਸਰੂਪ ਦੇਖ ਲਿਆ ਨਾ, ਜਿਨ੍ਹਾਂ ਨੂੰ ਉਹਦੀ ਸਮਝ ਆ ਗਈ, ਉਹ ਉਹਦੇ ਅੱਗੇ ਸਿਰੇ ਝੁਕਾ ਦਿੰਦੇ ਨੇ। ਫਿਰ ਕਲਕੀ ਉਤਾਰ ਦੇ, ਕਲਕੀ ਅੰਦਰ ਸ਼ਬਦ ਹੈ, ਅੰਦਰਲਾ ਸ਼ਬਦ ਹੈ। ਕਲਕੀ ਉਤਾਰ ਇੱਕੋ ਹੀ ਨੇ, ਉਹ ਤਾਂ ਉਹੀ ਸ਼ਬਦ ਹੈ। ਉਹਨਾਂ ਦੇ ਵੀ ਅੰਦਰ ਹੈਗਾ, ਉਹਦੇ ਵੀ ਅੰਦਰ। ਉਹਨਾਂ ਦੇ ਪ੍ਰਗਟ ਨਹੀਂ, ਉਹਦੇ ਪ੍ਰਗਟ ਹੈ। ਬਸ ਉਹ ਇੰਨਾ ਹੀ ਫਰਕ ਹੈ, ਤੇ ਸਭ ਦੇ ਅੰਦਰ ਹੀ ਹੈ। ਕੋਈ ਹੈ ਉਹ ਪ੍ਰਗਟ ਨਹੀਂ, ਉਹ ਪ੍ਰਗਟ ਹੈ। ਦਾਣਾ ਕੋਈ ਬੀਜ ਲੋ, ਜੰਮਦਾ ਸਾਰਿਆਂ ਨਹੀਂ ਹੋਣਾ। ਉਹ ਜੋ ਪੇੜ ਰੂਪ ਦੇ ਵਿੱਚ ਹੈ ਨਹੀਂ, ਦਾਣੇ ਦੇ ਵਿੱਚ ਹੈ ਪੇੜ, ਪਰ ਪ੍ਰਗਟ ਨਹੀਂ। ਦਾਣੇ ਦੇ ਵਿੱਚ ਪੇੜ ਹੈਗਾ, ਪ੍ਰਗਟ ਨਹੀਂ ਹੈ। ਪੇੜ ਤਾਂ ਉਹਨਾਂ ਦੇ ਵੀ ਅੰਦਰ ਹੈਗਾ। ਇੱਕ ਜੰਮਿਆ ਹੈ, ਇੱਕ ਜੰਮਿਆ ਨਹੀਂ। ਉਹ ਦੂਆ ਦੇ ਅੰਦਰ ਜੰਮਿਆ ਵੇ, ਆਹੀ ਤਾਂ ਪ੍ਰਚਾਰ ਹੈ। ਹੋਰ ਪ੍ਰਚਾਰ ਕੀ ਹੈ? ਪ੍ਰਚਾਰ ਦਾ ਮਤਲਬ ਕਿ ਉਹਦਾ ਵੀ ਜੰਮਿਆ ਵੇ। ਕਿਵੇਂ ਜੰਮਣਾ ਉਹ, ਕਿਵੇਂ ਅਸੀਂ ਉਹਨੂੰ ਬਾਹਰ ਪ੍ਰਗਟ ਕਰਨਾ, ਇਹ ਪ੍ਰੋਸੀਜਰ ਹੀ ਹੈ ਗੁਰਬਾਣੀ, ਹੋਰ ਕੁਝ ਨਹੀਂ ਹੈ। ਸਭ ਦੇ ਅੰਦਰ ਹੈ ਬੀਜ, ਬੀਜ ਰੂਪ। ਧਰਤੀ ਵੀ ਹੈ, ਸਭ ਕੁਛ ਹੈ। ਮਨ ਟਿਕਦਾ ਨਹੀਂ, ਜਿੰਨਾ ਚਿਰ ਟਿਕਦਾ ਨਹੀਂ ਉਹਨਾਂ ਚਿਰ ਜੰਮਦਾ ਨਹੀਂ। ਜੇ ਰੋਜ਼ ਹਲਾਈ ਜਾਈਏ ਬੀਜ ਨੂੰ, ਫਿਰ ਨਹੀਂ ਜੰਮਦਾ ਹੈ, ਪਾਣੀ ਸੁੱਕ ਜਾਂਦਾ ਹੈ। ਗਿੱਲੀ ਧਰਤੀ ਰੱਖਣੀ ਹੈ, ਸੰਤੋਖ ਦਾ ਸੁਹਾਗਾ ਵੀ ਰੱਖਣਾ ਹੈ। ਨਾਮ ਬੀਜ ਸੰਤੋਖ ਸੁਹਾਗਾ, ਪਰ ਦੱਸਿਆ ਹੀ ਹੋਇਆ। ਨਾਮ ਨੂੰ ਬੀਜ ਕੇ ਸੰਤੋਖ ਦਾ ਸੁਹਾਗਾ ਮਾਰ ਕੇ ਰੱਖੋ। ਰੱਖ ਗਰੀਬੀ ਬੇਸ। ਜੇ ਕਹੋਗੇ ਵੀ ਜਿਹੜਾ ਆ ਗਿਆ ਖਾ ਲਿਆ, ਗਰੀਬੀ ਠੀਕ ਹੈ। ਜੇ ਤੁਸੀਂ ਉਹਦੇ ਤ੍ਰਿਸ਼ਨਾ ਹੋਊਗੀ, ਸੇਕ ਆ ਜਾਊਗਾ ਤ੍ਰਿਸ਼ਨਾ ਦਾ, ਫਿਰ ਸੁੱਕ ਜਾਣੀ ਹੈ ਧਰਤੀ ਇੱਧਰੋਂ। ਆਹੀ ਗੱਲ ਦੱਸੀ ਹੈ, ਹੋਰ ਇਹਦੇ 'ਚ ਕੀ ਹੈ? ਸਭ ਦੇ ਅੰਦਰ ਹੈ ਬੀਜ। ਤੇਰਾ ਕਿਵੇਂ ਉਗੂਗਾ? ਆਪਣਾ ਆਪਣਾ ਪੈਦਾ ਕਰ ਸਕਦੇ ਹੋ ਤੁਸੀਂ ਸਾਰੇ ਆਪਣੇ ਅੰਦਰ। ਹਾਂਜੀ। ਅਰੀ ਮਾਰ ਸੁਧਾਰ ਕੇ ਟਾਰ ਘਣੇ, ਬਹੁਰੋ ਕਲ ਧਰਮ ਚਲਾਵਹਿੰਗੇ। ਅਰੀ ਮਾਰ, ਜਿਹੜੇ ਵਿਰੋਧ ਕਰਨਗੇ, ਪਹਿਲਾਂ ਵਿਰੋਧ ਕਾਫੀ ਲੋਕ ਕਰਦੇ ਰਹਿੰਦੇ ਹੁੰਦੇ ਨੇ। ਇਹਦਾ ਸਵਾਲ ਆ ਕੇ ਕਰਨਾ, ਹੁਕਮ ਦੇ ਪ੍ਰਥਾਏ ਬਹੁਤ ਕਰਦੇ ਨੇ ਜੀ। ਇਹ ਹੁਕਮ ਆਇਆ, ਜੇ ਹੁਕਮ ਸਭ ਕੁਝ ਕਰਦਾ, ਸਾਨੂੰ ਪਾਪ ਕਾਹਦਾ?
ਮੈਂ ਕਿਹਾ ਵੀ ਤੁਹਾਡੇ ਘਰ ਨੂੰ ਡਾਕੂ ਭੇਜ ਦਿੰਦੇ ਆ, ਥੋੜੀਆਂ ਨਾ ਲੱਤਾਂ ਬਾਹਾਂ ਤੋੜ ਜਾਣੇ, ਨਾ ਲੁੱਟ ਕੇ ਲੈਣ, ਤੁਸੀਂ FIR ਨਾ ਦਰਜ ਕਰਾਇਓ, ਪਹਿਲਾਂ ਤੁਸੀਂ ਆਪਣੇ ਤੇ ਲਿਆਓ, ਹੁਕਮ ਮੰਨ ਕੇ ਬਹਿ ਜਾਓਗੇ। ਅਗਰ ਨਹੀਂ ਅਸੀਂ ਤਾਂ ਨਹੀਂ ਬਹਿੰਦੇ, ਤੇ ਤੁਹਾਨੂੰ ਕਿਵੇਂ ਸਮਝ ਆ ਜੂ ਹੁਕਮ ਦੀ? ਹਾਂ ਤੁਸੀਂ ਡਾਕਾ ਮਾਰੋ ਫਿਰ ਤਾਂ ਹੁਕਮ ਤੁਹਾਨੂੰ ਫਾਇਦੇ 'ਚ ਹੈ, ਜੇ ਤੁਹਾਡੇ ਤੇ ਡਾਕਾ ਪੈ ਜਾ ਫਿਰ ਨਹੀਂ ਸਮਝ। ਅਸੀਂ ਕਿਸੇ ਦੇ ਡਾਕਾ ਮਾਰਾਂਗੇ ਫਿਰ ਤਾਂ ਤੁਹਾਡੇ ਵਾਲਾ ਹੁਕਮ ਠੀਕ ਹੈ, ਜੇ ਸਾਡੇ ਤੇ ਪੈ ਜਾ ਫਿਰ ਨਹੀਂ ਠੀਕ। ਦੋਵੇਂ ਪਾਸੇ ਵਾਲਾ ਠੀਕ ਸਮਝੋ ਨਾ, ਫਿਰ ਤਾਂ ਗੱਲ ਬਣਦੀ ਹੈ। ਦੋਵੇਂ ਪਾਸੇ ਵਾਲਾ ਨਹੀਂ ਠੀਕ ਹੈਗਾ, ਆਪਣੇ ਫਾਇਦੇ ਦਾ ਹੀ ਠੀਕ ਹੈ। ਬਹੁਤ ਕੁਛ ਹੈ ਹੁਕਮ ਤੇ ਪਹਿਲਾਂ ਕਰਨ ਨੂੰ, ਸਮਝਣ ਨੂੰ। ਜਿਹੜਾ ਸਭ ਤੋਂ ਪਹਿਲੀ ਗੱਲ ਨੂੰ, ਸਭ ਤੋਂ ਆਖਰੀ ਗੱਲ ਨੂੰ ਪਹਿਲਾਂ ਸਮਝਣ ਆ ਜੇ ਨਾ ਸਕੂਲ ਦੇ ਵਿੱਚ, ਵੀ ਸਕੂਲ ਛੱਡਣ ਵੇਲੇ MA ਵੇਲੇ ਜਿਹੜਾ ਸਵਾਲ ਮੈਨੂੰ ਸਮਝਾਉਣਾ, ਮੈਨੂੰ ਪਹਿਲੇ ਦਿਨ ਸਮਝਾ ਦਿਓ, ਉਹ ਪੜ੍ਹ ਲਿਆ ਬਸ। ਅਸਲ ਜੇ ਅੱਜੇ ਆਉਣਾ ਚਾਹੁੰਦਾ ਸਕੂਲ, ਦੂਏ ਦਿਨ ਆਉਣਾ ਨਹੀਂ ਚਾਹੁੰਦਾ। ਵੀ ਡਿਗਰੀ ਮੈਨੂੰ ਮਿਲ ਜਾਵੇ, ਉਹ ਡਿਗਰੀ ਉਹ ਲੈ ਲਵੇ ਮੁੱਲ ਕੇ ਤਾਂ ਜੇ ਮਿਲਦੀ ਹੈ। ਉਹਨੇ ਸਵਾਲ ਸਮਝ ਕੇ ਵੀ ਕੀ ਲੈਣਾ, ਫਿਰ ਸਮਝਣ ਦੀ ਵੀ ਕੀ ਲੋੜ ਹੈ, ਕਿਸੇ ਹੋਰ ਤੇ ਕਢਾ ਲਵੇ। ਇਹੋ ਜਿਹੇ ਲੋਕ ਨੇ। ਹੁਕਮ ਨੂੰ ਬੁੱਝਣਾ, ਹੁਕਮ ਬੁੱਝਣ ਵਾਲੀ ਚੀਜ਼ ਹੈ, ਸਮਝਣ ਵਾਲੀ ਚੀਜ਼ ਹੈ ਉਹ ਨਹੀਂ। ਜਦ ਹੁਕਮ ਬੁੱਝ ਲਿਆ, ਪਰਮ ਪਦ ਪਾਈ ਹੈ, ਫਿਰ ਕਰਨ ਨੂੰ ਕੁਛ ਨਹੀਂ ਰਿਹਾ। ਆਖਰੀ ਜਿਹੜੀ ਗੱਲ ਹੈ ਉਹਨੂੰ ਪਹਿਲੇ ਦਿਨ ਇਹ ਪੁੱਛਦੇ ਨੇ ਜਿਹੜੇ ਆ ਕੇ, ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਤੁਸੀਂ ਸਵਾਲ ਕੀ ਕਰਨਾ। ਸਵਾਲ ਉਹ ਕਰੋ ਜਿਹੜੀ ਤੁਹਾਡੀ ਕਲਾਸ, ਜਿੱਥੇ ਤੁਸੀਂ ਪੜ੍ਹਦੇ ਹੋ, ਜਿਹੜੇ ਤੁਹਾਡੀ ਜੋ ਸਿਲੇਬਸ ਹੈ, ਜਿੱਥੇ ਜਿੰਨਾ ਤੁਸੀਂ ਪੜ੍ਹ ਲਿਆ, ਸਮਝ ਲਿਆ, ਉਹਦੇ 'ਚ ਸਵਾਲ ਕਰੋ। ਉਹ ਤੁਸੀਂ ਅਜੋ ਤੁਹਾਨੂੰ ABC ਦਾ ਜੋ ਸਮਝ ਨਹੀਂ ਆਈ, ਸਵਾਲ ਤੁਸੀਂ ਕਰਦੇ ਹੋ ਆਖਰੀ ਜਾ ਕੇ। ਇਹਦਾ ਮਤਲਬ ਹੈ ਵੀ ਤੁਸੀਂ ਪੜ੍ਹਨਾ ਚਾਹੁੰਦੇ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਹੈਗਾ, ਉਹ ਜੱਟ ਹੋ ਤੁਸੀਂ ਤਾਂ। ਸਵਾਲ ਉੱਥੇ ਕਰੋ ਜਿਹੜਾ ਤੁਹਾਨੂੰ ਪਿੱਛੇ ਤਾਂ ਸਮਝ ਲਿਆ, ਪਿੱਛੇ ਸਮਝ ਲਿਆ, ਇੱਥੋਂ ਨਹੀਂ ਸਮਝ ਆਈ ਤਾਂ ਗਾਹਾਂ ਤੁਰੋ। ਚੱਲੇ ਇੱਕ ਕਦਮ ਦੀ ਗੱਲਾਂ ਕਰਦਾ ਵੀ ਦਿੱਲੀ ਤੇ ਪਰੇ ਰਾਹ ਕਿਹੋ ਜਿਹਾ, ਤਾਂ ਦਿੱਲੀ ਜਾਓਗੇ ਉਹ ਤੇ ਪਰਲਾ ਫਿਰ ਪੁੱਛ ਲਿਓ ਉੱਥੇ ਜਾ ਕੇ, ਦਿੱਲੀ ਤੇ ਤਾਂ ਪਹੁੰਚੋ ਹਲੇ, ਗਾਹਾਂ ਫੇਰ ਦੇਖ ਲਿਓ ਜਾ ਕੇ। ਅਰੀ ਮਾਰ ਸੁਧਾਰ ਕੇ ਟਾਰ ਘਣੇ, ਅਰੀ ਮਾਰ ਸੁਧਾਰ ਕੇ ਟਾਰ ਘਣੇ। ਜਿਹੜੇ ਦੁਸ਼ਮਣ ਸੀ, ਰਾਹ ਰੋਕਣ ਵਾਲੇ ਸੀ, ਸੁਧਾਰ ਕੇ ਟਾਰ ਘਣੇ। ਕੁਝ ਸੁਧਾਰ ਤੇ ਸਮਝਾਤੇ, ਕੁਝ ਤਾਂ ਸਮਝਾ ਕੇ ਭੇਜਤੇ ਘਰ ਨੂੰ। ਜਿਹੜੇ ਫਿਰ ਨਾ ਮੰਨੇ ਉਹਨਾਂ ਦੇ ਕੁਝ ਡਾਂਗ ਫੇਰੀ, ਕੁਝ ਉਹ ਭੱਜ ਗਏ, ਮਾਰ ਕੇ ਟਾਰ ਤੇ, ਮਾਰ ਕੇ ਭਜਾਤੇ, ਘਣੇ ਕੁੱਟ ਕੇ ਕਾਫੀ। ਬਹੁਰੋ ਕਲ ਧਰਮ ਚਲਾਵੇਂਗੇ, ਬਹੁਤ ਲੋਕ ਕਰ ਧਰਮ ਚ ਫੇਰ ਰਾਹ ਸਾਫ, ਬਹੁਰੋ ਕਲ ਧਰਮ ਚਲਾਵੇਂਗੇ, ਦੁਬਾਰਾ ਫਿਰ ਰਾਹ ਚੱਲੂਗੇ ਧਰਮ ਦਾ। ਕੁਝ ਤਾਂ ਪਹਿਲਾਂ ਗੱਲਾਂ ਸੁਣ ਕੇ ਹੀ ਸਮਝ ਜਾਣਗੇ, ਛੱਡ ਜਾਣਗੇ ਇਹਨਾਂ ਨੂੰ ਵੀ ਇਹ ਭਾਈ ਗਲਤ ਰਸਤਾ ਰੋਕਦੇ ਨੇ, ਪਬਲਿਕ ਆਉਂਦੀ ਹੈ, ਪਬਲਿਕ ਨਾਲ ਤਾਂ ਦੁਸ਼ਮਣੀ ਨਹੀਂ ਤੁਹਾਡੀ ਹੈਗੀ। ਜੇ ਰੱਬ ਦਾ ਰਾਹ ਰੋਕਦੇ ਤੁਸੀਂ ਰੱਬ ਨੂੰ ਸਿੱਧਾ ਹੀ ਜਾ ਕੇ, ਜਿਹੜੇ ਤੁਹਾਡਾ ਰੱਬ ਨਾਲ ਗੁੱਸਾ ਹੈ ਸਿੱਧਾ ਉਹਦੇ ਨਾਲ ਕਰੋ ਜਾ ਕੇ, ਪਬਲਿਕ ਨਾਲ ਕਦੇ ਤੁਸੀਂ ਦੁਖੀ ਕਰਦੇ ਹੋ। ਜਿਹੜਾ ਜਾਣਾ ਚਾਹੁੰਦਾ ਉਹਨੂੰ ਜਾਣ ਦਿਓ, ਜਿਹੜਾ ਨਹੀਂ ਜਾਣਾ ਚਾਹੁੰਦਾ ਤੁਹਾਡੇ ਨਾਲ ਤੁਸੀਂ ਲੈ ਜਾਓ। ਆਹ ਗੱਲ ਹੈ, ਸਹੀ ਗੱਲ ਇਹਨਾਂ ਨੂੰ ਦੱਸੋ ਗੱਲ ਕੀ ਹੈ ਵਿੱਚੋਂ। ਜਿਹੜਾ ਤੁਸੀਂ ਰੱਬ ਕਹਿੰਦੇ ਹੋ ਹੈਗਾ, ਉਹ ਦੱਸੋ ਹੈਗਾ, ਦਿਖਾਓ। ਜੇ ਇੱਛਾ ਤੁਸੀਂ ਕਹਿੰਦੇ ਪੂਰੀਆਂ ਹੁੰਦੀਆਂ ਨੇ, ਲੈ ਮੇਰੀਆਂ ਕਰਕੇ ਦਿਖਾਓ। ਆਪਾਂ ਇੱਕ 10 ਅਰਦਾਸਾਂ ਕਰ ਲੈਂਦੇ ਹਾਂ, ਜੇ 10 ਨਾ ਪੂਰੀਆਂ ਹੋਈਆਂ ਫਿਰ, ਜੇ 1000 ਕਰ ਲੈਂਦੇ, ਜੇ ਇੱਕ ਪੂਰੀ ਹੋ ਗਈ, 2 ਪੂਰੀਆਂ ਹੋ ਗਈਆਂ, ਬਾਕੀ ਨਾ ਪੂਰੀਆਂ ਹੋਈਆਂ, ਉਹ ਦੱਸੋ। ਇੱਕ ਵੋਟ ਤੇ ਤਾਂ ਹਾਰ ਜਿੱਤ ਹੋ ਜਾਂਦੀ ਹੈ। ਜੇ 100 ਚੋਂ 51 ਨਾ ਪੂਰੀਆਂ ਹੋਈਆਂ ਤਾਂ ਤੁਸੀਂ ਝੂਠੇ, 49 ਪੂਰੀਆਂ ਹੋ ਗਈਆਂ ਤਾਂ ਵੀ ਝੂਠੇ ਤੁਸੀਂ। ਵੋਟਾਂ ਦਾ ਰਾਜ ਹੈ ਨਾ। ਪਰ ਜੇ ਪੂਰੀ ਹੋ ਨਾ ਹੋਈ ਕੋਈ 100 ਚੋਂ, ਫਿਰ ਅਰਦਾਸ, ਫਿਰ ਕੀ ਜਵਾਬ ਹੈ? ਕੋਈ ਕਿਸੇ ਕੋਈ ਹੈ ਹਿੰਮਤ? ਜੇ 49 ਪੂਰੀਆਂ ਹੋ ਗਈਆਂ, 51 ਨਾ ਪੂਰੀਆਂ ਹੋਈਆਂ ਤਾਂ ਵੀ ਹਾਰ ਗਏ ਹੋ, ਕਿਉਂਕਿ 2 ਵੋਟਾਂ ਦੂਏ ਪਾਸੇ ਵੱਧ ਨੇ,
ਤਾਂ ਵੀ ਤੁਸੀਂ ਝੂਠੇ। 49 51 ਕਿਉਂ ਨਹੀਂ ਪੂਰੀ ਹੋਈ, ਇਹਦਾ ਜਵਾਬ ਦਿਓ। ਉਹ ਤਾਂ ਇੱਕ ਵੀ ਪੂਰੀ ਕਿਉਂ ਨਹੀਂ ਹੋਈ? ਜੇ ਇੱਕ ਵੀ ਪੂਰੀ ਨਹੀਂ ਹੁੰਦੀ ਉਹ ਕਿਉਂ ਨਹੀਂ ਹੋਈ, ਉਹਦਾ ਜਵਾਬ ਦਿਓ। 99 ਅਰਦਾਸਾਂ ਪੂਰੀਆਂ ਹੋ, ਇੱਕ ਕਿਉਂ ਨਹੀਂ ਹੋਈ, ਉਹਦਾ ਜਵਾਬ ਦਿਓ। ਸਭ ਫਰਾਡ ਹੈ, ਆਪੇ ਹੀ ਭੱਜ ਜਾਂਦੇ ਹੁੰਦੇ ਨੇ, ਇਹ ਬੋਲਦੇ ਹੀ ਨਹੀਂ ਹੁੰਦੇ। ਫਿਰ ਕੀ ਕਹਿੰਦੇ, ਅਸੀਂ ਜੀ ਬਹਿਸ ਨਹੀਂ ਕਰਦੇ। ਬਹਿਸ ਤਾਂ ਆਪੇ ਨਹੀਂ ਕਰਦੇ। ਬਹਿਸ ਕਾਹਨੂੰ ਕਰਦੇ ਹੋ ਤੁਸੀਂ? ਝੂਠੇ ਬਹਿਸ ਕਰਦੇ ਹੁੰਦੇ ਨੇ। ਝੂਠੇ ਬਹਿਸ ਕਰਦੇ ਹੁੰਦੇ ਨੇ, ਭੱਜ ਜਾਂਦੇ ਹੁੰਦੇ ਨੇ ਝੂਠੇ। ਹਾਂਜੀ। ਸਭ ਸਾਧ ਉਭਾਰ ਲਹੇ ਕਰਦਾ, ਦੁੱਖ ਆਂਚ ਨ ਲੱਗਣ ਪਾਵਹਿੰਗੇ। ਉਹ ਵਿਚਾਰੇ ਸਾਧ ਜਿਹੜੇ ਘੇਰੇ ਨੇ ਰਾਹ 'ਚ, ਜਿਹੜੇ ਪਿੱਛੇ ਕਰ ਲਾ ਕਾਰ ਨਹੀਂ ਭੰਦਾਂਗੇ, ਉਹ ਤਾਂ ਪਿੱਛੇ ਕਰ ਲੈਂਦੇ ਵਿਚਾਰੇ ਸਾਧ ਨੇ। ਉਹ ਤਾਂ ਜਿਹੜੇ ਸੜਕ ਤੇ ਘੇਰ ਲਏ ਉਹ ਤਾਂ ਸਾਧ ਨੇ, ਉਹ ਕਿਤੇ ਲੜਦੇ ਨੇ ਗੱਲ। ਇਹ ਤਾਂ ਲਫੰਗੇ ਨੇ ਰਾਹ ਰੋਕਣ ਵਾਲੇ, ਉਹ ਸਾਧ ਨੇ ਵਿਚਾਰੇ ਜਿਨ੍ਹਾਂ ਦਾ ਰਾਹ ਰੋਕਿਆ ਹੋਇਆ। ਸਭ ਸਾਧ ਉਭਾਰ ਲਹੇ ਕਰਦਾ। ਪੁਲਿਸ ਮੂਹਰੇ ਜੋ ਆ ਗਈ, ਉਹ ਕਹਿੰਦੇ ਨੇ ਹੁਣ ਆਓ ਛੇੜੋ। ਕਹਿੰਦਾ ਸੀ ਮੇਰੀ ਕਾਰ ਭੰਨ, ਕਹਿੰਦਾ ਹੁਣ ਕਹਿ ਆ ਜਾ ਤੈਨੂੰ ਭਨਾਈਏ ਕਾਰ। ਉਹ ਜੇ ਪੁਲਿਸ ਵਾਲਿਆਂ ਦੇ ਦੇਖਦਾ, ਉਹ ਕਰਦਾ ਨਾ ਸਿੱਧੀ ਗੱਲ, ਫਿਰ ਭੱਜ ਜਾਂਦਾ। ਇਹ ਲਫੰਗੇ ਉਹਨਾਂ ਚਿਰੇ ਕਰਦੇ ਨੇ ਜਿੰਨਾ ਜੇ ਡਾਂਗ ਨਹੀਂ ਫਿਰਦੀ। ਜੇ ਡਾਂਗਾਂ ਵਾਲੇ ਆ ਜਾਂਦੇ ਨੇ, ਆਪੇ ਰਾਹ ਛੱਡ ਦਿੰਦੇ ਨੇ। ਇਹਨਾਂ ਰਾਹ ਰੋਕਿਆ ਪਰਮੇਸ਼ਰ ਦਾ ਸਾਰਿਆਂ ਨੇ। ਅੱਤ ਚੱਕੀ ਹੋਈ, ਇਸੇ ਨੂੰ ਅੱਤ ਚੱਕੀ ਹੋਈ ਕਿਹਾ। ਇਹ ਸੰਤਾਂ ਨੇ, ਸਾਰਿਆਂ ਨੇ, ਰਾਜਿਆਂ ਨੇ ਮਿਲ ਕੇ ਅੱਤ ਚੱਕੀ ਹੋਈ ਹੈ। ਸਾਰੇ ਰਾਹ ਰੋਕੀ ਖੜੇ ਨੇ। ਦੁੱਖ ਆਂਚ ਨਾ ਲੱਗਣ ਪਾਵਹਿੰਗੇ। ਉਹਨਾਂ ਨੂੰ ਦੁੱਖ ਆਂਚ ਨਹੀਂ ਲੱਗਦੀ। ਜਿਹੜੇ ਖੜੇ ਨੇ ਸੜਕ ਦੇ ਉੱਤੇ, ਉਹ ਪਾਣੀ ਹੈ ਨਹੀਂ, ਰੋਟੀ ਹੈ ਨਹੀਂ ਉੱਥੇ, ਲੋਕ ਦੁਖੀ ਨੇ। ਤੁਸੀਂ ਕੀ ਕਰਦੇ ਹੋ ਉਹਨਾਂ ਨਾਲ ਵਰਤਾਅ? ਦੁੱਖ ਆਂਚ ਨਾ ਲੱਗਣ ਪਾਵਣਗੇ। ਉਹਨਾਂ ਨੂੰ ਦੁੱਖ ਆਂਚ ਤੋਂ ਬਚਾ ਲੈਂਦਾ ਪਬਲਿਕ ਨੂੰ। ਸਾਧ ਨੇ, ਜਿਹੜੇ ਸਾਧ ਨੇ, ਉਹਨਾਂ ਨੂੰ ਦੁੱਖ ਆਂਚ ਨਹੀਂ ਲੱਗਦੀ। ਪਰ ਭਾਗ ਪਿਆ ਇਹ ਸੰਭਲ ਕੇ ਹਰਜੂ ਹਰੀ ਮੰਦਰ ਆਵਹਿੰਗੇ। ਬਸ ਪੁਲਿਸ ਆ ਗਈ ਮੌਕੇ ਤੇ, ਹਰਮੰਦਰ ਆ ਗਏ। ਜਿਵੇਂ ਪੁਲਿਸ ਆ ਜਾਂਦੀ ਹੈ ਰਾਹ ਰੋਕੇ ਜਾਣਾ, ਤੇ ਐ ਹਰਮੰਦਰ 'ਚ ਆ ਜਾਂਦਾ ਹੈ। ਐ ਫਿਰ ਆ ਕੇ ਉੱਥੋਂ ਉਹ ਫਿਰ ਦੱਸਦਾ ਵੀ ਸੱਚ ਕੀ ਹੈ, ਝੂਠ ਕੀ ਹੈ। ਖੋਟੇ ਕੌਣ ਨੇ, ਖਰੇ ਕੌਣ ਨੇ? ਗੁਰਮੁਖੀ ਖੋਟੇ ਖਰੇ ਪਛਾਣ। ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖੀ ਲਾਗੇ ਸਹਿਜ ਧਿਆਨ। ਗੁਰਮੁਖੀ ਪਾਵੈ ਦਰਗਹਿ ਮਾਣ। ਦਰਗਹਿ ਮਾਣ ਕਿਵੇਂ ਪ੍ਰਾਪਤ ਹੋਊ ਸਾਰਿਆਂ ਨੂੰ? ਜਦ ਆਪਣੇ ਰਾਹ ਬੰਦ ਹੋ ਜੂ, ਸਾਰੇ ਘਰ ਨੂੰ ਜਾਣਗੇ, ਸਾਰਿਆਂ ਦਾ ਮਾਣ ਦਰਗਾਹ ਘਰ ਜਾ ਕੇ ਹੋਊ। ਦਾਨਵ ਮਾਰ ਅਪਾਰ ਵੱਡੇ, ਰਣ ਜੀਤ ਨਿਸ਼ਾਨ ਬਜਾਵਹਿੰਗੇ। ਦਾਨਵ ਮਾਰ ਅਪਾਰ ਵੱਡੇ, ਜਿਹੜੇ ਵੱਡੇ ਵੱਡੇ ਦਾਨਵ ਨੇ ਨਾ, ਪਹਿਲਾਂ ਉਹਨਾਂ ਨੂੰ ਮਾਰੂ। ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਨੇ ਦਾਨਵ, ਜਿਹੜੇ ਦਾਅਵੇ ਕਰਦੇ ਨੇ। ਉਹ ਜਿਵੇਂ ਦਰਸ਼ਨ ਸਿੰਘ ਕਰਦਾ, ਵੱਡਾ ਦਾਨਵ ਸੀ। ਜਾਂ ਸਪੋਕਸਮੈਨ ਜੋਗਿੰਦਰ ਸਿੰਘ ਸੀ, ਪਹਿਲਾਂ ਉਹ ਕਾਲਾ ਅਫਗਾਨਾ ਸੀ। ਆਉਣੇ ਜਹੇਦਾਰ ਨੇ ਵਿੱਚੇ ਸਾਰੇ ਹੀ ਹੁਣੇ ਬੋਲਣ ਦਾਨਵ ਮਾਰ ਅਪਾਰ ਵੱਡੇ। ਇਹਨਾਂ ਦੇ ਪਹਿਲਾਂ ਡਾਂਗ ਫਿਰਦੀ ਹੈ, ਇਹਨਾਂ ਦੇ ਮਾਰ ਪੈਂਦੀ ਹੈ ਵੀ ਤੁਸੀਂ ਆਓ ਬਈ, ਆਓ ਟੀਵੀ ਤੇ, ਆਓ ਪਬਲਿਕ ਦੇ ਵਿੱਚ, ਕਰੋ ਗੱਲ ਗੁਰਮਤ ਦੀ, ਗੱਲ ਕਰੋ। ਤੁਸੀਂ ਤੁਹਾਨੂੰ ਜਾਣ ਕੇ ਕਰਦੇ ਹੋ ਜਾਂ ਸਮਝ ਨਹੀਂ? ਜੇ ਜਾਣ ਕੇ ਕਰਦੇ ਹੋ, ਕਿਉਂ ਕਰਦੇ ਹੋ? ਅਪਰਾਧੀ ਹੋ। ਗੁਰੂ ਦੇ ਵੀ, ਗੋਲਕ ਦੇ ਵੀ, ਪਬਲਿਕ ਦੇ। ਪਬਲਿਕ ਗੋਲਕ 'ਚ ਪੈਸੇ ਕਾਹਦੇ ਖਾਤਰ ਪਾਉਂਦੀ ਹੈ? ਤੁਹਾਡੇ ਧਰਮ ਦੇ ਪ੍ਰਚਾਰ ਵਾਸਤੇ ਪਾਉਂਦੀ ਹੈ ਨਾ, ਵੀ ਸਾਡੇ ਬੱਚਿਆਂ ਨੂੰ ਅੱਗੇ ਠੀਕ ਰਸਤਾ, ਸਾਨੂੰ ਠੀਕ ਰਸਤਾ ਮਿਲੇ। ਤੁਸੀਂ ਵਿਹਲੇ ਖਾਂਦੇ ਹੋ ਇੱਥੇ, ਕਾਹਦੇ ਵਾਸਤੇ ਖਾਂਦੇ ਹੋ ਵਿਹਲੇ? ਕੀ ਕਰਦੇ ਹੋ? ਜਿਹੜੇ ਤੁਸੀਂ ਇੰਟੈਲੈਕਚੁਅਲ ਰੱਖੇ ਨੇ ਉੱਥੇ, ਤਨਖਾਹਾਂ ਦਿੰਦੇ ਹੋ, ਕਾਹਦੀਆਂ ਦਿੰਦੇ ਹੋ? ਕੀ ਕਰਦੇ ਨੇ ਉਹ? ਇਹਨਾਂ ਬਲੇਦਾ ਇਕੱਠਾ ਕੀਤਾ ਜਿਹੜਾ ਉੱਥੇ, ਕੀ ਕਰਦਾ ਉਹ? ਸਟਾਫ ਕਾਹਦੇ ਵਾਸਤੇ ਰੱਖਿਆ? ਕਾਹਦੀਆਂ ਤਨਖਾਹਾਂ ਦਿੰਦੇ ਹੋ? ਮੈਨੇਜਰ ਕਾਹਦੇ ਵਾਸਤੇ ਰੱਖਿਆ? ਉਹ ਤੁਸੀਂ ਲੱਖਾਂ ਕਰੋੜਾਂ ਰੁਪਏ ਤਨਖਾਹ ਦਿੰਦੇ ਹੋ, ਕਾਹਦੇ ਦਿੰਦੇ ਹੋ? ਕੀ ਕਰਦੇ ਨੇ ਉਹ ਲੋਕ? ਉਹ ਹਾਥੀ ਕਾਹਦੇ ਭਰਤੀ ਕੀਤੇ ਨੇ ਜਿੱਥੇ? ਧਰਮ ਦਾ ਉਹਦਾ ਉੱਥੇ ਕੀ ਰੋਲ ਹੈ? ਕੀ ਕਰਦੇ ਨੇ ਧਰਮ ਦਾ? ਸਾਰੇ ਧਰਮੀ ਨੇ ਉਹ। ਕਿਉਂ ਖਰਚ ਕਰਦੇ ਉਹਦੇ ਤੇ? ਕੀ ਲੋੜ ਹੈ ਖਰਚ ਦੀ? ਕਿਹੜਾ ਸਟਾਫ ਸੀਗਾ ਰਵਿਦਾਸ ਕੋਲ? ਕਬੀਰ ਕੋਲ ਕਿਹੜਾ ਸਟਾਫ ਸੀ ਦੱਸੋ ਰੱਖਿਆ ਹੋਇਆ? ਤੁਹਾਨੂੰ ਸਟਾਫ ਦੀ ਕਿਉਂ ਲੋੜ ਪੈ ਗਈ? ਜਾਲੀ ਰਸੀਦਾਂ ਬਣਾਉਣ ਨੂੰ ਲੋੜ ਪਈ ਹੈ ਨਾ।
ਇਹਦੀ ਲੋੜ ਕੀ ਹੈ ਜਿਹੜਾ ਤੁਸੀਂ ਸਿਸਟਮ ਐਡਾ ਬੜਾ ਕੀਤਾ ਹੈ? ਭਗਤਾਂ ਕੋਲ ਕੀ ਸੀ? ਤੁਸੀਂ ਪੈਸਾ ਬਰਬਾਦ ਕਰੀ ਜਾਂਦੇ ਹੋ। ਆ ਇੰਨਾ ਕਰਜ਼ਾ ਉੱਤੇ ਪੰਜਾਬ ਤੇ ਕਰਜ਼ਾ ਹੀ ਲਾ ਦਿਓ, ਛੱਡੋ ਪਰੇ ਸਾਹਿਬ, ਇਹਨਾਂ ਨੂੰ ਛੁੱਟੀ ਦਿਓ, ਘਰ ਨੂੰ ਜਾਣ। ਜਿੰਨਾ ਚੜਾਵਾ ਸਾਰਾ ਖਜ਼ਾਨੇ ਜਮ੍ਹਾਂ ਕਰ ਦਿਆ ਕਰੋ। ਉਹ ਪਬਲਿਕ ਦਾ ਪੈਸਾ ਪਬਲਿਕ ਕੋਲੇ ਚਲਿਆ ਜਾਣਾ, ਟੈਕਸ ਤਾਂ ਘੱਟ ਲੱਗਣਗੇ। ਦੋ ਪੰਜ ਚਾਰ ਉਹ ਆਦਮੀ ਰੱਖੋ ਜਿਹੜੇ ਸੇਵਾ ਕਰਨ ਵਾਲੇ, ਹੁਣ ਗਿਣ ਕੇ ਪੈਸੇ ਦੇ ਦਿਆ ਕਰਨ ਉੱਧਰ। ਜਿਹਨੇ ਆਉਣਾ ਤੇ ਸੇਵਾ ਕਰਨੀ ਫ੍ਰੀ ਕਰੇ ਆ ਕੇ ਗੁਰਦੁਆਰੇ, ਜਿਹਨੇ ਕੀਰਤਨ ਕਰਨਾ ਫ੍ਰੀ ਕਰੇ। ਨਹੀਂ ਜਾਣਾ ਆ ਲੰਗਰ 'ਚ ਰੋਟੀ ਖਾ ਲਵੇ, ਨਹੀਂ ਆਪਣੇ ਘਰ ਨੂੰ ਬੈਠੇ। ਜਿਹਨੇ ਪੈਸੇ ਲੈਣੇ ਘਰ ਬੈਠੇ ਆਪਣੇ ਫ੍ਰੀ ਕਰਨ ਵਾਲੇ ਬਥੇਰੇ ਨੇ ਸਾਡੇ ਕੋਲ ਬੰਦੇ। ਇਹ ਛੱਡ ਕੇ ਭੱਜ ਜਾਣਾ, ਅਸੀਂ ਆਪੇ ਕਰ ਲਾਂਗੇ ਫ੍ਰੀ, ਸਾਰੇ ਕੰਮ ਹੋ ਜਾਊਗਾ ਫ੍ਰੀ। ਉਹ ਲੋਕ ਇੰਨੇ ਕਰੋੜਾਂ ਰੁਪਈਏ ਚਾੜਦੇ ਨੇ, ਕੋਈ ਫ੍ਰੀ ਸੇਵਾ ਵੀ ਨਹੀਂ ਕਰ ਸਕਦਾ। ਕਰੋੜਾਂ ਰੁਪਈਏ ਲੋਕ ਦੇ ਜਾਂਦੇ ਨੇ। ਇੱਕ ਆਦਮੀ ਕੋਈ ਪੈਸਾ ਨਾ ਦੇਵੇ, ਲੰਗਰ 'ਚ ਰੋਟੀ ਖਾ ਲੂ, ਫ੍ਰੀ ਕੰਮ ਵੀ ਨਹੀਂ ਕਰ ਸਕਦਾ। ਉਹ ਗੁਰੂ ਖਾਤਰ ਕਰਦੇ ਰਹੇ ਨੇ ਅੱਗੇ ਗੁਰੂ ਘਰ 'ਚ, ਹੁਣ ਵੀ ਕਰਨ ਨੂੰ ਤਿਆਰ ਨੇ ਲੋਕ, ਪਰੇ ਆਉਣੇ ਨਹੀਂ ਦਿੰਦੇ। ਇਹਨਾਂ ਦਾ ਰਾਹ ਰੋਕਿਆ ਹੋਇਆ ਸਾਰਾ। ਦਾਨਵ ਮਾਰ ਅਪਾਰ ਬੜੇ, ਰਣਜੀਤ ਨਿਸ਼ਾਨ ਬਜਾਵੇ। ਦਾਨਵ ਮਾਰ ਅਪਾਰ ਵੱਡੇ ਆ ਜਿਹੜੇ ਮੂਰੇ ਮੂਰੇ ਪਹਿਲਾਂ ਬਣੇ ਬੈਠੇ ਦਾਨਵ, ਇਹਨਾਂ ਨੂੰ ਪਹਿਲਾਂ ਤਾਂ ਮਾਰੂ ਸਾਰਿਆਂ ਨੂੰ ਪੁੱਠੇ। ਰਣਜੀਤ ਨਿਸ਼ਾਨ ਬਜਾਵਾਂਗੇ, ਅੰਗ ਨੂੰ ਜਿੱਤ ਕੇ ਧੌਂਸਾ ਬਜਾ ਦੂ। ਵੀ ਜਿਹਦੀ ਮਰਜ਼ੀ ਆਓ ਬਈ, ਸਾਰੇ ਆ ਜਾਓ, ਆਪਾਂ ਚਰਚਾ ਕਰੀਏ। ਗਿਆਨ ਚਰਚਾ ਅੱਗੇ ਹੁੰਦੀ ਹੋ ਸੀ, ਗਿਆਨ ਚਰਚਾ ਕਰੋ ਸਾਰੀ ਵਰਲਡ ਦੇ ਵਿੱਚ ਇਕੱਠੇ ਹੋ ਕੇ। ਸਾਰੇ ਧਰਮ ਇੱਕ ਪਲੇਟਫਾਰਮ ਤੇ ਆ ਕੇ ਚਰਚਾ ਕਰੋ, ਸਾਰੀ ਦੁਨੀਆ ਦਾ ਧਰਮ ਇੱਕ ਹੋ ਜਾਵੇ। ਦੇਖਾ ਭਲਾ ਇੱਕ ਕਿਵੇਂ ਨਹੀਂ ਹੁੰਦਾ। ਝੂਠ ਨੂੰ ਛੱਡਣਾ ਨਹੀਂ ਚਾਹੁੰਦੇ, ਸਾਰੇ ਝੂਠ ਬਾੜੀ ਬੈਠੇ ਨੇ ਧਰਮਾਂ ਦੇ ਵਿੱਚ। ਦਲਾਈ ਲਾਮੇ ਨੇ 2-3 ਵਾਰ ਕਿਹਾ, ਜੇ ਕਹਿੰਦਾ ਝੂਠ ਕੱਢ ਦਈਏ ਧਰਮਾਂ ਚੋਂ, ਇੱਕ ਧਰਮ ਹੋ ਜੂ ਸਾਰੀ ਦੁਨੀਆ ਦਾ, ਸੁਖੀ ਬਸਾਂਗੇ। ਸੁਣਦਾ ਹੀ ਨਹੀਂ ਉਹਦੀ ਕੋਈ ਗੱਲ। ਇਹ ਕਾਹਦੇ ਸੁਣ? ਅਰਬਾਂ ਰੁਪਈਆਂ ਤੇ ਛੱਪ ਬੈਠੇ ਨੇ, ਜਿਵੇਂ ਮੁਰਗੀ ਆਂਡਿਆਂ ਤੇ ਬੈਠੀ ਹੁੰਦੀ ਹੈ। ਕਿਉਂ ਦੇਣ ਰਿਸਪੌਂਸ? ਝੂਠੇ ਨੇ, ਬੇਈਮਾਨ ਨੇ, ਠੱਗ ਨੇ, ਹਰਾਮਖੋਰ ਨੇ। ਸਭ ਗੁਰਬਾਣੀ 'ਚ ਇਹਨਾਂ ਖਾਤਰੇ ਲਫ਼ਜ਼ ਵਰਤੇ ਹੋਏ ਨੇ, ਚੋਰ, ਹਰਾਮਖੋਰ, ਬਨਾਰਸ ਕੇ ਠੱਗ। 2 ਜਗ੍ਹਾ ਮਸ਼ਹੂਰ ਨੇ ਹਿੰਦੁਸਤਾਨ ਦੇ ਵਿੱਚ। ਬਨਾਰਸ ਹੈਗਾ ਸੈਂਟਰ ਹਿੰਦੂਆਂ ਦਾ, ਹਿੰਦੂ ਧਰਮ ਦਾ ਬਨਾਰਸ ਸੈਂਟਰ ਹੈ, ਮੰਨਿਆ ਜਾਂਦਾ। ਸਿੱਖਾਂ ਦਾ ਮੰਨਿਆ ਜਾਂਦਾ ਅੰਮ੍ਰਿਤਸਰ ਸੈਂਟਰ, ਇਹਨਾਂ ਦਾ ਮੰਨਿਆ ਹੋਇਆ। ਅਸੀਂ ਤਾਂ ਮੰਨਦੇ ਨਹੀਂ, ਇਹਨਾਂ ਨੇ ਮੰਨਿਆ ਹੋਇਆ। ਆ ਦੋਹਾਂ ਸੈਂਟਰਾਂ ਨਾਲ ਠੱਗ ਜੁੜਿਆ ਹੋਇਆ, ਠੱਗ ਅੰਮ੍ਰਿਤਸਰ ਦੇ ਜਾਂ ਠੱਗ ਬਨਾਰਸ ਦੇ। ਜਾਂ ਤਾਂ ਬਨਾਰਸ ਦੇ ਠੱਗ ਨੇ ਜਾਂ ਅੰਮ੍ਰਿਤਸਰ ਦੇ ਠੱਗ ਨੇ। ਇਸ ਕਰਕੇ ਅਸੀਂ ਸੈਂਟਰ ਨਹੀਂ ਮੰਨਦੇ, ਅੰਮ੍ਰਿਤਸਰ ਨੂੰ ਠੱਗ ਨੇ ਇੱਥੇ। ਬਨਾਰਸ ਵਾਲੇ ਮੰਨਣ ਨਾ ਮੰਨਣ ਉਹਨਾਂ ਦੀ ਮਰਜ਼ੀ ਹੈ, ਉਹ ਹਿੰਦੂਆਂ ਦਾ, ਉਹ ਮੰਨਣ ਨਾ ਮੰਨਣ ਉਹ ਉਹਨਾਂ ਦੀ ਮਰਜ਼ੀ ਹੈ। ਪਰ ਅਸੀਂ ਨਹੀਂ ਮੰਨਦੇ ਕਿ ਠੱਗ ਨੇ ਇਹ। ਨਹੀਂ ਦੇਖੋ, ਅਸੀਂ ਇਹ ਨਹੀਂ ਕਹਿੰਦੇ ਤੁਸੀਂ ਨਾ ਮੰਨੋ ਉਹਨਾਂ ਨੂੰ, ਅਸੀਂ ਕਹਿ ਨਹੀਂ ਸਕਦੇ, ਸਾਡੇ ਕੋਲ ਅਥਾਰਟੀ ਨਹੀਂ ਕਹਿਣ ਦੀ। ਉਹ ਆਪ ਉਹਨਾਂ ਦੇ ਘਰ ਦੀ ਗੱਲ ਉਹ ਆਪ ਕਹਿਣ। ਉਹ ਤਾਂ ਸਾਡੇ ਹੀ ਨੇ, ਉਹ ਵੀ ਕੋਈ ਬਗਾਨੇ ਨਹੀਂ, ਸਾਡੇ ਹੀ ਨੇ ਉਹ ਵੀ। ਪਰ ਅਸੀਂ ਉਹਨੂੰ ਰਾਏ ਦੇ ਸਕਦੇ ਹਾਂ ਵੀ ਇਹ ਠੱਗਾਂ ਤੋਂ ਬਚੀਏ ਆਪਾਂ। ਹਿੰਦੂ ਔਰ ਸਿੱਖ ਧਰਮ ਕੋਈ ਦੋ ਨਹੀਂ, ਹੁਣ ਇੱਕੋ ਹੀ ਹੈ। ਹਿੰਦੂ ਦਾ ਨਾਂ ਰੱਖਿਆ ਕਿਸੇ ਨੇ ਸਾਡਾ, ਜਦ ਅਸੀਂ ਸੱਚ ਵੇਦ ਛੱਡਤਾ ਤਾਂ ਹਿੰਦੂ ਨਾਂ ਰੱਖਦਾ। ਵੇਦ ਤੇ ਆ ਜਾਓ, ਜੇ ਅਸੀਂ ਵੇਦ ਬਣਾ ਲਈਏ ਵਰਲਡ ਸਾਡੇ ਮਗਰ ਰਹੂਗੀ। ਅਸੀਂ ਵਰਲਡ ਨੂੰ ਲੀਡ ਕਰ ਸਕਦਾ ਇੰਡੀਆ। ਧਰਮ ਦੇ ਖੇਤਰ ਦੇ ਵਿੱਚ ਹਿੰਦੁਸਤਾਨ ਲੀਡ ਕਰੂਗਾ ਵਰਲਡ ਨੂੰ। ਅੱਜ ਧਰਮ ਦੀ ਲੋੜ ਹੈ, ਇਹੀ ਅਸੀਂ ਰੋਜ਼ ਕਹਿੰਦੇ ਹਾਂ ਇਹਨਾਂ ਨੂੰ। ਕਿਉਂ ਤੁਸੀਂ ਆਪਣੇ ਧਰਮ ਤੋਂ ਮੁੱਖ ਮੋੜਿਆ ਹੋਇਆ? ਕਿਉਂ ਵੇਦ ਤੋਂ ਮੁੱਖ ਮੋੜਿਆ ਹੋਇਆ? ਇਹ ਪਬਲਿਕ ਪੁੱਛੇ ਇਹਨਾਂ ਨੂੰ। ਪੱਟੋ ਧਾੜ ਕੀਤੀ ਪਈ ਹੈ ਤੁਸੀਂ ਲੋਕਾਂ ਦੀ, ਲੁੱਟ ਰਹੇ ਹੋ ਆਪ। ਰਾਹ ਕੋਈ ਨਹੀਂ ਤੁਸੀਂ ਛੱਡਿਆ ਹੋਇਆ, ਸਾਰੇ ਬੰਦ ਕੀਤੇ ਪਏ ਨੇ, ਸੁਣਦੇ ਹੀ ਨਹੀਂ ਕਿਸੇ ਦੀ। ਜਿੱਦਣ ਪਬਲਿਕ ਬਾਗੀ ਹੋ ਗਈ, ਉਦੋਂ ਰਸ਼ੀਆ ਵਿੱਚ ਕੀ ਹੋਇਆ ਸੀ, ਇਹੋ ਜਿਹਾ ਨਾ ਕੁਝ ਹੋ ਜਾਵੇ। ਕੋਈ ਪਤਾ ਨਹੀਂ ਹੁੰਦਾ ਪਬਲਿਕ ਕਦ ਬਾਗੀ ਹੋ ਜਾਵੇ। ਤੰਗ ਆਮਦ
ਵਜੰਗ ਆਮਦ। ਜੇ ਪਬਲਿਕ ਤੰਗ ਆ ਜਾਂਦੀ ਹੈ ਤਾਂ ਅਫੜਾ ਤਫੜੀ ਵੀ ਪੈ ਜਾਂਦੀ ਹੈ। ਹੱਦ ਹੋ ਗਈ ਗਰੀਬ ਦੀ, ਗਰੀਬ ਗਰੀਬੇ ਹੁੰਦਾ ਚਲਿਆ ਜਾਂਦਾ ਹੈ, ਅਮੀਰ ਅਮੀਰੇ ਹੁੰਦਾ ਚਲਿਆ ਜਾਂਦਾ ਹੈ। ਧਰਮ ਦੇ ਵਿੱਚ ਤਾਂ ਆ ਕੇ ਲੋਕ ਆਪੇ ਹੀ ਪੈਸੇ ਦੇ ਦਿੰਦੇ ਹੁੰਦੇ ਨੇ, ਕਾਨੂੰਨ ਬਣਾਉਣ ਦੀ ਲੋੜ ਨਹੀਂ ਹੁੰਦੀ। ਜੇ ਧਰਮ ਦਾ ਪ੍ਰਚਾਰ ਹੋ ਜਾਏ ਲੋਕ ਆਪਣੀ ਖੁਸ਼ੀ ਨਾਲੇ ਪੈਸੇ ਦੇ ਦੇਣ, ਸਾਰੇ ਆਪ ਹੀ ਦੇ ਦੇਣਗੇ। ਹੁਣ ਵਿਸ਼ਵਾਸ ਹੈ ਨਹੀਂ ਇੱਕ ਦੂਏ ਨੂੰ, ਦੂਏ ਤੇ ਵਿਸ਼ਵਾਸ ਹੈ ਨਹੀਂ, ਪ੍ਰੇਮ ਹੈ ਨਹੀਂ। ਦਵੇ ਕੌਣ? ਕਿਵੇਂ ਦਵੇ? ਟੈਕਸਾਂ ਨਾਲ ਕਿਵੇਂ ਦੇਣ ਲੋਕ? ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਉਹਦੀ ਰਾਜੀ ਨਾਲੇ ਤੁਹਾਨੂੰ ਉਹ ਤੇ ਦਵਾ ਦਿੰਦਾ ਪੈਸੇ, ਉਹਨੂੰ ਸਮਝਾ ਕੇ ਹੀ ਦਵਾ ਦਿੰਦਾ। ਜਿਵੇਂ ਕੌਰੂ ਬਾਦਸ਼ਾਹ ਸੀ, ਕੋਈ 40 ਗੰਜ ਮਾਇਆ ਦੇ ਸੀ, ਪਾਈ ਹੈ ਸਾਖੀ, ਸਾਰੇ ਉਹਨੇ ਆਪ ਹੀ ਦਾਨ ਕਰਤੇ। ਜਾਂ ਉਹਨੂੰ ਸਮਝਾਇਆ, ਗੁਰੂ ਨਾਨਕ ਨੇ ਸਮਝਾਇਆ, ਉਹਨੇ ਆਪੇ ਸਾਰੀ ਮਾਇਆ ਦੇਤੀ। ਸਾਰੇ ਹੀ ਮਾਇਆ ਦੇ ਦੇਣਗੇ ਲੋਕ, ਪਰ ਦੋਣੇ ਵਾਲਾ ਕੋਈ ਚਾਹੀਦਾ। ਇਹ ਤਾਂ ਆਪ ਖਜ਼ਾਨੇ ਅੱਡ ਅੱਡ ਜੇਬਾਂ ਕਰੀ ਫਿਰਦੇ ਨੇ ਲੀਡਰ, ਇਹਨਾਂ ਦੇ ਕਹੇ ਤੇ ਕੌਣ ਦੇ ਦੂ? ਉਹਦੇ ਕੋਲ ਦੋਣੇ ਵਾਲੇ ਕੋਲ ਵੀ ਕਸ਼ਹਿਰਾ ਪਰਨਾ ਹੀ ਹੋਵੇ, ਤੀਜੀ ਚੀਜ਼ ਨਾ ਹੋਵੇ ਕੋਈ, ਕਸ਼ਹਿਰਾ ਪਰਨਾ ਹੀ ਹੋਵੇ ਇਕੱਲਾ। ਕਸ਼ਹਿਰਾ ਦਾ ਦੂਆ ਰੱਖਣਾ ਹੀ ਪੈਣਾ ਨਾਲ, ਉਹਨੂੰ ਬਦਲ ਨੂੰ ਇੱਕ ਪਰਨਾ ਰੱਖਣਾ ਪੈਣਾ। ਦੋ ਚੀਜ਼ਾਂ ਤੋਂ ਸਿਵਾ ਕੋਈ ਸਾਨੂੰ ਪੜ੍ਹਾਇਆ ਹੀ ਨਹੀਂ ਵੀ ਦੋ ਚੀਜ਼ਾਂ ਰੱਖਿਓ ਕੋਲ, ਤੀਜੀ ਚੀਜ਼ ਦੀ ਲੋੜ ਨਹੀਂ ਸਾਨੂੰ। ਚੋਲੇ ਇੱਕ ਨਾਲੇ ਸਰ ਜਾਂਦਾ, ਦਸਤਾਰ ਇੱਕ ਨਾਲੇ ਸਰ ਜਾਂਦਾ, ਕਸ਼ਹਿਰੇ ਦੋ ਰੱਖਣੇ ਪੈਂਦੇ ਨੇ। ਕਿ ਧੋਤੀਆਂ ਵੀ ਦੋ ਰੱਖਦਾ ਸੀ ਪੰਡਤ, ਦੋ ਧੋਤੀ ਬਸਤਰ ਕਪਾਟਨ, ਇੱਕ ਜੇ ਨਹਾਉਣਾ ਤਾਂ ਦੂਈ ਬਦਲਣੀ ਤਾਂ ਪੈਣੀ ਹੈ। ਇਹ ਲੋੜ ਹੈ, ਦੋ ਸਰਦਾ ਨਹੀਂ ਘੱਟੋ ਘੱਟ। ਤੇ ਆਪ ਜੇ ਇਹ ਜੀ ਰੱਖੂ ਫਿਰ ਲੋਕ ਦੇ ਦੇਣਗੇ। ਬਨੋਆ ਭਾਵੇਂ ਨੂੰ ਦਿੰਦੇ ਨਹੀਂ ਰਹੇ ਲੋਕ, ਜ਼ਮੀਨ ਦਿੰਦੇ ਰਹੇ ਨੇ। ਇਹਨੂੰ ਠੱਗਾਂ ਨੂੰ ਕੌਣ ਦੇ ਦੂਗਾ? ਇਹ ਤਾਂ ਠੱਗ ਨੇ ਸਾਰੇ, ਚਾਹੇ ਅੰਮ੍ਰਿਤਸਰ ਚ ਨੇ ਚਾਹੇ ਬਨਾਰਸ ਨੇ। ਹਾਂਜੀ, ਖਲਟਾਰ 1000 ਕਰੋੜ ਕਿਤੇ, ਕਲਕੀ ਕਲ ਕ੍ਰਿਤੀ ਬੜਾਵਹਿੰਗੇ। ਖਲਟਾਰ ਕਰੋੜ, 1000 ਕਰੋੜ ਕਿਤੇ, 1000 ਕਰੋੜ ਖਲ ਨੇ, ਖੋਤੇ ਨੇ ਇਹ ਸਾਰੇ ਜਿਹੜੇ ਧਰਮ ਪ੍ਰਚਾਰਕ ਨੇ। ਆ ਲੈ ਲਓ ਸਵਾਦ, ਜਿਹੜੇ ਧਰਮ ਪ੍ਰਚਾਰ 'ਚ ਲੱਗੇ ਨੇ 1000 ਕਰੋੜ ਖੋਤੇ ਨੇ ਇਹ। ਖਲਟਾਰ 1000 ਕਰੋੜ, 1000 ਕਰੋੜ, 1 ਕਰੋੜ ਨਹੀਂ, 1000 ਕਰੋੜ। सौ करोड़ की आबादी है हिंदुस्तान की, तो ये तो 1000 करोड़ कहता इतने सारी वर्ल्ड विच। 1000 करोड़ बंदे ने एक दूए नूं धर्म समझाउण लगे हुए। खल ये सारे हैं खोते, जिन्होंने सच का खोता कौन हुंदा है? नानक ते नर असल खर जे बिन गुण गर्भ करंत। गुण है नहीं, थोनू ज्ञान है नहीं, हंकार है भी असी गुरु हाँ बने। बिना गुणा ते जिन्हों हंकार है खोता है। असली खोता वो आ जिहड़े खोते ने अपने गधे, ये नहीं असली खोते है। तो बेचारिਆਂ ਨੂੰ जन्म मिल गया तो अगले जन्म अगला जन्म दू। वो आदमी खोते ने, वो अकल दे खोते ने, वो शरीर दे खोते ने। वो आत्मा दे खोते ने, उस बाहर शरीर दे खोते। उन्होंने दे कपड़ा लिबास खोते दा सिर्फ उन्होंने, आत्मा नहीं खोता उन्होंने है। उन्होंने अपनी पौड़ी चढ़ जाना, इन्हों ने अपनी पौड़ी तो थले डिग पैना। जिहड़ा उत्ते चढ़िया थले डिगे खोता वो है कि थले उत्ते आ जाए अगले जन्म जो खोता। वो खोते वाले ने जिहड़ा अज खोता है ना शरीर करके, ਉਹਨੇ पौड़ी अपनी चढ़ के उपर चला जाना। इन्हों ने उपरली पौड़ी तो थले डे पैने खोते ये ने, असल खा रहे ने। कलकी कल कृति बढ़ावेंगे। ये खोतिया नूं समझा के ना 1000 करोड़ नूं वो जिहड़ा अवतार कलकी होऊ वो परमेश्वर की कीर्ति कराऊ। इन्हां ते अपनी छड़ दो, अपने पैर पहुँचाने छड़ दो। कृति बढ़ावेंगे
ਆ ਜੇ ਕੁਝ ਹੋਰ ਕਿਸੇ ਮੂਰਤੀ ਪੂਜਾ ਦੀ ਆਪਣੇ ਗੁਰੂ ਦੀ ਉਹ ਵੀ ਛੱਡ ਦਿਓ, ਤੁਸੀਂ ਨਿਰਾਕਾਰ ਦੀ ਕਰੋ ਕਿਰਤੀ। ਕਿਰਤੀ ਉਹਦੀ ਕਰੋ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਕੀਰਤੀ ਉਹਦੀ ਕਰੋ ਜਿਹਨੇ ਸਾਰੀ ਵਰਲਡ ਪੈਦਾ ਕੀਤੀ ਹੈ, ਸਾਰਾ ਸੰਸਾਰ ਪੈਦਾ ਕੀਤਾ, ਚੰਦ ਸੂਰਜ ਬਣਾਏ ਨੇ ਜਿਹਨੇ, ਜਿਹਦੇ ਹੁਕਮ ਨਾਲ ਧਰਤੀ ਘੁੰਮਦੀ ਹੈ, ਜਿਹਦੇ ਹੁਕਮ ਨਾਲ ਬਾਰਿਸ਼ ਪੈਂਦੀ ਹੈ। ਜਿਹੜਾ ਕੁਦਰਤ ਦਾ ਮਾਲਕ ਕਾਦਰ ਹੈ ਉਹਨੂੰ ਪਛਾਣੋ, ਉਹਦੀ ਉਸਤਤ ਕਰੋ, ਉਹਦੀ ਵਡਿਆਈ ਕਰੋ। ਆਦਮੀ ਦੀ ਨਹੀਂ ਕਰੀਦੀ ਹੁੰਦੀ, ਔਰ ਉਹ ਕਰਨ ਲਾ ਵੀ ਦਊਗਾ ਕਹਿ ਕੇ ਸਾਰਿਆਂ ਨੂੰ, 1000 ਕਰੋੜ ਨੂੰ। ਉਹ ਇਹ ਕੰਮ ਕਰੂਗਾ, ਆਪਣੀ ਵਡਿਆਈ ਨਹੀਂ ਕਰਾਉਂਦਾ ਹੈ। ਉਹ ਵੀ ਮੇਰੀ ਕਰਨ ਲੱਗ ਜਾਓ ਛੱਡ ਕੇ, ਉਹ ਵੀ ਫਿਰ ਖੋਤਾ ਹੀ ਹੈ ਜੇ ਕਹੂਗਾ, ਉਹ ਮਹਾ ਖੋਤਾ ਹੈ। ਇਹ ਰਸਤਾ ਨਹੀਂ ਹੈ। ਰਸਤਾ ਜਿਹੜੀ ਦਵਾਈ ਮੈਂ ਖਾਧੀ ਹੈ, ਮੈਨੂੰ ਆਰਾਮ ਆਇਆ, ਉਹੀ ਤੁਸੀਂ ਖਾਓ। ਮੇਰਾ ਰੋਗ ਹਟਿਆ ਜਿਹੜੀ ਦਵਾਈ ਤੇ, ਉਹਦੇ ਨਾਲ ਤੁਹਾਡਾ ਹਟੂਗਾ, ਇਹ ਕਹੂਗਾ ਉਹ। ਔਰ ਇਹੀ ਸੱਚ ਹੈ, ਇਹੀ ਸੱਚ ਹੁੰਦਾ ਹੈ। ਜਿਹੜੀ ਦਵਾਈ ਮੈਂ ਖਾ ਕੇ ਰੋਗ ਮੇਰਾ ਹਟਿਆ ਜਾਂ ਕਿਸੇ ਹੋਰ ਦਾ ਹਟਿਆ, ਉਹੀ ਦਵਾਈ ਖਾਈਏ, ਉਹੀ ਪਰਹੇਜ਼ ਰੱਖੀਏ, ਤਾਂ ਹੀ ਠੀਕ ਹੁੰਦਾ। ਇਹ ਸੱਚ ਹੈ। ਪ੍ਰਗਟੇ ਜਿਤ ਹੀ ਤਿਤ ਧਰਮ ਦਿਸ਼ਾ, ਲਖ ਪਾਪਨ ਪੁੰਜ ਪਰਾਮ ਹੈਗੇ। ਹਾਂ, ਜਗ੍ਹਾ ਜਗ੍ਹਾ ਫਿਰ ਕੀ ਹੋਊਗਾ? ਪ੍ਰਗਟੇ ਜਿਤ ਹੀ ਤਿਤ ਧਰਮ ਦਿਸ਼ਾ। ਜਿੱਤੇ ਕਦੇ ਦੇਖੋਗੇ ਅਸਲੀ ਧਰਮ ਪ੍ਰਗਟ ਹੋ ਜਾਊਗਾ। ਇਹੀ ਅਸਲੀ ਧਰਮ। ਲਖ ਪਾਪਨ ਪੁੰਜ। ਕੁਦਰਤ ਦੇ ਵਿੱਚੋਂ ਕਾਦਰ ਨੂੰ ਸਮਝੋ, ਕੁਦਰਤ ਦੇ ਵਿੱਚ ਕਾਦਰ ਲੁਕਿਆ ਹੋਇਆ। ਜੋ ਕਹਿਰ ਜੋ ਹੋ ਰਿਹਾ ਉਹਦੀ ਇੱਛਾ ਹੈ, ਜਿਹਦੀ ਇੱਛਾ ਹੈ ਉਹੀ ਬੜਾ, ਉਹੀ ਸੁਪਰੀਮ ਹੈ। ਲਖ ਪਾਪਨ ਪੁੰਜ ਪਰਾਮ ਹੈਗੇ। ਲੱਖ ਪਾਪਨ ਪੁੰਜ ਪਰਾਮ ਹੈਗੇ, ਪਰਾਵਾਂਗੇ। ਜਿਹੜੇ ਪਾਪਾਂ ਦੇ ਜਿਹੜੇ ਸਾਡੇ ਕੋਲ ਪੰਡਾਂ ਨੇ, ਪਾਪਾਂ ਦੀਆਂ ਪੰਡਾਂ ਬੰਨੀ ਫਿਰਦੇ ਹਨ, ਜਿਹੜੇ ਅਸੀਂ ਪਹਿਲਾਂ ਕਲਪਨਾ ਦੀ ਸਾਨੂੰ ਆਦਤ ਪਈ ਹੋਈ ਹੈ, ਜਿਵੇਂ ਇੱਛਾਵਾਂ ਦੀ ਆਦਤ ਪਈ ਹੋਈ ਹੈ ਸੋਚਣ ਦੀ। ਇਹ ਕਹਿੰਦੇ ਪੰਡਾਂ ਪਰੇ ਸੁੱਟ ਦੇਣਗੇ ਸਾਰੇ ਲਾ ਕੇ ਸਿਰ ਤੋਂ। ਪਰਾਮ ਹੈਗੇ ਜਿਹੜੀਆਂ ਪੰਡਾਂ ਚੁੱਕੀਆਂ ਹੋਈਆਂ ਨੇ ਨਾ, ਦੂਏ ਦਾ ਬੁਰਾ ਸੋਚਣ ਦੀਆਂ, ਲਾਲਚ ਦੀਆਂ, ਲੋਭ ਦੀਆਂ, ਔਗਣਾਂ ਦੀਆਂ, ਇਹ ਪਾਪਾਂ ਦੀਆਂ ਪੰਡਾਂ ਪਰੇ ਲਾ ਕੇ ਸਿਰ ਦੇਣਗੇ ਸਿਰ ਤੋਂ। ਪੰਡਾਂ ਸੁੱਟਦੀਆਂ ਸਾਰੇ ਇੱਕ ਹੋ ਗਏ, ਕੋਈ ਝਗੜਾ ਹੀ ਨਹੀਂ ਕਿਸੇ ਦਾ। ਇਹ ਪੰਡਾਂ ਹੀ ਨੇ ਦੁੱਖ ਦਿੰਦੀਆਂ, ਜਿਹੜੀਆਂ ਸਿਰ ਤੇ ਪਾਪਾਂ ਦੀਆਂ ਪੰਡਾਂ ਚੁੱਕੀਆਂ ਨੇ ਨਾ, ਇਹੀ ਅੱਡ ਇਕੱਠਾ ਨਹੀਂ ਹੋਣ ਦਿੰਦੀਆਂ। ਹਾਂ, ਪਲ ਭਾਗ ਪਿਆ ਇਹ ਸੰਭਲ ਕੇ, ਹਰਜੂ ਹਰ ਮੰਦਰ ਆ ਮਹਿੰਗੇ। ਭਲ ਭਾਗ ਪਿਆ, ਸਮਝੋ ਚੰਗਾ ਭਾਗ ਹੋਊਗਾ ਜਿੱਦਣ ਇਹ ਦਿਨ ਆ ਗਿਆ। ਸਾਰਿਆਂ ਨੇ ਪੰਡਾਂ ਪਾਪਾਂ ਦੀਆਂ ਲਾ ਕੇ ਪਰੇ ਸਿੱਟ ਦਿੱਤੀਆਂ ਤੇ ਸਾਰੇ ਭਾਈ ਭਾਈ ਬਣ ਕੇ ਸੁਖ ਨਾਲ ਬਸੇ, ਸੰਭਲ ਕੇ ਹਰਜੂ ਹਰ ਮੰਦਰ। ਸਾਰਿਆਂ ਦੇ ਅੰਦਰ ਇਹ ਹਰਜੂ ਪ੍ਰਗਟ ਹੋ ਜਾਊਗਾ। ਫਿਰ ਸਾਰਿਆਂ ਦੇ ਅੰਦਰ ਇੱਕੋ ਹੀ ਹਰ, ਸਾਰਿਆਂ ਦੇ ਅੰਦਰ ਹੀ ਪ੍ਰਗਟ ਹੋ ਜਾਊਗਾ। ਇਹ ਉਦਣ ਚੰਗਾ ਦਿਨ ਹੋਊਗਾ ਸੰਸਾਰ ਵਾਸਤੇ। ਉਦਣ ਸਾਰਿਆਂ ਦਾ ਜਿਹੜਾ ਭਾਗ ਹੈ ਉਦੇ ਹੋ ਜੂ, ਸਮਝੋ ਸਾਰਿਆਂ ਦਾ ਭਾਗ ਉਹਦੇ ਹੋ ਜਾਊਗਾ। ਹਾਂਜੀ।